गुरु रूप प्यारी साध संगत जीओ, सज जाओ प्रेम नाल गुरु साहब जी की लड़ीवार कथा सरवण करो जी। सतनाम श्री वाहिगुरु साहिब जी। एक ओंकार सतनाम करता पुरख निरपौ निर्वैर अकाल मूरत अजूनी सैभं गुर प्रसाद। जप आद सच जुगाद सच है भी सच, नानक होसी भी सच। चक्र चिन्ह अर बरन जात अर पात नहन जिह। रूप रंग अर रेख पेख को कह न सकत किह। अचल मूरत अनभव प्रकाश अमितोज कहजै। कोट इंद्र इंद्राण साहि सहान गणजै। त्रिभुवन महीप सुर नर असुर नेत नेत बन तृण कहत। तै सर्ब नाम कथ कवन कर्म नाम बरनत सुमत। निर्जुर निरूप हो के सुंदर स्वरूप हो। के पूपन के पूप हो के दाता महादान हो। प्राण के बचैया धूत पूत के देवैया। रोग सोग के मिटैया के दौ मानी महामान हो। विद्या के विचार हो के अद्वै अवतार हो। के सिद्धता की सूरत हो के शुद्धता की शान हो। जोबन के जाल हो के काल हो के काल हो। के सत्रन के सूल हो के मित्रन के प्राण हो। देव देवतान को सुरेश दानवान को। महेश गांग तान को अपेश कहियत है। रंग में रंगीन राग रूप में प्रवीण। और काहू पै न दीन साध अधीन कहियत है। पाइय न पार तेज पुंज में अपार। सर्व विद्या के उदार है अपार कहियत है। हाथी की पुकार पल पाछै पहुँचत ताहि।
चीटी की चिंगार पहले ही सुनियत है। जग और न याहि महात्म में अवतार उजागर आन कियाओ। तिनके दुख कोटिक दूर गए मथुरा जिन अमृत नाम पियाओ। इह पद्धत ते मत चूके रे मन भेद बभेद न जान बियाओ। परताश हृदय गुर अर्जुन का हर पूरन ब्रह्म निवास लियाओ। जब लाओ नहीं पागल लार उदय तब लाओ प्रमते फिरते बहुत आओ। काल कोर समुद्र में बूढ़त थे कबहू मिट है नहीं रे पशुतायाओ। तत् विचार यह मथुरा जग तारन कौ अवतार बनायाओ। जपयाओ जिन अर्जुन देव गुरु फिर संकट जोन गर्भ न आयाओ। अम्य दृष्ट शुभ कर हर अग पाप सकल मल। काम क्रोध अर लोभ मोह वास कर सब बल। सदा सुख मन वस दुख संसार है खुआ। गुर नव निद दरियाऊ जन्म हम कालख तुआ। सो कहो टल गुर सेविया अहनिस सहज सुबाए। दर्शन परसय गुरु का जन्म मरण दुख जाए। बेसुमार अथाह अगणत अतुल जो बुलावहु त्यो नानक दास बोला। जो बुलावहु त्यो नानक दास बोला। सतनाम श्री वाहे गुरु जी। सलोक नारायण नह सिमरियो मोहयो स्वाद विकार। नानक नाम बिसारिया नरक स्वर्ग अवतार। नारायण नह सिमरियो मोहयो स्वाद विकार। नानक नाम बिसारिया नरक स्वर्ग अवतार। पौड़ी नवमी नवे छिद्र अपवित हर नाम न जपहे करत विपरीत। पर त्रिय रमहे बकहे साधु निंद
ਕਰਨ ਨਾ ਸੁਨਹੀ ਹਰ ਜਸ ਬਿੰਦ ਹਿਰਾਹੇ ਪਰ ਦਰਬ ਉਦਰ ਕਾ ਤਾਈ ਅਗਨ ਨਾ ਨਿਵਰੈ ਤ੍ਰਿਸ਼ਨਾ ਨ ਬੁਝਾਈ ਹਰ ਸੇਵਾ ਬਿਨ ਇਹ ਫਲ ਲਾਗੇ ਨਾਨਕ ਪ੍ਰਭ ਬਿਸਰਤ ਮਰ ਜਮਾਹੇ ਅਭਾਗੇ ਹਰ ਸੇਵਾ ਬਿਨ ਇਹ ਫਲ ਲਾਗੇ ਨਾਨਕ ਪ੍ਰਭ ਬਿਸਰਤ ਮਰ ਜਮਾਹੇ ਅਭਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਜ ਭਗਤ ਵਸ਼ਲ ਪਤਤ ਪਾਵਨ ਦੀਨਾ ਬੰਧੂ ਕਰੁਣਾ ਨਿਧਾਨ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਬ੍ਰਹਮ ਗਿਆਨ ਦੇ ਸੂਰਜ ਦਇਆ ਦੇ ਸਾਗਰ ਬਖਸ਼ਿਸ਼ਾਂ ਦੇ ਭੰਡਾਰ ਚੋਜੀ ਪ੍ਰੀਤਮ ਅੰਮ੍ਰਿਤ ਕੇ ਦਾਤੇ ਆਪੇ ਗੁਰ ਚੇਲਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੀਆਂ ਬਖਸ਼ੀਆਂ ਹੋਈਆਂ ਸੰਗਤਾਂ ਦੇ ਉੱਪਰ ਨਦਰੇ ਅਨਾਇਤ ਕਰਦਿਆਂ ਹੋਇਆਂ ਬਖਸ਼ਿਸ਼ ਰਹਿਮਤ ਕਿਰਪਾਲਤਾ ਕਰਦਿਆਂ ਹੋਇਆਂ ਆਪਣੇ ਪਾਵਨ ਸਤਜੁਗੀ ਤਪ ਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਪਾਵਨ ਸੁਖ ਦੇ ਦਰਸ਼ਨ ਦੀਦਾਰੇ ਦਸਾਂ ਪਾਤਸ਼ਾਹੀਆਂ ਜੀ ਦੇ ਪਾਵਨ ਆਤਮਿਕ ਸਰੂਪ ਤਖਤ ਚਵਰ ਛਤਰ ਸਿੰਘਾਸਨ ਦੇ ਮਾਲਿਕ ਬਾਣੀ ਦੇ ਬੋਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਪਾਕ ਮੁਕੱਦਸ ਸਤ ਸੰਗਤ ਰੂਪੀ ਗੋਦ ਦੇ ਸਾਹਿਤ ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰ ਰਹੇ ਨੇ। ਸਤ ਸੰਗੀ ਜਨਾਂ ਨੇ ਸਤਿਗੁਰੂ ਜੀ ਦੇ ਪਿਆਰ ਵਾਲਿਆਂ ਨੇ ਨੇਮ ਅਤੇ ਪ੍ਰੇਮ ਵਾਲਿਆਂ ਨੇ ਦੂਰੋਂ ਨੇੜਿਓਂ ਚੱਲ ਕੇ ਆ ਕੇ ਸਾਹਿਬਾਂ ਦੇ ਚਰਨਾਂ ਵਿਖੇ ਹਾਜ਼ਰੀਆਂ ਭਰ ਕੇ ਦਰਸ਼ਨ ਦੀਦਾਰ ਕਰਕੇ ਪਾਵਨ ਅੰਮ੍ਰਿਤਮਈ ਗੁਰਬਾਣੀ ਦੁਆਰਾ ਲਾਹੇ ਪ੍ਰਾਪਤ ਕਰਕੇ ਆਤਮਿਕ ਆਨੰਦ ਨੂੰ ਮਾਣਿਆ ਹੈ। ਗਰੀਬ ਨਿਵਾਜ ਸੱਚੇ ਸਤਿਗੁਰੂ ਜੀ ਦੇ ਸੱਚੇ ਦਰਬਾਰ ਸੱਚਖੰਡ ਸਾਹਿਬ ਦਰਬਾਰ ਦੀ ਮਰਿਆਦਾ ਦੇ ਅਨੁਸਾਰ ਵਕਤ ਹੈ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਨੂੰ ਸਰਵਣ ਕਰਨੇ ਦਾ। ਜਿਵੇਂ ਗਰੀਬ ਨਿਵਾਜ ਸਤਿਗੁਰੂ ਜੀ ਅੰਮ੍ਰਿਤ ਬਾਣੀ ਰਾਹੀਂ ਅੰਮ੍ਰਿਤ ਉਪਦੇਸ਼ ਦੀ ਅੰਮ੍ਰਿਤ ਵਰਖਾ ਕਰ ਰਹੇ ਨੇ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਰਸਨਾ ਦੀ ਪਵਿੱਤਰਤਾ ਵਾਸਤੇ ਸਤਿਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਹੋਇਆ ਪਾਵਨ ਨਾਮ ਮੁਖ ਚੋਂ ਉਚਾਰਨਾ ਕਰੀਏ ਜੀ। ਸਹਿਤ ਪਿਆਰ ਦੇ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਲੋਕ ਨਾਰਾਇਣ ਨਹ ਸਿਮਰਿਓ ਮੋਹਿਓ ਸਵਾਦ ਵਿਕਾਰ। ਸਾਧ ਸੰਗਤ ਜੀਓ ਅੱਜ ਭਗਤ ਧੰਨਾ ਸਾਹਿਬ ਜੀ ਦਾ ਜਨਮ ਦਿਹਾੜਾ ਵੀ ਹੈ ਜਿਨ੍ਹਾਂ 15 ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਦਰ ਸੁਭਾਏਮਾਨ ਹੈ ਨਾ ਉਹਨਾਂ 15 ਭਗਤਾਂ ਵਿੱਚੋਂ ਇੱਕ ਭਗਤ ਨੇ ਭਗਤ ਧੰਨਾ ਜੀ। ਜਿਵੇਂ ਕਵੀ ਜਨਾਂ ਨੇ ਬੜਾ ਸੋਹਣਾ ਕਵਿਤ ਉਚਾਰਿਆ ਹੈ ਕਿ 15 ਭਗਤ ਜਨ ਜਿਨ੍ਹਾਂ ਨੇ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਏ ਸਤਿਗੁਰਾਂ ਨੇ ਕਿਰਪਾਲਤਾ ਕਰਕੇ ਦਰਜ ਕੀਤੀ ਏ ਸਾਧਨਾ ਉਚਾਰ ਕੇ ਵਿਚਾਰ ਕੇ ਕਬੀਰ ਰਵਿਦਾਸ ਸੈਨ ਭੀਖਣ ਤਿਰਲੋਚਨ ਨਿਹਾਰੀਏ ਜੈ ਦਿਓ ਸੁਖਿਆਲ ਧੰਨਾ ਭਗਤ ਵਿਸਾਲ। ਧੰਨਾ ਭਗਤ ਵਿਸਾਲ, ਵਿਸਾਲ ਦਾ ਅਰਥ ਹੈ ਵੱਡਾ। ਭਗਤ ਧੰਨਾ ਸਾਹਿਬ ਜੀ ਵੱਡੇ ਭਗਤ ਪ੍ਰੇਮਾ ਭਗਤੀ ਕਰਨ ਵਾਲੇ ਹੋਏ ਨੇ।
ਜੈ ਦੇਵ ਸੁਖਿਆਲ ਧੰਨਾ ਭਗਤ ਵਿਸਾਲ, ਨਾਮ ਦੇਵ ਔ ਫਰੀਦ ਰਾਮਾਨੰਦ ਜੂ ਨਿਹਾਰੀਏ। ਮਨ ਕੀਨੋ ਹੈ ਪਤੰਗ ਬੇਣੀ ਭਗਤ ਉਤੰਗ, ਸੂਰਦਾਸ ਕਾ ਪ੍ਰਸੰਗ ਸਭ ਜਗਤ ਉਜਾਰੀਏ। ਪੀਪਾ ਰਾਜ ਤਿਆਗ ਪਰਮਾਨੰਦ ਜਗੇ ਭਾਗ, ਹਰੀ ਪੂਰਨ ਮੇ ਰਾਗ ਗੁਰੂ ਗ੍ਰੰਥ ਮੇ ਲਿਖਾਰੀਏ। ਤੇ ਸਤਿਗੁਰਾਂ ਦੇ ਅੰਮ੍ਰਿਤ ਬਚਨ ਨੇ ਸਫਲ ਜਨਮ ਹਰ ਜਨ ਕਾ ਉਪਜਿਆ, ਜਿਨ ਕੀਨੋ ਸੌਤ ਵਿਧਾਤਾ। ਸਤਿਗੁਰੂ ਜੀ ਦੇ ਪਿਆਰਿਆਂ ਦਾ, ਹਰੀ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਜੀ ਦੇ ਭਗਤਾਂ ਦਾ ਜਨਮ ਲੈਣਾ ਵੀ ਸਫਲਾ ਹੈ, ਪ੍ਰਵਾਨ ਹੈ। ਜਿਨ੍ਹਾਂ ਨੇ ਪ੍ਰਮਾਤਮਾ ਜੀ ਦੇ ਸਪੁੱਤਰ ਬਣ ਕੇ ਤੇ ਪ੍ਰਮਾਤਮਾ ਨੂੰ ਸਪੁੱਤਰਾਂ ਵਾਲਾ ਕਰ ਦਿੱਤਾ। ਜਿਨ ਕੀਨੋ ਸੌਤ ਵਿਧਾਤਾ, ਪ੍ਰਮਾਤਮਾ ਨੂੰ ਵੀ ਸਪੁੱਤਰਾਂ ਵਾਲਾ ਕਰ ਦੇਣਾ ਕੀਤਾ ਹੈ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਆਸਾ ਰਾਗ ਦੇ ਅੰਦਰ ਪਾਵਨ ਫਰਮਾਨ ਕਰਦੇ ਨੇ ਕਿ ਜਿਸ ਵੇਲੇ ਗੋਬਿੰਦ ਜੀ ਦੇ ਨਾਮ ਦੇ ਅੰਦਰ ਭਗਤ ਨਾਮਦੇਵ ਸਾਹਿਬ ਜੀ ਦਾ ਮਨ ਲੀਨ ਹੋ ਗਿਆ ਨਾ, ਸੰਸਾਰ ਦੇ ਲੋਕ ਨੀਵੀਂ ਜਾਤ ਵਾਲਾ ਕਹਿੰਦੇ ਸਨ, ਸ਼ੀਂਬਾ ਕਹਿ ਕੇ ਬੁਲਾਉਂਦੇ ਸਨ। ਬ੍ਰਾਹਮਣ ਲੋਕ ਨੀਚਾ ਦਿਖਾਉਣ ਦਾ ਯਤਨ ਕਰਦੇ ਸਨ। ਮੰਦਰ ਦੇ ਸਾਹਮਣੇ ਬੈਠ ਕਰਕੇ ਆਰਤੀ ਤੱਕ ਨਹੀਂ ਸੀ ਪੜ੍ਹਨ ਦਿੱਤੀ, ਧੱਕੇ ਮਾਰ ਕਰਕੇ ਉਠਾਲ ਕਰਕੇ ਤੋਰ ਦੇਣਾ ਕੀਤਾ ਸੀ, ਭੇਜ ਦੇਣਾ ਕੀਤਾ ਸੀ। ਐਸੇ ਭਗਤ ਨਾਮਦੇਵ ਸਾਹਿਬ ਜੀ ਨੇ ਜਿਸ ਵੇਲੇ ਸ਼ਰਧਾ ਪਿਆਰ ਸਤਿਕਾਰ ਦੇ ਨਾਲ ਨਾਮ ਜਪਿਆ ਨਾ, ਤੇ ਦੁਨੀਆ ਦੇ ਅੰਦਰ ਜਿਸ ਦਾ ਮੁੱਲ ਅੱਧੀ ਕੌਡੀ ਸੀ, ਭਾਵ ਬੜਾ ਨਿਕੰਮਾ, ਕੋਈ ਇੱਜ਼ਤ ਵੀ ਨਹੀਂ ਸੀ ਦਿੰਦਾ, ਉਹ ਲੱਖਾਂ ਦਾ ਹੋ ਗਿਆ, ਉਹ ਸਨਮਾਨਯੋਗ ਹੋ ਗਿਆ, ਉਹ ਪੂਜਣਯੋਗ ਹੋ ਗਿਆ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਸ਼ਿਪਰੋ ਹੋਇਓ ਲਾਖੀਣਾ। ਅੱਧੀ ਕੌਡੀ ਦਾ ਬੰਦਾ ਲੱਖਾਂ ਦਾ ਹੋ ਗਿਆ। ਭਗਤ ਕਬੀਰ ਸਾਹਿਬ ਜੀ ਨੂੰ ਪੰਡਤ ਹਮੇਸ਼ਾ ਨੀਵਾਂ ਦਿਖਾਉਣ ਦਾ ਯਤਨ ਕਰਦੇ। ਨੀਵਾਂ ਦਿਖਾਉਣ ਦਾ ਯਤਨ ਹੀ ਨਹੀਂ ਸਨ ਕਰਦੇ, ਇੰਨੀ ਜ਼ਿਆਦਾ ਈਰਖਾ ਭਗਤ ਸਾਹਿਬ ਜੀ ਦੇ ਨਾਲ ਕੀਤੀ ਕਿ ਬਾਦਸ਼ਾਹ ਦੇ ਕੋਲ ਸ਼ਿਕਾਇਤ ਲਗਾ ਕਰਕੇ ਤੇ ਸਜ਼ਾਏ ਮੌਤ ਦਾ ਹੁਕਮ ਵੀ ਜਾਰੀ ਕਰਵਾ ਦਿੱਤਾ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਿਰਤ ਵਜੋਂ ਜੋ ਕੱਪੜੇ ਨੂੰ ਬੁਣਨ ਦਾ ਕਾਰਜ ਕਰਦੇ ਸਨ, ਪਰ ਸ਼ਰਧਾ ਭਾਵ ਦੇ ਨਾਲ ਨਾਮ ਜਪਦੇ ਸਨ। ਇੱਕ ਨਿਮਖ ਮਾਤਰ, ਇੱਕ ਸਵਾਸ ਮਾਤਰ ਵੀ ਨਾਮ ਕਦੇ ਤਿਨਾਂ ਨੇ ਵਿਸਾਰਿਆ ਨਹੀਂ, ਤੇ ਰਾਜੇ ਦੇ ਹੁਕਮ ਦੇ ਅਨੁਸਾਰ ਦਿੱਤੀ ਹੋਈ ਮੌਤ ਵੀ ਆਪ ਜੀ ਦਾ ਵਾਲ ਵਿੰਗਾ ਨਾ ਕਰ ਸਕੀ। ਤੇ ਆਪ ਜੀ ਨਾਮ ਨੂੰ ਜਪ ਕਰਕੇ ਅਥਾਹ ਗੁਣਾ ਦਾ ਸਾਗਰ ਹੋ ਗਏ। ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕੁਬੀਰਾ, ਨੀਚ ਕੁਲਾ ਜੋ ਲਾਹਰਾ ਭਇਓ ਗੁਨੀ ਗਹੀਰਾ। ਅਥਾਹ ਗੁਣਾ ਦਾ ਸਾਗਰ ਹੋ ਗਿਆ, ਜਿਨ੍ਹਾਂ ਨੂੰ ਨੀਵੀਂ ਕੁਲ ਵਾਲਾ ਜੁਲਾਹਾ ਆਖਿਆ ਜਾਂਦਾ ਸੀ। ਭਗਤ ਰਵਿਦਾਸ ਜੀ ਬਾਪ ਦਾਦੇ ਪੜਦਾਦੇ ਤੋਂ ਲੈ ਕਰਕੇ ਪਿਤਾ ਪੁਰਖੀ ਕੰਮ ਹੀ ਇਹ ਸੀ, ਮਰੇ ਹੋਏ ਪਸ਼ੂਆਂ ਨੂੰ ਚੁੱਕ ਕੇ ਲੈ ਜਾਣਾ, ਤਿੰਨਾਂ ਦੀ ਖੱਲ ਉਤਾਰਨੀ, ਉਸ ਖੱਲ ਨੂੰ ਤੇ ਬਾਅਦ ਦੇ ਵਿੱਚ ਹੱਡਾਂ ਨੂੰ ਜਾ ਕਰਕੇ ਬਾਜ਼ਾਰ ਦੇ ਵਿੱਚ ਵੇਚ ਕਰਕੇ ਉਸ ਦੇ ਨਾਲ ਆਪਣੀ ਉਪਜੀਵਕਾ ਚਲਾਉਣੀ। ਚਮੜੇ ਦੇ ਜੋੜੇ ਸਿਉਂ ਕਰਕੇ ਆਪਣੀ ਉਪਜੀਵਕਾ ਚਲਾਉਣੀ। ਪਰ ਜਿਸ ਵੇਲੇ ਆਪ ਜੀ ਨੇ ਨਾਮ ਨੂੰ ਜਪਣਾ ਕੀਤਾ ਤੇ ਘਰ ਘਰ ਆਪ ਜੀ ਦੇ ਨਾਮ ਨੂੰ ਸੁਣਿਆ ਗਿਆ ਕਿ ਭਗਤ ਰਵਿਦਾਸ ਜੀ ਵੱਡੇ ਭਗਤ ਹੋਏ ਨੇ। ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ। ਸਾਧ ਸੰਗਤ ਕਰਨੇ ਦੇ ਨਾਲ ਦੁਨੀਆ ਦੇ ਅੰਦਰ ਭਗਤ ਉਜਾਗਰ ਹੋਏ ਤੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਪ੍ਰਤੱਖ ਦਰਸ਼ਨ ਪਾਵਨਾ ਕੀਤਾ ਹੈ। ਭਗਤ ਸੈਨ ਜੀ ਜਿਨ੍ਹਾਂ ਨੂੰ ਜਾਤੀ ਕਰਕੇ ਨਾਈ ਆਖਿਆ ਜਾਂਦਾ ਹੈ, ਤੇ ਜਿਨ੍ਹਾਂ ਦਾ ਕੰਮ ਸੀ ਮੁੱਠੀ ਚਾਪੀ ਕਰਨੀ, ਲੋਕਾਂ ਦੇ ਛੋਟੇ ਮੋਟੇ ਕੰਮਕਾਜ ਕਰਨੇ। ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਨਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮਹਿ ਗਨਿਆ। ਬੰਦਗੀ ਕਰਦਿਆਂ ਹਿਰਦੇ ਦੇ ਅੰਦਰ ਪਰਮਾਤਮਾ ਜੀ ਵਸ ਗਏ ਤੇ ਭਗਤਾਂ ਦੇ ਵਿੱਚ ਗਿਣਿਆ ਗਿਆ। ਤੇ ਜਿਸ ਵੇਲੇ ਭਗਤ ਧੰਨਾ ਸਾਹਿਬ ਜੀ ਨੇ ਸੁਣਿਆ ਕਿ ਨਾਮਦੇਵ ਜੀ ਨੂੰ ਲੋਕ ਸਨਮਾਨ ਨਹੀਂ ਸਨ ਦਿੰਦੇ, ਪਰ ਜਿਸ ਵੇਲੇ ਨਾਮ ਜਪਣਾ ਕੀਤਾ ਤੇ ਪੂਜੇ ਗਏ, ਮੱਥੇ ਟਿਕ ਗਏ, ਦੁਨੀਆ ਝੁਕ ਗਈ, ਨਮਸਕਾਰਾਂ ਕਰਨ ਲੱਗੀ। ਭਗਤ ਰਵਿਦਾਸ ਸਾਹਿਬ ਜੀ ਜਿਨ੍ਹਾਂ ਨੂੰ ਸਦਾ ਸ਼ੂਦਰ ਕਹਿ ਕਰਕੇ ਭੰਡਿਆ ਜਾਂਦਾ ਸੀ, ਆਚਾਰ ਸਹਿਤ ਆਚਾਰ ਦੇ ਨਾਲ ਪੂਰਨ ਮਰਿਆਦਾ ਦੇ ਨਾਲ ਪੰਡਤ ਕਰਹਿ ਡੰਡਾਉਤ, ਪੰਡਤ ਵੀ ਬ੍ਰਾਹਮਣ ਵੀ ਹੁਣ ਨਮਸਕਾਰਾਂ ਕਰਦੇ ਨੇ, ਡੰਡੌਤਾ ਕੱਢਦੇ ਨੇ, ਮੱਥੇ ਟੇਕਦੇ ਨੇ। ਜਿਸ ਵੇਲੇ ਭਗਤ ਧੰਨਾ ਜੀ ਨੇ ਸੁਣਿਆ ਕਿ ਭਗਤ ਕਬੀਰ ਜੀ ਜਿਨ੍ਹਾਂ ਨੂੰ ਭੰਡਣ ਦਾ ਬ੍ਰਾਹਮਣਾਂ ਨੇ ਕਦੇ ਵੀ
ਕੋਈ ਮੌਕਾ ਜਾਣ ਨਾ ਦਿੱਤਾ ਤੇ ਸਜ਼ਾਏ ਮੌਤ ਤੱਕ ਦਾ ਫਤਵਾ ਜਾਰੀ ਕਰਾ ਦਿੱਤਾ ਸੀ। ਉਹਨਾਂ ਦਾ ਸੰਸਾਰ ਸਾਰੇ ਦੇ ਅੰਦਰ ਜਸ ਫੈਲਿਆ ਹੋਇਆ ਹੈ ਤੇ ਅੱਜ ਰਾਜੇ ਵੀ ਨਮਸਕਾਰਾਂ ਕਰਦੇ ਤੇ ਗੁਰੂ ਦੀਖਿਆ ਲੈਂਦੇ ਨੇ। ਜਿਸ ਵੇਲੇ ਸੁਣਨਾ ਕੀਤਾ ਹੈ ਕਿ ਸੈਣ ਭਗਤ ਜੀ ਜਿਹੜੇ ਰਾਜੇ ਦੀ ਮੁੱਠੀ ਚਾਪੀ ਕਰਦੇ ਸੀ, ਵਾਹਿਗੁਰੂ ਜੀ ਦਾ ਨਾਮ ਜਪਣੇ ਕਰਕੇ ਐਸਾ ਪ੍ਰਤਾਪ ਹੋਇਆ ਕਿ ਰਾਜੇ ਨੇ ਆਪਣਾ ਪੁਸ਼ਾਕਾ ਹੀ ਖੋਲ ਕਰਕੇ ਲਾਹ ਕਰਕੇ ਸੈਣ ਜੀ ਨੂੰ ਪਹਿਨਾ ਦਿੱਤਾ ਤੇ ਅੱਜ ਸਾਰੀ ਦੁਨੀਆ ਭਗਤ ਮੰਨਦੀ ਏ। ਮਨ ਦੇ ਅੰਦਰ ਭਗਤੀ ਕਰਨੇ ਦਾ ਬੜਾ ਉਤਸ਼ਾਹ ਆਇਆ ਹੈ, ਬੜਾ ਉਮਾਹ ਆਇਆ ਹੈ, ਬੜਾ ਚਾਉ ਚੜਿਆ ਹੈ। ਤੇ ਸਤਿਗੁਰੂ ਜੀ ਉਚਾਰਨਾ ਕਰਦੇ ਨੇ, ਇਹ ਬਿੱਧ ਸੁਣ ਕੇ ਜਟਰੋ ਉਠ ਭਗਤੀ ਲਾਗਾ। ਇਹਨਾਂ ਸਾਰਿਆਂ ਦੀਆਂ ਗਾਥਾਵਾਂ ਨੂੰ ਸੁਣ ਕਰਕੇ, ਸਾਰਿਆਂ ਦੀਆਂ ਸਾਖੀਆਂ ਨੂੰ ਸੁਣ ਕਰਕੇ ਤੇ ਧੰਨਾ ਭਗਤ ਜੀ ਭਗਤੀ ਕਰਨ ਦੇ ਵਿੱਚ ਲੱਗ ਗਏ ਨੇ। ਤੇ ਪ੍ਰਤਾਪ ਇਹ ਹੋਇਆ, ਮਿਲੇ ਪ੍ਰਤੱਖ ਗਸਾਈਆਂ ਧੰਨਾ ਵੱਡ ਭਾਗਾ। ਵੱਡਿਆਂ ਭਾਗਾਂ ਵਾਲੇ ਭਗਤ ਧੰਨਾ ਜੀ ਨੂੰ ਗੋ ਨਾਮ ਪ੍ਰਿਥਵੀ ਦਾ ਹੈ, ਸਾਈ ਨਾਮ ਮਾਲਕ ਦਾ ਹੈ। ਸਾਰੀ ਪ੍ਰਿਥਵੀ ਦਾ ਮਾਲਕ, ਖੰਡਾ ਬ੍ਰਹਮੰਡਾਂ ਦੇ ਮਾਲਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਪ੍ਰਤੱਖ ਮਿਲੇ ਨੇ। ਪ੍ਰਤੱਖ ਤੇ ਪ੍ਰਤੱਖ ਮਿਲਣੇ ਦਾ ਸਬਬ ਕਿਵੇਂ ਬਣਿਆ ਹੈ? ਮਨ ਦੇ ਵਿੱਚ ਉਤਸ਼ਾਹ ਤੇ ਆਇਆ ਹੈ ਇਹਨਾਂ ਭਗਤਾਂ ਦੀਆਂ ਸਾਖੀਆਂ ਸਰਵਣ ਕਰਕੇ, ਪਰ ਜਪਣੇ ਦਾ ਸਬਬ ਕਿਵੇਂ ਬਣਿਆ ਹੈ? ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਗਿਆਨ ਰਤਨਾਵਲੀ ਵਾਰ ਦੇ ਅੰਦਰ ਇੱਕ ਪੂਰੀ ਦੀ ਪੂਰੀ ਜਿਹੜੀ ਪੌੜੀ ਹੈ ਭਗਤ ਧੰਨਾ ਸਾਹਿਬ ਜੀ ਦੇ ਪਰਥਾਏ ਲਿਖਣਾ ਕਰਦੇ ਨੇ ਕਿ ਭਗਤ ਧੰਨਾ ਸਾਹਿਬ ਜੀ ਗਊਆਂ ਚਾਰਨ ਵਾਸਤੇ ਜਾਇਆ ਕਰਦੇ ਸਨ, ਆਪਣੇ ਪਸ਼ੂਆਂ ਨੂੰ ਚਾਰਨ ਵਾਸਤੇ ਜਾਇਆ ਕਰਦੇ ਸਨ। ਤੇ ਕੀ ਦੇਖਣਾ, ਠਾਕੁਰ ਦੁਆਰੇ ਤੇ ਇੱਕ ਬ੍ਰਾਹਮਣ ਜੀ ਨੇ, ਪੰਡਤ ਜੀ ਨੇ ਤਰ੍ਹਾਂ ਤਰ੍ਹਾਂ ਦੇ ਛੋਟੇ ਵੱਡੇ ਚਿੱਟੇ ਕਾਲੇ ਪੱਥਰ ਰੱਖੇ ਨੇ ਤੇ ਰੋਜ਼ ਉਹਨਾਂ ਨੂੰ ਇਸ਼ਨਾਨ ਕਰਾਉਂਦੇ ਨੇ। ਉਹਨਾਂ ਦਾ ਧੂਪ ਦੀਪ ਦੇ ਨਾਲ ਪੂਜਨ ਕਰਦੇ ਨੇ, ਫੁੱਲ ਚੜਾਉਂਦੇ ਨੇ। ਭਗਤ ਸਾਹਿਬ ਜੀ ਗਊਆਂ ਲੈ ਕਰਕੇ ਇੱਕ ਦਿਨ ਕੋਲ ਦੀ ਲੰਘ ਗਏ, ਸਾਰੀ ਕਿਰਿਆ ਨੂੰ ਦੇਖਿਆ। ਦੂਸਰੇ ਦਿਨ, ਤੀਸਰੇ ਦਿਨ, ਕਈ ਦਿਨ ਜਦੋਂ ਐਵੇਂ ਬਤੀਤ ਹੋ ਗਏ ਨਾ ਤੇ ਮਨ ਦੇ ਵਿੱਚ ਫੁਰਨਾ ਫੁਰਿਆ, ਕੋਈ ਤੇ ਐਸਾ ਕਾਰਜ ਹੋਵੇਗਾ, ਕੋਈ ਤੇ ਐਸਾ ਮਨੋਰਥ ਸਿੱਧ ਹੁੰਦਾ ਹੋਵੇਗਾ ਨਾ ਕਿ ਇਹ ਪੰਡਤ ਜੀ ਹਰ ਰੋਜ਼ ਇੱਥੇ ਪੱਥਰਾਂ ਨੂੰ ਧੋਣ ਵਿੱਚ ਲੱਗੇ ਨੇ, ਨਵਾਉਣ ਵਿੱਚ ਲੱਗੇ ਨੇ, ਉਹਨਾਂ ਨੂੰ ਭੋਗ ਲਵਾ ਰਹੇ ਨੇ, ਆਰਤੀ ਕਰ ਰਹੇ ਨੇ, ਫੁੱਲ ਅਰਪਣ ਕਰ ਰਹੇ ਨੇ। ਕੋਈ ਤੇ ਪ੍ਰਯੋਜਨ ਸਿੱਧ ਹੁੰਦਾ ਹੀ ਹੋਵੇਗਾ ਨਾ। ਐਵੇਂ ਤੇ ਇਤਨਾ ਸਮਾਂ ਪੰਡਤ ਜੀ ਰੋਜ਼ ਬਤੀਤ ਨਹੀਂ ਨਾ ਕਰਦੇ ਪੱਥਰਾਂ ਦੇ ਨਾਲ। ਤੇ ਭਾਈ ਸਾਹਿਬ ਜੀ ਲਿਖਣਾ ਕਰਦੇ ਨੇ, ਬ੍ਰਾਹਮਣ ਪੂਜੇ ਦੇਵਤੇ ਧੰਨਾ ਗਊ ਚਰਾਵਣ ਜਾਵੇ। ਗਊਆਂ ਨੂੰ ਚਰਾਵਣ ਵਾਸਤੇ ਜਾਂਦੇ ਨੇ ਤੇ ਭਗਤ ਧੰਨਾ ਜੀ ਨੇ ਫਿਰ ਇੱਕ ਦਿਨ ਪੁੱਛ ਹੀ ਲਿਆ। ਕਹਿਣ ਲੱਗੇ, ਹੈ ਪੰਡਤ ਜੀ ਮਹਾਰਾਜ, ਇਹ ਰੋਜ਼ ਜਿਹੜੀ ਕਿਰਿਆ ਕਰਦੇ ਹੋ, ਕੰਮ ਕਰਦੇ ਹੋ, ਕਾਰਜ ਕਰਦੇ ਹੋ, ਇਹ ਤੁਸੀਂ ਕੀ ਕਰਦੇ ਹੋ? ਤੇ ਪੰਡਤ ਜੀ ਨੇ ਕਹਿਣਾ ਕੀਤਾ, ਧੰਨਿਆ ਮੈਂ ਠਾਕੁਰਾਂ ਦੀ ਪੂਜਾ ਕਰਦਾ ਹਾਂ। ਇਹ ਠਾਕੁਰ ਜੀ ਨੇ। ਕਹਿਣ ਲੱਗਾ, ਜੀ ਇਹ ਤੇ ਪੱਥਰ ਨੇ ਕਾਲੇ ਚਿੱਟੇ। ਪੰਡਤ ਜੀ ਕਹਿਣ ਲੱਗੇ, ਨਾ ਧੰਨਿਆ ਏਦਾਂ ਨਹੀਂ ਬੋਲੀਦਾ, ਇਹ ਭਗਵਾਨ ਜੀ ਨੇ, ਭਗਵਾਨ ਜੀ। ਮੈਂ ਇਹਨਾਂ ਨੂੰ ਭੋਗ ਲਵਾਉਂਦਾ ਹਾਂ। ਤੇ ਪੁੱਛਿਆ ਪੰਡਤ ਜੀ, ਇਹਨਾਂ ਦੀ ਸੇਵਾ ਦਾ ਫਲ ਕੀ ਮਿਲਦਾ? ਕੋਈ ਕੰਮ ਵੀ ਕਰਦੇ ਨੇ? ਤੇ ਕਹਿਣ ਲੱਗਾ, ਠਾਕੁਰ ਦੀ ਪੂਜਾ ਕਰੈ ਜੋ ਇਛੇ ਸੋਈ ਫਲ ਪਾਵੈ। ਠਾਕੁਰ ਦੀ ਪੂਜਾ ਕਰੀਏ, ਭਗਵਾਨ ਦੀ ਪੂਜਾ ਕਰੀਏ ਨਾ, ਤੇ ਜਿਹੜੀ ਵੀ ਮਨ ਦੇ ਅੰਦਰ ਇੱਛਾ ਧਾਰਨ ਕਰ ਲਈਏ ਉਹ ਫਲ ਮਿਲ ਜਾਂਦਾ, ਉਹ ਸੁੱਖ ਮਿਲ ਜਾਂਦਾ, ਉਹ ਕੰਮ ਸਿਰੇ ਚੜ ਜਾਂਦਾ। ਤੇ ਭਗਤ ਧੰਨਾ ਜੀ ਧੰਨਾ ਕਰਦਾ ਜੋਦੜੀ ਮੈਂ ਭੇਦੇ ਇੱਕ ਜੇ ਤੋਂ ਦਭਾਵੈ। ਕਹਿਣ ਲੱਗੇ, ਮੈਂ ਕੱਲਾ ਹੀ ਆ, ਗਊਆਂ ਵੀ ਮੈਂ ਆਪੇ ਹੀ ਚਾਰਦਾ, ਬਲਦ ਵੀ ਆਪੇ ਹਿੱਕਦਾ, ਖੇਤ ਵੀ ਆਪੇ ਵਾਹੁੰਦਾ, ਖੂਹ ਵੀ ਆਪੇ ਹੀ ਗੇੜਦਾ, ਨੱਕੇ ਵੀ ਆਪੇ ਮੋੜਦਾ। ਮੈਨੂੰ ਕੱਲੇ ਨੂੰ ਕੰਮ ਬੜੇ ਨੇ। ਤੇ ਜੇ ਭਗਵਾਨ ਜੀ ਸੱਚਮੁੱਚ ਹੀ ਕਾਰਜ ਸਵਾਰਦੇ ਤੇ ਫਿਰ ਤੇਰੇ ਕੋਲ ਇੰਨੇ ਨੇ, ਇੱਕ ਭਗਵਾਨ ਮੈਨੂੰ ਵੀ ਦੇ ਦੇ, ਮੇਰੇ ਵੀ ਕਾਰਜ ਸਵਰ ਜਾਣ। ਹੁਣ ਪੰਡਤ ਜੀ ਅੜ ਗਏ। ਕਹਿਣ ਲੱਗੇ, ਨਹੀਂ ਜੀ, ਤੈਨੂੰ ਤੇ ਪੂਜਾ ਕਰਨ ਦਾ ਹੱਕ ਨਹੀਂ। ਤੂੰ ਵੈਸ਼ ਹੈ, ਜੱਟ ਬਰਾਦਰੀ ਹੈ ਤੇਰੀ। ਤੁਸੀਂ ਹਲ ਵਾਹੁੰਦੇ, ਕਈਆਂ ਰੰਬਿਆਂ ਦੇ ਨਾਲ ਗੋਡੀਆਂ ਕਰਦੇ ਤੇ ਕਿਆਰੇ ਮੋੜਦੇ ਚੰਗੇ ਲੱਗਦੇ ਹੋ। ਇਹ ਪੂਜਾ ਕਰਨੀ ਤੁਹਾਡਾ ਕੰਮ ਨਹੀਂ। ਸ਼ਾਸਤਰ ਮਰਿਆਦਾ ਦੇ ਅਨੁਸਾਰ ਪੂਜਾ ਅਰਚਨਾ ਕੇਵਲ ਤਾਂ ਕੇਵਲ ਬ੍ਰਾਹਮਣ ਕਰ ਸਕਦਾ ਹੈ, ਕੋਈ ਜੱਟ ਨਹੀਂ, ਕੋਈ ਵੈਸ਼ ਨਹੀਂ। ਤੇ ਇਸ ਵੇਲੇ ਭਗਤ ਧੰਨਾ ਜੀ ਭੋਲੇ ਭਾ ਕਹਿੰਦੇ ਨੇ, ਫਿਰ ਸਾਰਿਆਂ ਨੂੰ ਪੈਦਾ ਕਿਸ ਨੇ ਕੀਤਾ ਹੈ? ਕਹਿੰਦੇ ਜੀ ਭਗਵਾਨ ਨੇ। ਤੇ ਭਗਤ ਧੰਨਾ ਜੀ ਕਹਿਣ ਲੱਗੇ, ਜਦੋਂ ਸਾਰਿਆਂ ਨੂੰ ਪੈਦਾ ਭਗਵਾਨ ਨੇ ਕੀਤਾ, ਫਿਰ ਸਾਰਿਆਂ ਨੂੰ ਪੂਜਣ ਦਾ ਹੱਕ ਕਿਉਂ ਨਹੀਂ? ਜੇ ਤੇ ਤੁਹਾਨੂੰ ਪੈਦਾ ਕੀਤਾ ਭਗਵਾਨ ਨੇ ਤੇ ਸਾਨੂੰ ਕਿਸੇ ਹੋਰ ਨੇ, ਫਿਰ ਤੇ ਸਾਨੂੰ ਹੱਕ ਨਹੀਂ। ਪੰਡਤ ਜੀ ਜਾ ਤੇ ਕਹਿ ਦਿਓ, ਸਾਨੂੰ ਰੱਬ ਨੇ ਪੈਦਾ ਨਹੀਂ ਕੀਤਾ। ਕਹਿਣ ਲੱਗਾ, ਏਦਾਂ ਤੇ ਮੈਂ ਕਹਿ ਨਹੀਂ ਸਕਦਾ, ਪੈਦਾ ਤੇ ਸਭਨਾਂ ਨੂੰ ਰੱਬ ਨੇ ਹੀ ਕੀਤਾ।
ਤੇ ਭਗਤ ਧੰਨਾ ਜੀ ਕਹਿਣ ਲੱਗੇ ਜੇ ਸਾਰਿਆਂ ਨੂੰ ਰੱਬ ਨੇ ਪੈਦਾ ਕੀਤਾ ਤੇ ਫਿਰ ਸਾਰਿਆਂ ਨੂੰ ਰੱਬ ਨੂੰ ਮੰਨਣ ਦਾ ਹੁਕਮ ਵੀ ਹੋਣਾ ਚਾਹੀਦਾ ਹੈ, ਹੱਕ ਵੀ ਹੋਣਾ ਚਾਹੀਦਾ ਹੈ। ਤੂੰ ਕਿਰਪਾ ਕਰ ਪੰਡਤ, ਜਿਹੜੀ ਗੁਰੂ ਦਕਸ਼ਨਾ ਲੈਣੀ ਹੈ ਲੈ ਲਾ, ਜਿਹੜੀ ਭੇਟਾ ਲੈਣੀ ਹੈ ਲੈ ਲਾ, ਜਿਹੜਾ ਧਨ ਲੈਣਾ ਮੇਰੇ ਕੋਲੋਂ ਲੈ ਲਾ, ਪਰ ਮੈਨੂੰ ਭਗਵਾਨ ਜ਼ਰੂਰ ਚਾਹੀਦਾ ਹੈ। ਜਿਹੜਾ ਭਗਵਾਨ ਸਾਰੇ ਕਾਰਜ ਸਵਾਰ ਦਿੰਦਾ ਹੋਵੇ, ਜਿਹੜਾ ਭਗਵਾਨ ਸਾਰੇ ਮਨ ਇਸ਼ਤ ਫਲ ਦੇਣੇ ਵਾਲਾ ਹੋਵੇ, ਐਸੇ ਭਗਵਾਨ ਨੂੰ ਤੇ ਹਰ ਕੀਮਤ ਤੇ ਮੈਂ ਪ੍ਰਾਪਤ ਕਰਕੇ ਰਵਾਂਗਾ। ਪੰਡਤ ਸੀ ਲਾਲਚੀ, ਮਨ ਵਿੱਚ ਲਾਲਚ ਆ ਗਿਆ। ਇਹ ਤੇ ਸਿੱਧਾ ਸਾਦਾ ਜਾਂ ਟਾਪੇ ਫਸ ਗਿਆ, ਕਹਿੰਦਾ ਹਰ ਕੀਮਤ ਤੇ ਪ੍ਰਾਪਤ ਕਰਾਂਗਾ। ਕਹਿਣ ਲੱਗਾ ਧੰਨਿਆ, ਜੇ ਠਾਕੁਰ ਜੀ ਨੂੰ ਪ੍ਰਾਪਤ ਕਰਨਾ ਤੇ ਫਿਰ ਮੁੱਲ ਦੇਣਾ ਪਵੇਗਾ। ਧੰਨਾ ਜੀ ਨੇ ਹੱਥ ਜੋੜ ਲਏ, ਪੰਡਤ ਜੀ ਕੀ ਮੁੱਲ ਲਵੋਗੇ? ਕਹਿਣ ਲੱਗਾ ਇੱਕ ਲਵੇਰੀ ਗਊ ਮੈਨੂੰ ਦੁੱਧ ਪੀਣ ਵਾਸਤੇ ਦੇ ਦੇ, ਮੈਂ ਤੈਨੂੰ ਠਾਕੁਰ ਦੇ ਦੇਣਾ, ਭਗਵਾਨ ਦੇ ਦੇਣਾ। ਤੇ ਭਗਤ ਧੰਨਾ ਜੀ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਕਿੱਡੀ ਕੁ ਵੱਡੀ ਗੱਲ ਹੈ, ਇੰਨੀਆਂ ਗਊਆਂ ਮੇਰੇ ਕੋਲ ਨੇ, ਇੱਕ ਤੂੰ ਵੀ ਲੈ ਲੈ। ਜਿੱਥੇ ਅਸੀਂ ਦੁੱਧ ਛਕਦੇ ਆ ਤੂੰ ਵੀ ਛਕੀ ਜਾ, ਪਰ ਮੈਨੂੰ ਠਾਕੁਰ ਜ਼ਰੂਰ ਦੇ, ਮੈਨੂੰ ਭਗਵਾਨ ਜ਼ਰੂਰ ਚਾਹੀਦਾ। ਤੇ ਇਸ ਵੇਲੇ ਪੰਡਤ ਜੀ ਨੇ ਲਵੇਰੀ ਗਊ ਲੈ ਲਈ ਹੈ। ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੈ। ਇੱਕ ਮਾੜੇ ਜਿਹੇ ਕੱਪੜੇ ਦੇ ਵਿੱਚ ਕਾਲਾ ਜਿਹਾ ਪੱਥਰ, ਜਿਸ ਨੂੰ ਸਾਲਗ੍ਰਾਮ ਕਹਿੰਦਾ ਸੀ, ਲਪੇਟ ਕਰਕੇ ਦੇ ਦਿੱਤਾ ਹੈ। ਕਹਿਣ ਲੱਗਾ ਇਹ ਠਾਕੁਰ ਜੀ ਨੇ, ਆਪਣੇ ਘਰ ਲੈ ਜਾ। ਤੇ ਭਗਤ ਧੰਨਾ ਜੀ ਕਹਿਣ ਲੱਗੇ ਮੈਨੂੰ ਤੇ ਪੂਜਣਾ ਨਹੀਂ ਆਉਂਦਾ, ਪੂਜਾਂਗਾ ਕਿਵੇਂ? ਪੰਡਤ ਜੀ ਦੱਸਦੇ ਨੇ ਸਵੇਰੇ ਉੱਠ ਕਰਕੇ ਪਹਿਲਾਂ ਆਪ ਇਸ਼ਨਾਨ ਕਰਨਾ ਹੈ, ਫਿਰ ਠਾਕੁਰ ਜੀ ਦਾ ਇਸ਼ਨਾਨ ਕਰਵਾਉਣਾ ਹੈ, ਫਿਰ ਠਾਕੁਰ ਜੀ ਦੀ ਪੂਜਾ ਕਰਨੀ ਹੈ, ਫੁੱਲ ਅਰਪਣ ਕਰਨੇ ਨੇ, ਸੁਗੰਧੀਆਂ ਜਿਹੜੀਆਂ ਧਖਾਉਣੀਆਂ ਨੇ, ਤੇ ਇਸੇ ਪ੍ਰਕਾਰ ਉਪਰੰਤ ਫਿਰ ਭੋਜਨ ਤਿਆਰ ਕਰਕੇ ਤੇ ਠਾਕੁਰ ਜੀ ਨੂੰ ਭੋਗ ਲਵਾਉਣਾ ਹੈ। ਹੁਣ ਭਗਤ ਧੰਨਾ ਜੀ ਗਊ ਦੇ ਕਰਕੇ ਬ੍ਰਾਹਮਣ ਨੂੰ ਘਰ ਆ ਗਏ ਨੇ। ਅੱਜ ਬਾਹਮਣ ਬੜਾ ਗਊ ਕੇ ਸਿੱਧਾ ਸਾਦਾ ਜੱਟ ਫਸ ਗਿਆ, ਮੈਨੂੰ ਲਵੇਰੀ ਗਊ ਮਿਲ ਗਈ ਏ। ਤੇ ਭਗਤ ਧੰਨਾ ਜੀ ਬੜੇ ਪ੍ਰਸੰਨ ਨੇ, ਪੰਡਿਤ ਕਿੰਨਾ ਭੋਲਾ, ਇੱਕ ਗਊ ਦੇ ਬਦਲੇ ਭਗਵਾਨ ਦੇ ਦਿੱਤਾ। ਭਗਵਾਨ ਦਾ ਮੁੱਲ ਕੀ ਇੱਕ ਗਊ ਹੀ ਹੋ ਸਕਦਾ? ਮੈਨੂੰ ਤੇ ਬੜਾ ਮੁਨਾਫੇ ਵਾਲਾ ਸੌਦਾ ਪ੍ਰਾਪਤ ਹੋ ਗਿਆ, ਭਗਵਾਨ ਜੀ ਮਿਲ ਗਏ, ਜਿਹੜੇ ਭਗਵਾਨ ਜੀ ਕੁੱਲ ਸ੍ਰਿਸ਼ਟੀ ਦੇ ਕਰਤਾ ਨੇ, ਸਾਰਿਆਂ ਦੇ ਕਾਰਜ ਸਵਾਰਨ ਵਾਲੇ, ਮੈਨੂੰ ਇੱਕ ਗਊ ਦੇ ਬਦਲੇ ਹੀ ਮਿਲ ਗਏ। ਭਗਤ ਧੰਨਾ ਜੀ ਬੜੇ ਪ੍ਰਸੰਨ ਨੇ, ਚਾਦਰ ਦੇ ਵਿੱਚ ਲਪੇਟਿਆ ਸਾਲਗ੍ਰਾਮ ਨੂੰ, ਘਰ ਦੇ ਵਿੱਚ ਪੱਥਰ ਨੂੰ ਲੈ ਕਰਕੇ ਆਏ ਨੇ। ਤੇ ਇਸ ਵੇਲੇ ਕਾਲੀ ਦੇ ਨਾਲ ਕਾਰੀਗਰ ਦੇ ਕੋਲ ਗਏ ਨੇ, ਇੱਕ ਸੋਹਣੀ ਚੌਂਕੀ ਬਣਾ ਕਰਕੇ ਲਿਆਂਦੀ ਹੈ। ਤੇ ਘਰ ਦੇ ਵਿੱਚ ਚੌਂਕੀ ਦੇ ਉੱਪਰ ਆ ਕਰਕੇ ਉਸ ਪੱਥਰ ਨੂੰ, ਜਿਸ ਨੂੰ ਪੰਡਤ ਜੀ ਠਾਕੁਰ ਕਹਿੰਦੇ ਸਨ, ਉੱਪਰ ਰੱਖ ਦਿੱਤਾ। ਹੁਣ ਮਨ ਦੇ ਵਿੱਚ ਚਾਓ ਬੜਾ, ਮੈਨੂੰ ਭਗਵਾਨ ਮਿਲ ਗਿਆ, ਮੇਰੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਣੀਆਂ। ਮੈਂ ਇਕੱਲਾ ਹੀ ਖੇਤਾਂ ਵਿੱਚ ਖਪਦਾ ਰਹਿੰਦਾ ਸੀ, ਕੰਮ ਕਰਦਾ ਸੀ, ਹੁਣ ਭਗਵਾਨ ਜੀ ਮੇਰੇ ਨਾਲ ਕੰਮ ਕਰਾਉਣਗੇ। ਖੁਸ਼ੀ ਦੇ ਵਿੱਚ ਨੀਂਦ ਨਹੀਂ ਆਉਂਦੀ ਕਿ ਸਵੇਰੇ ਭਗਵਾਨ ਜੀ ਨੂੰ ਮੈਂ ਭੋਗ ਲਵਾਉਣਾ ਹੈ, ਪ੍ਰਸ਼ਾਦਾ ਛਕਾਉਣਾ ਹੈ, ਤੇ ਭਗਵਾਨ ਜੀ ਜਦੋਂ ਪ੍ਰਗਟ ਹੋ ਕਰਕੇ ਪ੍ਰਸ਼ਾਦਾ ਛਕਣਗੇ ਮੈਂ ਮੰਗਣਾ ਕੀ ਹੈ। ਤੇ ਇਸ ਵੇਲੇ ਆਪਣੇ ਮਨ ਦੇ ਵਿੱਚ ਚਿਤਵਨੀਆਂ ਨੂੰ ਚਿਤਵਦਾ ਹੈ ਭਗਤ ਧੰਨਾ ਸਾਹਿਬ ਜੀ ਕਿ ਮੈਂ ਭਗਵਾਨ ਜੀ ਨੂੰ ਕਿਆ ਕਰਨਾ, ਭਗਵਾਨ ਜੀ ਮੈਂ ਇਕੱਲਾ ਹਾਂ, ਮੇਰੇ ਨਾਲ ਖੇਤਾਂ ਵਿੱਚ ਕੰਮ ਕਰਾਇਆ ਕਰੋ। ਭਗਵਾਨ ਜੀ ਤੁਸੀਂ ਖੂਹ ਹਿੱਕਿਆ ਕਰੋ, ਬਲਦ ਹਿੱਕਿਆ ਕਰੋ, ਖੂਹ ਚਲਾਇਆ ਕਰੋ, ਮੈਂ ਕਿਆਰੇ ਮੋੜਲੇ ਕਰਾਂਗਾ, ਐਵੇਂ ਵੰਡ ਕੇ ਕੰਮ ਕਰ ਲਿਆ ਕਰਾਂਗੇ। ਹੁਣ ਤਾਂ ਭਗਵਾਨ ਜੀ ਸਾਡੇ ਘਰੇ ਹੀ ਨੇ, ਕੋਲੇ ਹੀ ਨੇ, ਇਕੱਠੇ ਰਿਹਾ ਕਰਾਂਗੇ, ਮਿਲ ਕੇ ਕੰਮ ਕਰਿਆ ਕਰਾਂਗੇ। ਮਨ ਵਿੱਚ ਸੋਚਦਾ ਭਗਵਾਨ ਜੀ ਨੂੰ ਭੋਗ ਕੀ ਲਵਾਵਾਂ, ਛਕਾਵਾਂਗਾ ਕੀ? ਸੋਚਿਆ ਮੇਰੇ ਘਰ ਦੇ ਵਿੱਚ ਤਾਂ ਚੰਗੀ ਚੀਜ਼ ਦੁੱਧ ਹੀ ਹੈ, ਇਸ ਪ੍ਰਕਾਰ ਠਾਕੁਰ ਜੀ ਨੂੰ ਮੈਂ ਦੁੱਧ ਦੇ ਪਦਾਰਥ ਛਕਾਵਾਂਗਾ। ਸਾਰੀ ਰਾਤ ਖੁਸ਼ੀ ਦੇ ਨਾਲ ਨੀਂਦ ਨਾ ਆਈ। ਅੰਮ੍ਰਿਤ ਵੇਲਾ ਹੋਇਆ, ਕੁੱਕੜ ਨੇ ਬਾਂਗ ਦਿੱਤੀ ਹੈ, ਕੰਨਾਂ 'ਚ ਸਰੋਤ ਪਈ ਹੈ। ਉੱਠੇ ਨੇ ਭਗਤ ਧੰਨਾ ਜੀ, ਉੱਠ ਕਰਕੇ ਆਪਣਾ ਇਸ਼ਨਾਨ ਪਹਿਲਾਂ ਤਨ ਦਾ ਕੀਤਾ ਹੈ, ਉਪਰੰਤ ਸੁੱਚਾ ਜਲ ਲੈ ਕਰਕੇ ਫਿਰ ਠਾਕੁਰ ਜੀ ਦਾ ਤੇ ਇਸ ਪੱਥਰ ਦਾ ਇਸ਼ਨਾਨ ਕਰਵਾਇਆ। ਫਿਰ ਫੁੱਲ ਅਰਪਣ ਕੀਤੇ ਨੇ, ਸੁਗੰਧੀਆਂ ਖੁਸ਼ਬੂਈਆਂ ਜਿਹੜੀਆਂ ਨੇ ਉਹਨਾਂ ਨੂੰ ਮਹਿਕਾਉਣਾ ਕੀਤਾ ਹੈ। ਫਿਰ ਭਗਤ ਜੀ ਚੁੱਪ ਕਰਕੇ ਅੱਗੇ ਬੈਠ ਗਏ। ਹੁਣ ਸ਼ਾਸਤਰ ਮਰਿਆਦਾ ਤਾਂ ਤੇ ਪਤਾ ਨਹੀਂ, ਮੰਤਰ ਤੇ ਆਉਂਦੇ ਨਹੀਂ, ਪੂਜਾ ਕਰਨੀ ਤੇ ਆਉਂਦੇ ਨਹੀਂ, ਪਰ ਮਨ ਦੇ ਵਿੱਚ ਭਾਵ ਬੜਾ ਕਿ ਮੈਂ ਆਪਣੇ ਰੱਬ ਦੇ ਕੋਲ ਬੈਠਾ ਹਾਂ, ਮੈਂ ਆਪਣੇ ਭਗਵਾਨ ਜੀ ਦੇ ਕੋਲ ਬੈਠਾ ਹਾਂ। ਨੇਤਰ ਬੰਦ ਨੇ ਤੇ ਬੜੇ ਭਾਵ ਦੇ ਨਾਲ ਹਾਜ਼ਰ ਹਜ਼ੂਰ ਜਾਣ ਕੇ ਬੈਠੇ ਨੇ। ਕੁਝ ਸਮਾਂ ਬੈਠੇ ਰਹੇ, ਪਾਉ ਫਟਾਲਾ ਦੇਖ ਕਰਕੇ ਭਗਤ ਜੀ ਉੱਠੇ ਨੇ ਤੇ ਇਸ ਵੇਲੇ ਆਪ ਜੀ ਨੇ ਪ੍ਰਸ਼ਾਦਾ ਤਿਆਰ ਕਰਨਾ ਕੀਤਾ ਹੈ। ਸੋਹਣੇ ਪ੍ਰਸ਼ਾਦੇ ਪਕਾਏ ਨੇ, ਦਹੀਂ ਨੂੰ ਰਿੜਕਿਆ ਹੈ, ਲੱਸੀ ਬਣਾਈ ਹੈ, ਮੱਖਣ ਕੱਢਿਆ ਹੈ, ਇੱਕ ਬਰਤਨ ਦੇ ਵਿੱਚ ਲੱਸੀ ਪਾਈ ਹੈ, ਇੱਕ ਬਰਤਨ ਦੇ ਵਿੱਚ ਮੱਖਣ ਪਾਇਆ ਹੈ। ਪ੍ਰਸ਼ਾਦੇ ਤਿਆਰ ਕਰਕੇ ਤੇ ਠਾਕੁਰ ਜੀ ਦੇ ਅੱਗੇ ਲਿਆ ਕਰਕੇ ਰੱਖ ਦਿੱਤੇ। ਇਸ ਵੇਲੇ ਬੇਨਤੀਆਂ ਕਰਦੇ ਨੇ, ਭਗਵਾਨ ਜੀ ਕਿਰਪਾ ਕਰੋ, ਆਪ ਭੋਜਨ ਛਕ ਲਓ ਤੇ ਥੋੜਾ ਜਿਹਾ ਸੀਤ ਪ੍ਰਸ਼ਾਦ ਮੈਨੂੰ ਵੀ ਦੇ ਦਿਓ।
ਹੁਣ ਸਾਹਮਣੇ ਤੇ ਠਾकुर जी पत्थर ने, ਹੁਣ पत्थर ने भोजन कित्थों छकना? पत्थर चों ਹੁੰਗਾਰਾ कोई मिलदा नहीं ते भगत धन्ना जी अरदासां बेनतियां करी जांदे ने, भगवान जी नाराज हो मेरे नाल, भगवान जी मैं गरीब हाँ ना, मेरे कोल पदार्थ बड़े थोड़े ने। पंडित जी ते तुहानूं 56 प्रकार दे 56 तरह दे पदार्थां दे भोग लवाउंदे ने, पूड़ियां छकाउंदे ने, पूड़े छकाउंदे ने, माल पूड़े छकाउंदे ने, खीरां छकाउंदे ने, तुहानूं दुध बदाम बड़े पदार्थ छकाउंदे, पर महाराज मैं ते गरीब है, मेरे कोल बस लस्सी ते मक्खन ही है, मेरे कोल तां सादे जे प्रशादे ही है, कृपा करो मेरे गरीब दी हुई प्रवान कर लो। हथ जोड़ मिन्नतां करै, पैरी पै पै बहुत मनावै। हुण पत्थर ने भोजन कित्थों छकना सी? पत्थर कुछ छकदा नहीं ते भगत धन्ना साहब जी अरदासां बेनतियां करनों हटदे ने, हथ जोड़दे ने, बार बार मत्थे टेकदे ने, बार बार डंडौतां करदे ने, भगवान जी गलती हो गई मेरे तो, भगवान जी मैं ते सुचमता रखी है, भगवान जी मैं एवें नहीं बनाए, पहला मैं इशनान करिया नहाता है, महाराज बड़ी सफाई दे नाल सुचमता दे नाल बनाए, थोड़ा जिहा ते छक लो। दिन चढ़दा गया, एक पहर बतीत हो गया, 2 पहर बतीत हो गए ते भगत धन्ना जी कहंदे भगवान जी तुहानूं तां छकाउण वाले बहुत ने, पर मैनूं ते छकाउण वाला भी कोई नहीं, तुसीं मेरा भोजन नहीं छकदे, तुसां ते अमीरां पासों छकले होणे ने, ब्राह्मणां पासों बड़े छकले होणे ने, पर महाराज मैं ते तुहाडा सीत प्रसाद उडीकी जाना है, पहला आप जी छको फिर मैनूं सीत प्रसाद देवो तां ही मैं छकांगा ना। हुण पत्थर चों आवाज कोई आउंदी नहीं ते भगत धन्ना जी ने प्रण कर लिया, हाओ पी मूँह ना जुठालसा, तू रुठा मैं किहो ना सुखावै। हे मेरे भगवान जी, मेरे रब जी, तुसीं मेरे नाल रुस गए हो, गुस्से हो मेरे नाल, महाराज कोई नाराजगी हो गई मेरे कोलों, मेरे नाल नाराजगी हो गई, कोई अवज्ञा हो गई कोई मेरे पासों, महाराज आप जी भोजन क्यों नहीं छकदे? पर याद रखियो जेकर तुसां ने मेरा गरीब दा भोजन ना छकिया ते मैं भी सच्चे मूँह ही बैठा रहांगा, छकना मैं भी कुछ नहीं। आप जी मेरे नाल रुस जावो, आप जी भोजन छको ही ना तो मैं पेट भर के प्रसादे छक ला, ये किवें हो सकता है? महाराज जद तक तुसां ना छकिया फिर छकना मैं भी नहीं जी। इतिहास विच बचन आउंदा, सारा दिन सवेर तो लैकर के शाम तक भगत धन्ना जी नूं अरदासां करदिआं जोदड़ियां करदिआं बतीत हो गया, ना भगवान जी ने भोग लाया ते ना भगत धन्ना जी ने भोजन छकिया। रात पै गई है, अगला दिन फिर चढ़िया, भगत धन्ना जी ने फिर इशनान किया है, फिर तैयारी की है, फिर प्रसादे पकाए ने, फिर दही रिड़किया है, मक्खन कढ़िया, लस्सी लियांदी है, फिर ठाकुर जी दे अगे रख दिती, महाराज अज तां छक लो। महाराज छकिया तुसां भी कल दा कुछ नहीं ते छकिया मैं भी कल दा कुछ नहीं, छकांगा मैं जरूर, पर छकना तुहाडा सीत प्रसाद है, जदों तुसीं छकोगे फिर छकांगा, उदों तक मैं भी नहीं छकना। इस वेले इतने ज्यादा प्यार दे नाल अरदासां करदे ने, इतनियां बेनतियां करदे ने कि साध संगत जी हरि अकाल पुरख वाहिगुरू जी दे हिरदे नूं खिच पई है प्यार दी, क्योंकि भगत धन्ना जी कोई पत्थर नूं थोड़ा खैर कह रहे ने कि सालग्राम जी खा लो, ये थोड़ा कहंदे ने पत्थर जी तुसीं खा लो, वो तो कहंदे ने भगवान जी छको, भगवान जी दे नाल प्यार, भगवान जी नूं याद करदे ने। भगवान नूं पूजण दा तरीका नहीं सी आउंदा, ब्राह्मण दी शरण ते तां लैणी पई। सतगुरु अर्जुन देव साहिब जी दे बचनां दे अनुसार भगतां दीआं साखियां सुन करके भगवान जी दा प्यार ते पहिला ही हिरदे च उत्पन्न हो गया सी कि भगवान जी कारज सवारदे ने। पत्थर तां इक बहाना बनिया, पंडित तां इक बहाना बनिया, बेनतियां करदे ने भगवान जी जे तुसां ने ना छकिया ते छकना मैं भी नहीं जे, भुखा प्यासा ते चाहे मर जावां, पर महाराज जदों तक तुसां ना छकिया अन्न दा दाना तक भी मैं मूँह च नहीं जे पाउणा। इस वेले फिर ठाकुर जी भगवान जी ने भगत धन्ना जी का प्यार देखिया, ये मेरा प्यार वाला भगत है, ये मेरा निष्काम सेवा वाला भगत है, हिरदे दियां गहराइयां चों मैनूं चाहण वाला भगत है, मेरे ते भावना रखण वाला भगत है। ये ऐसा भगत है जिसनूं इस गल दा नहीं पता कि पंडित केवल तां केवल मूर्ति दे मुख नूं थोड़ा जिहा ला के बाकी सारा आप घर लै जांदा ते रज रज छकदा सी। ये अपने टब्बर नूं नहीं छकाउणा चाहुंदा, ये सचमुच ही मैनूं छकाउणा चाहुंदा है। परमात्मा जी ने भगवान जी ने तिस दे हिरदे दी भावना नूं जाण लेना कीता है। गोसाई प्रतख होए रोटी खाए शाह मोह लावै। सारी जो पृथ्वी दा मालिक है, जो ब्रह्मंडां दा मालिक है, खंडां दा मालिक है, कुल दा मालिक है, कुल सृष्टि दा मालिक परमात्मा जी है ना। गोसाई प्रतख होए, प्रतख प्रगट हो गए ने।
ਆ ਕਰਕੇ ਸਾਖਿਆਤਕਾਰ ਰੂਪ ਦੇ ਅੰਦਰ ਦਰਸ਼ਨ ਦੇਣਾ ਕੀਤੇ ਨੇ। ਭਗਤ ਧੰਨਾ ਜੀ ਨੇ ਬੜੇ ਸਹਿਤ ਪਿਆਰ ਦੇ ਚਰਨਾਂ ਦੇ ਉੱਪਰ ਡੰਡੌਤ ਬੰਦਨਾ ਕੀਤੀ ਹੈ। ਭਗਵਾਨ ਜੀ ਮੇਰੇ ਗਰੀਬ ਤੇ ਕਿਰਪਾ ਕੀਤੀ, ਤੁਸਾਂ ਨੇ ਦਰਸ਼ਨ ਦਿੱਤੇ। ਮਹਾਰਾਜ ਕੱਲ ਦਾ ਭੁੱਖਾ ਬੈਠਾ, ਕਿਰਪਾ ਕਰਕੇ ਹੁਣ ਭੋਜਨ ਵੀ ਛਕੋ, ਮੈਂ ਵੀ ਕੁਝ ਛਕਾਂ, ਬੜੀ ਭੁੱਖ ਲੱਗੀ ਏ। ਭਗਵਾਨ ਜੀ ਪਿਆਰ ਦੇ ਵਿੱਚ ਆਏ ਨੇ, ਰੋਟੀ ਖਾਏ। ਪਹਿਲਾਂ ਤੇ ਮੱਖਣ ਦੇ ਨਾਲ ਭਗਵਾਨ ਜੀ ਨੇ ਪ੍ਰਸ਼ਾਦਾ ਛਕਿਆ, ਫਿਰ ਸ਼ਾਹੇ ਮੋਹ ਲਾਵੈ, ਸ਼ਾਹੇ ਨਾਮ ਛਾਛ ਦਾ ਹੈ, ਛਾਛ ਆਖਿਆ ਜਾਂਦਾ ਲੱਸੀ ਨੂੰ। ਫਿਰ ਭਗਵਾਨ ਜੀ ਨੇ ਲੱਸੀ ਛਕੀ ਹੈ ਤੇ ਆਪਣੇ ਭਗਤ ਦੀ ਭਾਵਨਾ ਪੂਰੀ ਕਰਨ ਵਾਸਤੇ ਪ੍ਰਸ਼ਾਦਾ ਮੱਖਣ ਤੇ ਲੱਸੀ ਦਾ ਜਿਹੜਾ ਸੀਤ ਪ੍ਰਸ਼ਾਦ ਸੀ ਭਗਤ ਧੰਨਾ ਸਾਹਿਬ ਜੀ ਨੂੰ ਦੇਣਾ ਕੀਤਾ ਹੈ। ਭਗਤ ਧੰਨਾ ਸਾਹਿਬ ਜੀ ਵੀ ਪ੍ਰਸ਼ਾਦਾ ਨਾ ਛਕਣੇ ਕਰਕੇ ਭੁੱਖੇ ਬੈਠੇ ਸੀ। ਗਰੀਬ ਨਿਵਾਜ ਭਗਵਾਨ ਜੀ ਦਾ, ਪਰਮਾਤਮਾ ਜੀ ਦਾ ਸੀਤ ਪ੍ਰਸ਼ਾਦ ਛਕਦਿਆਂ ਸਾਰ ਤ੍ਰਿਪਤ ਹੋ ਗਏ। ਇਤਿਹਾਸ ਵਿੱਚ ਬਚਨ ਆਉਂਦੇ ਨੇ, ਕਪਾਟ ਖੁੱਲ ਗਏ ਜਿਹੜੇ ਆਸਾ ਅੰਦੇਸਾ ਦੇ ਪੱਟ ਜੜੇ ਨਹੀਂ ਨਾ ਖੁੱਲਦੇ। ਆਸਾ ਅੰਦੇਸਾ ਦੇ ਵੱਡੇ ਭਾਰੀ ਤਖਤੇ ਭਾਵਨਾ ਦੇ ਨਾਲ ਭਗਵਾਨ ਜੀ ਨੂੰ ਯਾਦ ਕੀਤਾ ਹੈ। ਭਗਵਾਨ ਜੀ ਨੇ ਦਰਸ਼ਨ ਦਿੱਤੇ, ਸੀਤ ਪ੍ਰਸ਼ਾਦ ਬਖਸ਼ਿਆ ਤੇ ਸੀਤ ਪ੍ਰਸ਼ਾਦ ਬਖਸ਼ਦਿਆਂ ਸਾਰ ਆਤਮ ਗਿਆਨ ਹੋ ਗਿਆ ਹੈ। ਤਿੰਨਾਂ ਲੋਕਾਂ ਦੀ ਸੋਝੀ ਹੋਈ ਹੈ, ਕਹਿ ਲਈਏ ਹਿਰਦੇ ਦੇ ਅੰਦਰ ਬ੍ਰਹਮ ਗਿਆਨ ਪ੍ਰਗਟ ਹੋ ਗਿਆ ਹੈ। ਤੇ ਇਸ ਵੇਲੇ ਭਗਵਾਨ ਜੀ ਦੇ ਨਾਲ ਅਤਿਅੰਤ ਪਿਆਰ ਕੀਤਾ ਹੈ ਤੇ ਸਾਰੀਆਂ ਵਿਦਿਆ ਸੰਪੰਨ ਹੋ ਗਏ। ਪਹਿਲਾਂ ਤੇ ਵਿਦਿਆ ਪੜ੍ਹੇ ਕੋਈ ਨਹੀਂ, ਪਰ ਭਗਵਾਨ ਜੀ ਦਾ ਦਰਸ਼ਨ ਹੋ ਗਿਆ, ਸੀਤ ਪ੍ਰਸ਼ਾਦ ਮਿਲ ਗਿਆ ਤੇ ਸਾਰੀਆਂ ਵਿਦਿਆ ਆਪਣੇ ਆਪ ਸੰਪੰਨ ਹੋ ਗਈ। ਤੇ ਇਸ ਵੇਲੇ ਭਗਵਾਨ ਜੀ ਨੇ ਕਹਿਣਾ ਕੀਤਾ, ਧੰਨਿਆ ਤੂੰ ਸਾਨੂੰ ਇੰਨੇ ਪਿਆਰ ਦੇ ਨਾਲ ਯਾਦ ਕੀਤਾ, ਤੇਰੀ ਕੋਈ ਲੋੜ ਹੋਵੇਗੀ, ਤੇਰੀ ਕੋਈ ਜ਼ਰੂਰਤ ਹੋਵੇਗੀ ਤਾਂ ਹੀ ਯਾਦ ਕੀਤਾ ਨਾ। ਕਹਿਣ ਲੱਗਾ, ਮਹਾਰਾਜ ਜ਼ਰੂਰਤ ਇੱਕ ਥੋੜੀ ਹੈ, ਜ਼ਰੂਰਤਾਂ ਬਹੁਤ ਨੇ, ਲੋੜਾਂ ਬਹੁਤ ਨੇ ਮੇਰੀਆਂ। ਮਹਾਰਾਜ ਤਾਂ ਹੀ ਤਾਂ ਆਪ ਜੀ ਨੂੰ ਯਾਦ ਕੀਤਾ ਹੈ, ਮੈਂ ਇਕੱਲਾ ਕੰਮਕਾਰ ਕਰਨ ਵਾਲਾ, ਮੇਰੇ ਨਾਲ ਕਰਾਇਆ ਕਰੋ। ਪੁੱਛਿਆ, ਭਗਤਾ ਪਹਿਲਾਂ ਆਪਣੀਆਂ ਲੋੜਾਂ ਦੱਸ, ਤੇਰੀਆਂ ਲੋੜਾਂ ਕੀ ਕੀ ਨੇ, ਕੈਸਾ ਭਗਤ ਹੈ ਤੂੰ ਮੇਰਾ। ਤੇ ਭਗਤ ਧੰਨਾ ਜੀ ਨੇ ਫਿਰ ਜੋ ਕਿ ਸ਼ਬਦ ਉਚਾਰਨਾ ਕੀਤਾ ਹੈ, ਜੋ ਰੋਜ਼ ਆਰਤੀ ਦੇ ਅੰਦਰ ਪੜਿਆ ਤੇ ਸਰਵਣ ਕੀਤਾ ਜਾਂਦਾ ਹੈ ਕੀਰਤਨ ਦੁਆਰਾ, ਗੋਪਾਲ ਤੇਰਾ ਆਰਤਾ, ਜਿਸ ਸ਼ਬਦ ਨੂੰ ਆਪ ਸੰਗਤਾਂ ਨੇ ਸ੍ਰੀ ਮੁਖਵਾਕ ਦੇ ਰੂਪ ਦੇ ਵਿੱਚ ਥੋੜੇ ਪਲ ਪਹਿਲਾਂ, ਥੋੜਾ ਸਮਾਂ ਪਹਿਲਾਂ ਹੁਕਮਨਾਮੇ ਵਜੋਂ ਦਰਸ਼ਨ ਸਰਵਣ ਕਰਨਾ ਕੀਤਾ ਹੈ। ਹੇ ਗੋਪਾਲ, ਸਾਰੀ ਸ੍ਰਿਸ਼ਟੀ ਦੇ ਪ੍ਰਤ ਪਾਲਣਾ ਕਰਨੇ ਵਾਲੇ ਰਿਜ਼ਕ ਦਾਤਾ ਭਗਵਾਨ ਪਰਮਾਤਮਾ ਜੀ, ਮੈਂ ਆਪ ਜੀ ਦਾ ਆਰਤ ਭਗਤ ਹਾਂ। ਆਰਤ ਆਖਿਆ ਜਾਂਦਾ ਦੁਖੀ ਨੂੰ, ਆਰਤ ਆਖਿਆ ਜਾਂਦਾ ਹੈ ਦੀਨ ਨੂੰ, ਆਰਤ ਆਖਿਆ ਜਾਂਦਾ ਨਿਮਾਣੇ ਨੂੰ, ਆਰਤ ਆਖਿਆ ਜਾਂਦਾ ਕੰਗਾਲ ਨੂੰ, ਗਰੀਬ ਨੂੰ। ਸੱਚੇ ਪਾਤਸ਼ਾਹ ਮੈਂ ਆਪ ਜੀ ਦਾ ਗਰੀਬ ਭਗਤ ਹਾਂ, ਮੈਂ ਆਪ ਜੀ ਦਾ ਆਜ਼ਜ਼ ਭਗਤ ਹਾਂ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਮੈਨੂੰ ਦੱਸਿਆ ਪੰਡਤ ਜੀ ਨੇ, ਬ੍ਰਾਹਮਣ ਜੀ ਕਹਿੰਦੇ ਸੀ ਜਿਹੜੇ ਤੁਹਾਡੀ ਭਗਤੀ ਕਰਦੇ ਨੇ ਨਾ, ਤੁਸੀਂ ਉਹਨਾਂ ਦੇ ਸਾਰੇ ਕੰਮ ਸਵਾਰ ਦਿੰਦੇ ਹੋ। ਮਹਾਰਾਜ ਮੇਰੇ ਵੀ ਕੰਮ ਬਹੁਤ ਨੇ। ਤੇ ਭਗਵਾਨ ਜੀ ਨੇ ਕਹਿਣਾ ਕੀਤਾ, ਭਾਈ ਫਿਰ ਦੱਸ ਤੇਰੇ ਕੰਮ ਕੀ ਕੀ ਨੇ, ਕੀ ਮੰਗਣਾ ਚਾਹੁੰਦਾ ਹੈ। ਫਿਰ ਬੇਨਤੀ ਕਰਦੇ ਨੇ, ਦਾਲ ਸੀਧਾ ਮਾਂਗਾਓ ਘੀਓ, ਹਮਰਾ ਖੁਸ਼ੀ ਕਰੈ ਨਿਤ ਜੀਓ, ਪਨੀਆਂ ਸਾਧਨ ਨੀਕਾ, ਅਨਾਜ ਮਗੋ ਸਤ ਸੀਕਾ, ਗਊ ਭੈਸ ਮਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਨ ਚੰਗੀ, ਜਨ ਧੰਨਾ ਲੈਵੈ ਮੰਗੀ। ਮਹਾਰਾਜ ਆ ਮੇਰੀਆਂ ਰੋਜ਼ ਦੀਆਂ ਜ਼ਰੂਰਤਾਂ ਨੇ, ਪਹਿਲਾਂ ਤੇ ਮੈਨੂੰ ਇਹ ਪਦਾਰਥ ਦੇ ਦਿਓ। ਮੈਂ ਛਕਣ ਵਾਸਤੇ ਸਿੱਧਾ ਆਟਾ ਮੰਗਦਾ ਹਾਂ, ਦਾਲ ਮੰਗਦਾ ਹਾਂ, ਘਿਓ ਮੰਗਦਾ ਹਾਂ। ਮਹਾਰਾਜ ਅਨਾਜ ਐਸਾ ਦਿਓ ਜਿਹੜਾ 7 ਸਿਆੜਾਂ ਪਾ ਕਰਕੇ ਪੈਦਾ ਕੀਤਾ ਹੋਵੇ। ਜਿਸ ਵੇਲੇ ਜ਼ਮੀਨ ਨੂੰ ਵਾਹਿਆ ਜਾਂਦਾ ਨਾ, ਇੱਕ ਵਾਰ ਵਾਹਿਆ ਜਾਵੇ ਕਹਿ ਦਿੰਦੇ ਕਾਰ ਪੈ ਗਈ ਹੈ, ਇੱਕ ਵਾਰ ਵਾਹ ਲਿਆ, ਦੂਜੀ ਵਾਰ ਵਾਹ ਕੇ ਕਹਿ ਦਿੰਦੇ ਨੇ ਦੋਰ ਪੈ ਗਈ ਹੈ, 3 ਵਾਰ ਵਾਹ ਕਰਕੇ ਕਹਿੰਦੇ 13 ਪੈ ਗਈ ਹੈ। ਇਸ ਪ੍ਰਕਾਰ 3 ਕੁ ਵਾਰ, ਤੇ ਜੇ ਜ਼ਮੀਨ ਜ਼ਿਆਦਾ ਪਥਰੀਲੀ ਜਾਂ ਢਿੱਗਾ ਹੋਣ ਫਿਰ 4 ਕੁ ਵਾਰ ਵਾਹ ਕਰਕੇ ਖੇਤੀ ਬੀਜ ਦਿੱਤੀ ਜਾਂਦੀ ਹੈ। ਅੱਜ ਕੱਲ ਤੇ 2 ਵਾਰ ਤੇ ਕੁਝ ਜਗ੍ਹਾ ਤੇ 1 ਵਾਰ ਹੀ ਵਾਹ ਕੇ ਬੀਜ ਦਿੱਤੀ ਜਾਂਦੀ ਹੈ। ਪਰ ਜਿਹੜੀ 7 ਵਾਰ ਜ਼ਮੀਨ ਵਾਹ ਕਰਕੇ ਉਸ ਦੇ ਅੰਦਰ ਬੀਜ ਬੀਜਿਆ ਜਾਵੇ, ਉਹ ਖੇਤੀ ਬੜੀ ਪ੍ਰਫੁੱਲਤ ਹੁੰਦੀ ਸੀ। ਇਸ ਕਰਕੇ 7 ਸਿਆੜਾਂ ਕਹੀਆਂ ਜਾਂਦੀਆਂ। ਤੇ ਕਈ ਵਿਦਵਾਨਾਂ ਨੇ ਇਸ ਨੂੰ ਸੰਸਕ੍ਰਿਤ ਦਾ ਸ਼ਬਦ ਛਤ ਲੈ ਕਰਕੇ 100 ਸਿਆੜ ਵੀ ਆਖਿਆ, ਐਸਾ ਖੇਤ ਜਿਸ ਨੂੰ 100 ਵਾਰ ਵਾਹਿਆ ਗਿਆ ਹੋਵੇ। ਮਹਾਰਾਜ ਜਿਨ੍ਹਾਂ ਖੇਤਾਂ ਨੂੰ ਚੰਗੀ ਤਰ੍ਹਾਂ ਵਾਹ ਕਰਕੇ ਅਨਾਜ ਪੈਦਾ ਕੀਤਾ ਗਿਆ ਨਾ, ਉਹ ਅੰਨ ਮੈਨੂੰ ਛਕਣ ਵਾਸਤੇ ਚਾਹੀਦਾ ਹੈ। ਮਹਾਰਾਜ ਦੁੱਧ ਛਕਣ ਵਾਸਤੇ ਮੈਨੂੰ ਗਾਂ ਮੱਝ ਵੀ ਲਵੇਰੀ ਚਾਹੀਦੀ ਏ। ਇੱਕ ਤਾਜਨ ਤੁਰੀ ਚੰਗੇਰੀ, ਮਹਾਰਾਜ ਅਸਵਾਰੀ ਕਰਨ ਵਾਸਤੇ ਮੈਨੂੰ ਅਰਬੀ ਘੋੜੀ ਚੰਗੀ ਨਸਲ ਦੀ ਚਾਹੀਦੀ ਏ। ਭਗਤਾ ਹੋਰ ਕੀ ਕੀ ਚਾਹੀਦਾ ਹੈ? ਮਹਾਰਾਜ ਪੈਰੀ ਪਹਿਨਣ ਵਾਸਤੇ ਮੈਨੂੰ ਪਨੀਆਂ ਜੁੱਤੀ ਵੀ ਚਾਹੀਦੀ ਏ।
ਤੇ ਪਹਿਨਣ ਵਾਸਤੇ ਮੈਨੂੰ ਸੋਹਣੇ ਬਸਤਰ ਵੀ ਚਾਹੀਦੇ ਨੇ। ਭਗਵਾਨ ਜੀ ਹੱਸ ਪਏ, ਧੰਨਿਆ ਕੁਛ ਹੋਰ ਵੀ ਚਾਹੀਦਾ ਹੈ? ਕਹਿੰਦਾ ਮਹਾਰਾਜ ਘਰ ਸੰਭਾਲਣ ਵਾਸਤੇ ਘਰ ਵਾਲੀ ਵੀ ਚਾਹੀਦੀ ਹੈ। ਘਰ ਕੀ ਗੀਹਨ ਚੰਗੀ, ਮਹਾਰਾਜ ਜਿਹੜੀ ਘਰ ਵਾਲੀ ਹੈ ਨਾ ਇਹ ਚੰਗੀ ਦਿਓ, ਚੰਗੇ ਸੁਭਾਅ ਦੀ ਦਿਓ। ਕਿਉਂਕਿ ਜੇ ਘਰ ਵਾਲੀ ਚੰਗੇ ਸੁਭਾਅ ਦੀ ਨਾ ਹੋਵੇ ਤੇ ਫਿਰ ਵਿਦਵਾਨ ਜਨਾਂ ਦਾ ਮੰਨਣਾ ਨਾ। ਜਿੱਥੇ ਦੋਵਾਂ ਜੀਆਂ ਦਾ ਜੋੜ ਨਹੀਂ ਉਥੇ ਹੋਰ ਨਰਕ ਦੀ ਲੋੜ ਨਹੀਂ। ਜੇ ਦੋਵਾਂ ਜੀਆਂ ਦੀ ਆਪਸ ਵਿੱਚ ਬਣਦੀ ਨਹੀਂ ਤੇ ਫਿਰ ਜਿਉਂਦੇ ਜੀ ਨਰਕ ਨੇ, ਨਰਕ ਚ ਪਏ ਜਾਣੋ। ਬੇਨਤੀ ਕੀਤੀ ਮਹਾਰਾਜ ਜੀ ਘਰ ਵਾਲੀ ਐਸੀ ਹੋਵੇ ਜਿਹੜੀ ਆਗਿਆਕਾਰੀ ਹੋਵੇ, ਜਿਹੜੀ ਮਿੱਠਾ ਬੋਲਣ ਵਾਲੀ ਹੋਵੇ, ਜਿਹੜੀ ਭਾਣੇ ਵਿੱਚ ਰਹਿਣ ਵਾਲੀ ਹੋਵੇ। ਤੇ ਮਹਾਰਾਜ ਜਦੋਂ ਮੈਂ ਬੰਦਗੀ ਕਰਦਾ ਹੋਵਾਂ ਮੈਨੂੰ ਤੰਗ ਨਾ ਕਰੇ, ਆਪ ਵੀ ਬੰਦਗੀ ਕਰਨ ਵਾਲੀ ਹੋਵੇ। ਇਸ ਪ੍ਰਕਾਰ ਭਗਵਾਨ ਜੀ ਦੇ ਪਾਸੋਂ, ਪ੍ਰਮਾਤਮਾ ਜੀ ਦੇ ਪਾਸੋਂ ਭਗਤ ਜੀ ਨੇ ਸਾਰੀਆਂ ਦਾਤਾਂ ਮੰਗੀਆਂ ਤੇ ਪ੍ਰਮਾਤਮਾ ਜੀ ਨੇ ਪ੍ਰਸੰਨ ਹੋ ਕਰਕੇ ਦੇਣਾ ਕੀਤੀਆਂ। ਤੇ ਸਾਧ ਸੰਗਤ ਜੀ ਭਗਵਾਨ ਜੀ ਹੱਸ ਕੇ ਕਹਿੰਦੇ ਧੰਨਿਆ ਕੋਈ ਹੋਰ ਚੀਜ਼ ਤਾਂ ਨਹੀਂ ਚਾਹੀਦੀ? ਕਹਿਣ ਲੱਗੇ ਭਗਵਾਨ ਜੀ ਬਸ ਲੋੜ ਤੇ ਮੇਰੀ ਇੰਨੇ ਕੁ ਪਦਾਰਥਾਂ ਦੀ ਹੈ, ਬਸ ਇੱਕ ਬੇਨਤੀ ਹੈ, ਕੰਮਕਾਰ ਕਰਨ ਵਾਲਾ ਮੈਂ ਇਕੱਲਾ ਹੀ ਹਾਂ, ਮੇਰੇ ਨਾਲ ਆ ਜਾਇਆ ਕਰੋ, ਖੇਤਾਂ ਦੇ ਵਿੱਚ ਮੇਰੇ ਨਾਲ ਕੰਮ ਕਰਾ ਜਾਇਆ ਕਰੋ। ਇਸ ਪ੍ਰਕਾਰ ਸਾਧ ਸੰਗਤ ਜੀ ਇਤਿਹਾਸ ਦੇ ਅੰਦਰ ਬਚਨ ਆਉਂਦੇ ਨੇ। ਭਗਵਾਨ ਜੀ ਬੜੇ ਪ੍ਰਸੰਨ ਹੋਏ, ਇਹ ਤੇ ਮੇਰਾ ਭੋਲਾ ਭਗਤ ਹੈ। ਭੋਲੇ ਭਾਏ ਮਿਲੇ ਰਗ ਰਾਇਆ, ਧੰਨਾ ਸੇਵਿਆ ਬਾਲ ਬੁੱਧ। ਭਗਤ ਧੰਨਾ ਜੀ ਨੇ ਬਾਲਕਾਂ ਵਰਗੀ ਬੁੱਧੀ ਦੇ ਨਾਲ ਸੇਵਿਆ ਹੈ, ਸਿਮਰਿਆ ਹੈ। ਕਿਉਂਕਿ ਜਿਹੜੀ ਬਾਲਕ ਦੀ ਬੁੱਧੀ ਉਹ ਨਿਰਸ਼ਲ ਹੁੰਦੀ ਹੈ, ਉਸ ਦੇ ਵਿੱਚ ਕੋਈ ਝੂਠ ਨਹੀਂ ਹੁੰਦਾ, ਉਸ ਦੇ ਵਿੱਚ ਕੋਈ ਫਰੇਬ ਨਹੀਂ ਹੁੰਦਾ, ਉਸ ਦੇ ਵਿੱਚ ਕੋਈ ਦਾਗਾ ਨਹੀਂ ਹੁੰਦਾ। ਇਸੇ ਪ੍ਰਕਾਰ ਉਸ ਦੇ ਅੰਦਰ ਕਾਮ ਕ੍ਰੋਧ ਇਤਿਆਦਿਕ ਨਹੀਂ ਹੁੰਦਾ। ਹਿਰਦਾ ਬੜਾ ਸਵੱਛ ਹੁੰਦਾ ਨਾ ਬਾਲਕ ਦਾ। ਬਾਲਕ ਦਾ ਹਿਰਦਾ ਨਿਰਮਲ ਹੋਣ ਕਰਕੇ ਬਾਲ ਬੁੱਧ ਪਵਿੱਤਰ ਬੁੱਧ ਮੰਨੀ ਗਈ ਹੈ। ਤੇ ਪਾਤਸ਼ਾਹ ਜੀ ਫਰਮਾਵਣਾ ਕਰਦੇ ਨੇ ਭਗਤ ਧੰਨਾ ਜੀ ਨੇ ਬਾਲਕਾਂ ਵਰਗੀ ਬੁੱਧੀ ਦੇ ਨਾਲ, ਪਵਿੱਤਰ ਬੁੱਧੀ ਦੇ ਨਾਲ, ਉਜਲ ਬੁੱਧੀ ਦੇ ਨਾਲ, ਨਿਰਮਲ ਬੁੱਧੀ ਦੇ ਨਾਲ, ਨਿਰਵਿਕਾਰ ਬੁੱਧੀ ਦੇ ਨਾਲ ਪਰਮਾਤਮਾ ਜੀ ਨੂੰ ਸਿਮਰਿਆ ਹੈ। ਇਸ ਪ੍ਰਕਾਰ ਪਰਮਾਤਮਾ ਜੀ ਅਤਿਅੰਤ ਪ੍ਰਸੰਨ ਹੋਏ ਤੇ ਭਗਤ ਧੰਨਾ ਜੀ ਦੀ ਬੇਨਤੀ ਪ੍ਰਵਾਨ ਕੀਤੀ। ਜਦੋਂ ਵੀ ਭਗਤ ਧੰਨਾ ਜੀ ਯਾਦ ਕਰਦੇ ਨੇ ਪਰਮਾਤਮਾ ਜੀ ਪ੍ਰਗਟ ਹੋ ਜਾਂਦੇ ਨੇ ਤੇ ਬੇਨਤੀ ਕਰਦੇ ਨੇ ਭਗਵਾਨ ਜੀ ਆਪ ਜੀ ਬਲਦ ਹਿੱਕੋ ਮੈਂ ਕਿਆਰੇ ਮੋੜਦਾ ਹਾਂ। ਤੇ ਜਦੋਂ ਕਿਧਰੇ ਮਨ ਦੇ ਵਿੱਚ ਚਾਹ ਹੋਣਾ ਭਗਤ ਜੀ ਨੇ ਕਹਿਣਾ ਮਹਾਰਾਜ ਅੱਜ ਕਿਆਰੇ ਤੁਸੀਂ ਮੂੜੋ, ਆ ਖੂਹ ਹਿੱਕਣ ਵਾਲਾ ਕੰਮ ਮੈਂ ਕਰ ਲੈਣਾ। ਮਹਾਰਾਜ ਧੁੱਪ ਬੜੀ ਏ, ਬੜੇ ਪਸੀਨੇ ਨਿਕਲਦੇ ਨੇ, ਸੱਚੇ ਪਾਤਸ਼ਾਹ ਤੇ ਸੌਖਾ ਕੰਮ ਹੈ ਬਲਦ ਹਿੱਕਣਾ, ਮੈਂ ਹਿੱਕ ਲੈਣਾ, ਤੁਸੀਂ ਕਿਆਰੇ ਮੋੜ ਦੋ। ਇਸੇ ਪ੍ਰਕਾਰ ਕਦੇ ਭਗਤ ਜੀ ਦੇ ਨਾਲ ਭਗਵਾਨ ਜੀ ਨੇ ਪ੍ਰਗਟ ਹੋ ਕਰਕੇ ਗਊਆਂ ਚਾਰਨੀਆਂ, ਕਦੇ ਭਗਤ ਜੀ ਦੇ ਹਲ ਵਾਉਣੇ। ਜੋ ਜੋ ਆਪ ਜੀ ਨੇ ਕਾਮਨਾ ਕਰਨਾ ਕੀਤੀ, ਜੋ ਜੋ ਬੇਨਤੀ ਕਰਨਾ ਕੀਤੀ, ਪ੍ਰਮਾਤਮਾ ਜੀ ਨੇ ਸਦਾ ਸਾਰੀਆਂ ਕਾਮਨਾਵਾਂ ਪੂਰੀਆਂ ਕੀਤੀਆਂ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਮਨੁੱਖਾ ਜਨਮ ਦੀ ਸਫਲਤਾ ਵਾਲਾ ਕਾਰਜ ਤਾਂ ਸਵਾਰੀ ਦਿੱਤਾ ਹੈ। ਜਿਤਨੇ ਕੋ ਦੁਨਿਆਵੀ ਕੰਮ ਨੇ ਕਾਰਜ ਨੇ ਭਗਵਾਨ ਜੀ ਹਰ ਰੋਜ਼ ਨਿਤਾ ਪ੍ਰਤੀ ਪ੍ਰਗਟ ਹੋ ਕਰਕੇ ਸਾਖਿਆਤ ਹੋ ਕਰਕੇ ਸਾਰੇ ਕਾਰਜਾਂ ਨੂੰ ਸਵਾਰਦੇ ਨੇ। ਸਾਧ ਸੰਗਤ ਜੀ ਗੁਰਮਤ ਦਾ ਦਾਇਰਾ ਬੜਾ ਵਿਸ਼ਾਲ ਹੈ। ਦੁਨੀਆ ਦੇ ਬਾਕੀ ਧਰਮ ਇਹ ਗੱਲ ਕਹਿੰਦੇ ਨੇ ਕਿ ਪ੍ਰਮਾਤਮਾ ਨੂੰ ਮਹਿਸੂਸ ਕੀਤਾ ਜਾ ਸਕਦਾ, ਪ੍ਰਤੱਖ ਅੱਖਾਂ ਦੇ ਨਾਲ ਦੇਖਿਆ ਨਹੀਂ ਜਾ ਸਕਦਾ। ਜਿਵੇਂ ਹਵਾ ਨੂੰ ਮਹਿਸੂਸ ਕੀਤਾ ਜਾਂਦਾ ਪਰ ਹਵਾ ਨਜ਼ਰ ਨਹੀਂ ਨਾ ਆਉਂਦੀ, ਜਿਵੇਂ ਅੱਗ ਦੇ ਸੇਕ ਨੂੰ ਮਹਿਸੂਸ ਕੀਤਾ ਜਾਂਦਾ ਪਰ ਸੇਕ ਉਸ ਦਾ ਕੋਈ ਰੰਗ ਰੂਪ ਆਕਾਰ ਕਹਿਆ ਨਹੀਂ ਨਾ ਜਾਂਦਾ, ਜਿਵੇਂ ਗਰਮੀ ਨੂੰ ਮਹਿਸੂਸ ਕੀਤਾ ਜਾਂਦਾ ਪਰ ਗਰਮੀ ਕਿਹੜੇ ਰੰਗ ਦੀ ਹੈ ਕੋਈ ਦੱਸ ਦੇ ਨਹੀਂ ਨਾ ਸਕਦਾ, ਸਰਦੀ ਨੂੰ ਮਹਿਸੂਸ ਕੀਤਾ ਜਾਂਦਾ ਹੈ, ਸਰਦੀ ਦਾ ਰੂਪ ਰੰਗ ਆਕਾਰ ਕੋਈ ਦੱਸ ਦੇ ਨਹੀਂ ਨਾ ਸਕਦਾ, ਮਿੱਠੇ ਨੂੰ ਖਾ ਕਰਕੇ ਮਹਿਸੂਸ ਕੀਤਾ ਜਾ ਸਕਦਾ ਹੈ ਪਰ ਮਿਠਾਸ ਦਾ ਰੰਗ ਆਕਾਰ ਤੇ ਨਹੀਂ ਨਾ ਕਥਨ ਕੀਤਾ ਜਾ ਸਕਦਾ, ਮਿਰਚ ਇਤਿਆਦਿਕ ਖਾ ਕਰਕੇ ਕੌੜਤਨ ਨੂੰ ਕੌੜੇਪਣ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਪਰ ਤਿਸ ਨੂੰ ਦੱਸਿਆ ਨਹੀਂ ਜਾ ਸਕਦਾ ਕਿ ਕੌੜਤਨ ਦਾ ਰੰਗ ਕਿਹੜਾ ਹੈ। ਇਸੇ ਪ੍ਰਕਾਰ ਜਿਹੜੇ ਬਾਕੀ ਦੇ ਧਰਮਾਂ ਦੇ ਵਿਦਵਾਨ ਨੇ, ਆਚਾਰੀਆ ਨੇ, ਉਹ ਕਹਿੰਦੇ ਨੇ ਰੱਬ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ, ਉਸ ਨੂੰ ਅੱਖਾਂ ਦੇ ਨਾਲ ਦੇਖਿਆ ਨਹੀਂ ਜਾ ਸਕਦਾ। ਗੁਰਮਤ ਦਾ ਦਾਇਰਾ ਇਤਨਾ ਜ਼ਿਆਦਾ ਵਿਸ਼ਾਲ ਹੈ ਕਿਉਂਕਿ ਪ੍ਰਮਾਤਮਾ ਤੱਕ ਪਹੁੰਚ ਹੈ। ਪ੍ਰਮਾਤਮਾ ਦੇ ਨਾਲ ਮਿਲਾਪ ਦੀ ਬਾਤ ਗੁਰਬਾਣੀ ਦੇ ਅੰਦਰ ਅਸੀਂ ਹਰ ਰੋਜ਼ ਸਰਵਣ ਕਰਦੇ ਹਾਂ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਦੇ ਦੁਆਰਾ ਕਿ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਹਿਰਦੇ ਦੇ ਅੰਦਰ ਹੀ ਸਾਖਿਆਤਕਾਰ ਹੋ ਜਾਂਦੇ ਨੇ। ਜਦੋਂ ਆਤਮਾ ਪ੍ਰਾਤਮਾ ਏਕੋ ਕਰੈ ਦੀ ਅਵਸਥਾ ਪ੍ਰਾਪਤ ਹੁੰਦੀ ਹੈ ਨਾ, ਫਿਰ ਉਹ ਜੋਤੀ ਰੂਪ ਸਾਰਿਆਂ ਦੇ ਅੰਦਰ ਜੋਤ ਰੂਪ ਹੋ ਕਰਕੇ ਦਿਸਦਾ ਹੈ ਤੇ ਫਿਰ ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਉਸ ਜੋਤ ਨੂੰ ਦੇਖਣ ਵਾਲੇ ਪੁਕਾਰ ਉੱਠਦੇ ਨੇ। ਗੁਰਮਤ ਇਸ ਗੱਲ ਨੂੰ ਮੰਨਦੀ ਹੈ
ਪਹਿਲੀਆਂ ਅਵਸਥਾਵਾਂ ਦੇ ਅੰਦਰ ਪਰਮਾਤਮਾ ਜੀ ਨੂੰ ਮਹਿਸੂਸ ਕੀਤਾ ਜਾਂਦਾ ਹੈ, ਪਰ ਜਦੋਂ ਅਵਸਥਾ ਪੂਰਨ ਹੋ ਜਾਂਦੀ ਹੈ ਫਿਰ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ, ਫਿਰ ਪ੍ਰਤੱਖ ਦੀਦਾਰ ਵੀ ਹੁੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਤਾਂ ਇੱਥੋਂ ਤੱਕ ਬਚਨ ਕਰਦੀ ਏ, ਨਾਮਦੇਵ ਹਰ ਜੀਓ ਬਸੈ ਸੰਗ। ਪਰਮਾਤਮਾ ਜੀ ਭਗਤ ਨਾਮਦੇਵ ਸਾਹਿਬ ਜੀ ਦੇ ਅੰਗ ਸੰਗ ਹੀ ਰਹਿੰਦੇ ਸਨ, ਨਾਲ ਹੀ ਰਹਿੰਦੇ ਸਨ ਹਰ ਵੇਲੇ। ਜਿੱਥੇ ਵਿਦਵਾਨ ਜਨਾਂ ਨੇ ਲਿਖਿਆ ਹੈ ਕਿ ਭਗਤ ਨਾਮਦੇਵ ਜੀ ਨੇ ਪ੍ਰਤੱਖ ਅੱਖਾਂ ਦੇ ਨਾਲ 72 ਵਾਰ ਪਰਮਾਤਮਾ ਦੇ ਦਰਸ਼ਨ ਕੀਤੇ। ਹਜ਼ੂਰ ਫਰਮਾਉਂਦੇ ਨੇ 72 ਵਾਰ ਤੇ ਬੜਾ ਥੋੜਾ, ਪਰਮਾਤਮਾ ਜੀ ਰਹਿੰਦੇ ਹੀ ਅੰਗ ਸੰਗ ਸੀ, ਉਹ ਹਰ ਵੇਲੇ ਦੀਦਾਰ ਕਰਦੇ ਸੀ। ਇਸ ਪ੍ਰਕਾਰ ਇਹ ਗੁਰਮਤਿ ਦਾ ਨਜ਼ਰੀਆ ਹੈ। ਜਦੋਂ ਅਵਸਥਾ ਪੂਰੀ ਹੁੰਦੀ ਹੈ, ਵਿਦੇਹ ਮੁਕਤੀ ਦੀ ਦਾਤ ਨੂੰ ਪ੍ਰਾਪਤ ਕਰਦਾ ਹੈ, ਆਤਮਾ ਪ੍ਰਾਤਮਾ ਏਕੋ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਣਾ ਕਰਦਾ ਹੈ, ਫਿਰ ਪ੍ਰਤੱਖ ਦੀਦਾਰ ਹੁੰਦੇ ਨੇ। ਤੇ ਸਾਧ ਸੰਗਤ ਜੀ ਫਿਰ ਇੱਕ ਵਾਰ ਦਾ ਜ਼ਿਕਰ ਆਉਂਦਾ ਹੈ, ਹਰ ਰੋਜ਼ ਭਗਵਾਨ ਜੀ ਧੰਨਾ ਜੀ ਦੇ ਨਾਲ ਰਹਿੰਦੇ ਨੇ, ਹਰ ਵੇਲੇ ਦਰਸ਼ਨ ਦਿੰਦੇ ਨੇ, ਹਰ ਬਚਨ ਨੂੰ ਮੰਨਦੇ ਨੇ ਬੜੇ ਪਿਆਰ ਦੇ ਨਾਲ। ਜਿਵੇਂ ਮਾਤਾ ਆਪਣੇ ਬੱਚੇ ਦੇ ਵਸੀਕਾਰ ਹੋਈ ਹੋਈ, ਪਿਆਰ ਦੇ ਅਧੀਨ ਹੋਈ ਹੋਈ ਬੱਚੇ ਦੀਆਂ ਸਾਰੀਆਂ ਫਰਮਾਇਸ਼ਾਂ ਪੂਰੀਆਂ ਕਰਦੀ ਹੈ ਨਾ। ਮਾਤਾ ਰੋਟੀ ਪਕਾਉਂਦੀ ਤੇ ਬੱਚਾ ਕਹਿ ਦਿੰਦਾ ਨਹੀਂ ਮੈਂ ਤੇ ਪਰੌਂਠੀ ਖਾਣੀ ਹੈ। ਮਾਤਾ ਆਪਣੀਆਂ ਰੋਟੀਆਂ ਬੰਦ ਕਰਕੇ ਪਹਿਲਾਂ ਬੱਚੇ ਵਾਸਤੇ ਪਰੌਂਠਾ ਪਕਾਉਂਦੀ ਹੈ, ਤੇ ਜੇ ਬੱਚਾ ਕਹਿ ਦੇਵੇ ਨਹੀਂ ਮੈਂ ਖੀਰ ਖਾਣੀ ਹੈ, ਤੇ ਮਾਂ ਫਿਰ ਚੁੱਲ੍ਹੇ ਤੋਂ ਤਵਾ ਉਤਾਰ ਦਿੰਦੀ ਤੇ ਪਹਿਲਾਂ ਪਤੀਲਾ ਚਾੜ ਦਿੰਦੀ, ਮੇਰੇ ਪੁੱਤ ਨੇ ਖੀਰ ਖਾਣੀ ਹੈ। ਪਿਆਰ ਦੇ ਨਾਲ ਵਸੀਕਾਰ ਹੋਈ ਹੋਈ ਮਾਤਾ ਆਪਣੇ ਬੱਚੇ ਦੀਆਂ ਫਰਮਾਇਸ਼ਾਂ ਪੂਰੀਆਂ ਕਰਦੀ ਏ, ਮੰਗਾਂ ਪੂਰੀਆਂ ਕਰਦੀ ਏ। ਇਵੇਂ ਜੋ ਭਗਵਾਨ ਜੀ ਨੇ, ਪਰਮਾਤਮਾ ਜੀ ਨੇ ਪਿਆਰ ਦੇ ਨਾਲ ਭਗਤਾਂ ਦੇ ਵਸ ਵਿੱਚ ਆਏ ਹੋਏ ਭਗਤਾਂ ਦੀਆਂ ਸਾਰੀਆਂ ਮੰਗਾਂ ਮੰਨਦੇ ਨੇ, ਉਹਨਾਂ ਦੀਆਂ ਸਾਰੀਆਂ ਭਾਵਨਾਵਾਂ ਪੂਰੀਆਂ ਕਰਦੇ ਨੇ, ਸਾਰੀਆਂ ਸੱਧਰਾਂ ਪੂਰੀਆਂ ਕਰਦੇ ਨੇ। ਹਰ ਵੇਲੇ ਇਕੱਠੇ ਹੀ ਰਹਿੰਦੇ ਨੇ, ਅੰਗ ਸੰਗ ਰਹਿੰਦੇ ਨੇ। ਪਰ ਮਾਇਆ ਬੜੀ ਪ੍ਰਬਲ ਹੈ ਨਾ, ਤ੍ਰੈ ਗੁਣ ਆਤਮਿਕ ਮਾਇਆ ਛੱਡਦੀ ਨਹੀਂ। ਤੇ ਇਤਿਹਾਸ ਵਿੱਚ ਬਚਨ ਆਉਂਦਾ ਹੈ, ਭਗਤ ਧੰਨਾ ਜੀ ਨੂੰ ਇੱਕ ਵੇਲੇ ਸੂਖਮ ਜਿਹੀ ਹੰਗਤਾ ਹੋ ਗਈ, ਜ਼ਰਾ ਜਿੰਨੀ ਹੰਗਤਾ, ਕਿ ਜਿਸ ਭਗਵਾਨ ਜੀ ਨੂੰ ਪ੍ਰਾਪਤ ਕਰਨ ਵਾਸਤੇ ਜੋਗੀ, ਰਿਖੀ, ਮੁਨੀ, ਪੈਗੰਬਰ, ਅਵਤਾਰ, ਇਥੋਂ ਤੱਕ ਕਿ ਦੇਵਤੇ ਵੀ ਤੀਰਥਾਂ ਦਾ ਰਟਨ ਕਰਦੇ ਨੇ, ਦੁੱਖ ਭੁੱਖ ਨੂੰ ਸਹਾਰਦੇ ਨੇ, ਤੇ ਬੜੇ ਯਤਨ ਕਰਦੇ ਨੇ, ਸਾਧਨ ਕਰਦੇ ਨੇ, ਸਾਨੂੰ ਰੱਬ ਮਿਲ ਜਾਵੇ, ਪਰ ਮਿਲਦਾ ਨਹੀਂ। ਤੇ ਸੂਖਮ ਜਿਹੀ ਹੰਗਤਾ ਆ ਗਈ, ਮੈਨੂੰ ਤੇ ਝੱਟ ਹੀ ਮਿਲ ਗਿਆ, 2 ਦਿਨ ਹੀ ਅਰਦਾਸਾਂ ਕੀਤੀਆਂ, ਮਿਲ ਗਏ ਭਗਵਾਨ ਜੀ। ਤੇ ਇਸ ਵੇਲੇ ਭਗਵਾਨ ਜੀ ਨੇ ਜਾਣਿਆ ਮਨ ਦੇ ਵਿੱਚ ਹੰਗਤਾ ਸਿਰ ਚੁੱਕਣ ਲੱਗੀ ਹੈ, ਤੇ ਬਚਨ ਕੀਤਾ, ਧੰਨਿਆ ਐਸੀ ਮਨ ਵਿੱਚ ਕਿਧਰੇ ਸੂਖਮ ਹੰਗਤਾ ਵੀ ਨਾ ਲੈ ਆਵੀਂ, ਮਾਣ ਨਾ ਕਰੀ ਕਿ ਮੈਂ ਝੱਟ ਹੀ ਮਿਲ ਗਿਆ। ਆ ਥੋੜੇ ਜਿਹੇ ਸਮੇਂ ਵਿੱਚ ਝੱਟ ਨਹੀਂ ਕਿਸੇ ਨੂੰ ਮਿਲਦਾ। ਕਹਿਣ ਲੱਗੇ ਮਹਾਰਾਜ ਪਰ ਮੈਨੂੰ ਤਾਂ ਥੋੜੇ ਅਲਪ ਕਾਲ ਵਿੱਚ ਹੀ ਮਿਲ ਗਏ ਹੋ। ਤੇ ਭਗਵਾਨ ਜੀ ਨੇ ਕਹਿਣਾ ਕੀਤਾ, ਧੰਨਿਆ 1000ਵਾਂ ਜਨਮ ਹੈ ਤੇਰਾ ਬੰਦਗੀ ਕਰਦਿਆਂ। ਇਸ ਜਨਮ ਤੋਂ ਪਹਿਲਾਂ 999 ਜਨਮ ਤੂੰ ਬੰਦਗੀ ਕਰਦਿਆਂ ਬਤੀਤ ਕੀਤੇ ਨੇ, ਫਿਰ ਤੇਰੀ ਬੰਦਗੀ ਪੂਰੀ ਹੋਈ ਤੇ ਇਸ ਜਨਮ ਦੇ ਵਿੱਚ ਤੈਨੂੰ ਫਲ ਦੇਣੇ ਦਾ ਸਮਾਂ ਸੀ, ਤਾਂ ਤੈਨੂੰ ਦਰਸ਼ਨ ਦਿੱਤੇ ਨੇ। ਕਹਿਣਾ ਕੀਤਾ ਭਗਵਾਨ ਜੀ ਮੈਨੂੰ ਤੇ ਆਪਣੇ ਪਿਛਲੇ 999 ਜਨਮਾਂ ਦਾ ਕੋਈ ਗਿਆਨ ਨਹੀਂ। ਤੇ ਭਗਵਾਨ ਜੀ ਨੇ ਕਿਰਪਾਲਤਾ ਕਰਕੇ ਫਿਰ ਸਾਰੇ ਪਿਛਲੇ 999 ਜਨਮ ਜਿਹੜੇ ਸਨ ਦਿਖਾ ਦਿੱਤੇ, ਕਿੱਥੇ ਕਿੱਥੇ ਜਨਮ ਲਿਆ, ਕਿਵੇਂ ਕਿਵੇਂ ਬੰਦਗੀ ਕੀਤੀ, ਕਿਵੇਂ ਕਿਵੇਂ ਸਰੀਰ ਛੱਡਿਆ, ਕਿਵੇਂ ਅਗਲਾ ਜਨਮ ਫਿਰ ਪ੍ਰਾਪਤ ਹੋਇਆ। ਤੇ ਸਾਧ ਸੰਗਤ ਜੀ ਇਸ ਗੱਲ ਨੂੰ ਗੁਰਮਤਿ ਮੰਨਦੀ ਹੈ, ਗੁਰਬਾਣੀ ਮੰਨਦੀ ਹੈ। ਭਗਤ ਕਬੀਰ ਸਾਹਿਬ ਜੀ ਪ੍ਰਾਪਤੀ ਵਾਲੇ ਹੋਏ ਨੇ ਨਾ, ਪਰ ਜੇ ਕਹੀਏ ਇਸੇ ਜਨਮ 'ਚ ਹੀ ਪ੍ਰਾਪਤ ਹੋ ਗਏ, ਤੇ ਭਗਤ ਕਬੀਰ ਸਾਹਿਬ ਜੀ ਆਤਮ ਗਿਆਨੀ ਨੇ, ਬ੍ਰਹਮ ਗਿਆਨੀ ਨੇ, ਆਪ ਖੁਦ ਨਿਰਣਾ ਦਿੰਦੇ ਨੇ, ਪੂਰਬ ਜਨਮ ਹਮ ਤੁਮਰੇ ਸੇਵਕ, ਅਬ ਤਉ ਮਿਟਿਆ ਨਾ ਜਾਈ, ਤੇਰੇ ਦੁਆਰੇ ਧੁਨ ਸਹਿਜ ਕੀ, ਮਾਥਾ ਮੇਰੇ ਦਾ ਗਾਈ, ਦਾਗੇ ਹੋਏ ਸੋ ਰਨ ਮਹਿ ਜੂਝੈ, ਬਿਨ ਦਾਗੇ ਭਗ ਜਾਈ। हे ਪ੍ਰਮਾਤਮਾ ਜੀ, हे ਨਿਰੰਕਾਰ ਜੀ, हे ਰਾਮ ਜੀ, ਪੂਰਬਲੇ ਜਨਮਾਂ ਤੋਂ ਹੀ ਅਸੀਂ ਤੁਹਾਡੇ ਸੇਵਕ ਹਾਂ। ਉਹ ਪੂਰਬਲੇ ਕਿਤਨੇ ਜਨਮ ਨੇ ਉਹਨਾਂ ਦੀ ਕੋਈ ਗਿਣਤੀ ਨਹੀਂ। ਪੂਰਬਲੇ ਜਨਮਾਂ ਤੋਂ ਤੁਹਾਡੇ ਸੇਵਕ ਹਾਂ, ਇਸ ਕਰਕੇ ਹੁਣ ਤੁਹਾਡੀ ਸੇਵਾਦਾਰੀ, ਤੁਹਾਡੀ ਚਾਕਰੀ, ਤੁਹਾਡੀ ਬੰਦਗੀ ਸਾਡੇ ਤੋਂ ਛੱਡੀ ਨਹੀਂ ਜਾਂਦੀ। ਇਸੇ ਪ੍ਰਕਾਰ ਭਗਤ ਧੰਨਾ ਜੀ ਵੀ ਪੂਰਬਲੇ ਜਨਮਾਂ ਤੋਂ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਉਪਾਸ਼ਕ ਨੇ, ਸੇਵਾਦਾਰ ਨੇ, ਬੰਦਗੀ ਕਰਨ ਵਾਲੇ ਨੇ। ਨਿਰੰਕਾਰ ਜੀ ਨੇ ਪ੍ਰਤੱਖ ਦਿਖਾ ਦਿੱਤਾ ਹੈ, ਤੇ ਜਿਹੜੀ ਸੂਖਮ ਹੰਗਤਾ ਆਉਣ ਲੱਗੀ ਸੀ ਉਹ ਵੀ ਮਿਟ ਗਈ। ਐਸੇ ਭਗਤ ਧੰਨਾ ਜੀ ਜਿਨ੍ਹਾਂ ਦੇ ਨਾਲ ਮਿੱਤਰਾਂ ਵਾਂਗੂ, ਲੰਗੋਟੀਏ ਯਾਰਾਂ ਵਾਂਗੂ, ਸੱਜਣਾ ਵਾਂਗੂ, ਸਖਿਆਂ ਵਾਂਗੂ, ਮਿੱਤਰਾਂ ਵਾਂਗੂ ਸਦਾ ਭਗਵਾਨ ਜੀ ਵਿਚਰੇ ਨੇ। ਤੇ ਸਾਧ ਸੰਗਤ ਜੀ, ਭਗਤ ਧੰਨਾ ਸਾਹਿਬ ਜੀ ਦਾ ਅਵਤਾਰ ਅੱਜ ਤੋਂ 605 ਸਾਲ ਪਹਿਲਾਂ ਹੋਇਆ ਹੈ। ਜੇ ਈਸਵੀ ਸੰਨ ਦੇ ਹਿਸਾਬ ਦੇ ਨਾਲ ਗੱਲ ਕਰੀਏ
ਤੇ ਇਹ 2021 ਸਨ ਚੱਲ ਰਿਹਾ ਹੈ। ਤੇ ਭਗਤ ਸਾਹਿਬ ਜੀ ਦਾ ਜਿਹੜਾ ਜਨਮ ਹੈ ਨਾ, ਇਹ 1416 ਈਸਵੀ ਦੇ ਵਿੱਚ ਬਾਬਾ ਮਹੇਸ਼ ਦਾਸ ਜੀ ਦੇ ਘਰ ਮਾਤਾ ਗੰਗਾ ਬਾਈ ਜੀ ਦੇ ਗ੍ਰਹਿ ਵਿਖੇ ਹੋਇਆ ਹੈ। ਆਪ ਜੀ ਦੇ ਉੱਪਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਐਸੀ ਕਿਰਪਾ ਹੈ, ਪੂਰਬਲੇ ਜਨਮਾਂ ਦੀ ਭਗਤੀ ਦੇ ਕਰਕੇ, ਪੁੰਨ ਪ੍ਰਤਾਪ ਕਰਕੇ ਐਸੀ ਹਿਰਦੇ ਦੇ ਅੰਦਰ ਬੰਦਗੀ ਹੈ, ਪਾਖੰਡ ਅਤੇ ਦੰਭ ਕਿਧਰੇ ਲੇਸ਼ ਮਾਤਰ ਵੀ ਨਹੀਂ। ਤੇ ਇਹ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਹੀ ਹੁੰਦੀ ਏ। ਕੜੀ ਦੇ ਨਾਲ ਕੜੀ ਮਿਲ ਜਾਣੀ, ਪਾਪੀਆਂ ਨੂੰ ਪਾਪੀ ਮਿਲ ਜਾਂਦੇ ਨੇ, ਚੋਰਾਂ ਨੂੰ ਚੋਰ ਮਿਲ ਜਾਂਦੇ ਨੇ, ਠੱਗਾਂ ਨੂੰ ਠੱਗ ਮਿਲ ਜਾਂਦੇ ਨੇ, ਤੇ ਮਹਾਤਮਾ ਨੂੰ ਮਹਾਤਮਾ ਮਿਲ ਜਾਂਦੇ ਨੇ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਉਹ ਜੋਤ ਹਿਰਦੇ ਦੇ ਅੰਦਰ ਪ੍ਰਜਵਲਿਤ ਕਰਨੀ ਸੀ, ਜਗਾਉਣੀ ਸੀ ਬ੍ਰਹਮ ਗਿਆਨ ਦੀ। ਤੇ ਭਗਤਾਂ ਦੀਆਂ ਸਾਖੀਆਂ ਆਪ ਜੀ ਨੇ ਸੁਣੀਆਂ। ਸਾਖੀਆਂ ਤੇ ਅਸੀਂ ਵੀ ਸੁਣਦੇ ਹਾਂ, ਕਥਨ ਵੀ ਕਰਦੇ ਹਾਂ, ਸੁਣਾ ਵੀ ਦਿੰਦੇ ਹਾਂ, ਪਰ ਉਹਨਾਂ ਦੀਆਂ ਸਾਖੀਆਂ ਸੁਣਨੀਆਂ ਤੇ ਸਾਡੀਆਂ ਸੁਣਨੀਆਂ 'ਚ ਫਰਕ ਹੁੰਦਾ ਹੈ, ਕਿਉਂਕਿ ਸਾਡੀ ਓਨੀ ਬੰਦਗੀ ਨਹੀਂ ਜਿੰਨੀ ਬੰਦਗੀ ਉਹਨਾਂ ਦੀ ਹੈ। ਉਹ ਬੰਦਗੀ ਦਾ ਪ੍ਰਤਾਪ ਸੀ। ਭਗਤ ਕਬੀਰ ਸਾਹਿਬ ਜੀ ਦੀ ਸਾਖੀ ਸੁਣ ਕੇ, ਨਾਮਦੇਵ ਸਾਹਿਬ ਜੀ ਦੀ ਸਾਖੀ ਸੁਣ ਕੇ, ਰਵਿਦਾਸ ਸਾਹਿਬ ਜੀ ਦੀ ਸਾਖੀ ਸੁਣ ਕੇ ਹਿਰਦੇ ਦੇ ਅੰਦਰ ਉਤਸ਼ਾਹ ਆਇਆ। ਇਹਨਾਂ ਭਗਤਾਂ ਨੇ ਭਗਤੀ ਕੀਤੀ ਹੈ ਤੇ ਰੱਬ ਮਿਲ ਗਿਆ ਹੈ, ਮੈਂ ਵੀ ਭਗਤੀ ਕਰਾਂ ਤੇ ਮੈਨੂੰ ਵੀ ਰੱਬ ਪ੍ਰਾਪਤ ਹੋ ਜਾਵੇ। ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਇਹ ਬਿਧ ਸੁਣ ਕੇ ਜਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗਸਾਈਆਂ ਧੰਨਾ ਵੱਡ ਭਾਗਾ। ਜਿਨ੍ਹਾਂ ਨੂੰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਵੱਡ ਭਾਗਾ ਆਖਿਆ, ਵੱਡੇ ਭਾਗਾ ਵਾਲਾ ਆਖਿਆ। ਤੇ ਜੈਸੇ ਮਹਾਂਪੁਰਖਾਂ ਦੇ ਪ੍ਰਥਾਏ ਆਪ ਜੀ ਦੇ ਪਾਵਨ ਬਚਨ ਨੇ, ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਐਸੇ ਭਗਤ ਧੰਨਾ ਸਾਹਿਬ ਜੀ ਨੂੰ ਸਦਾ ਸਦਾ ਨਮਸਕਾਰ। ਭਗਤ ਧੰਨਾ ਸਾਹਿਬ ਜੀ ਦੇ ਜਨਮ ਦਿਨ ਦੀਆਂ ਅਥਵਾ ਅਵਤਾਰ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਬੇਅੰਤ 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 ਵਧਾਈਆਂ। ਸਤਿਗੁਰੂ ਜੀ ਕਿਰਪਾਲਤਾ ਕਰਨ, ਸਾਨੂੰ ਐਸੇ ਭਗਤਾਂ ਦੇ ਚਰਨ ਚੰਨਾਂ ਤੇ ਚੱਲਣੇ ਦੀ ਸਮਤ ਬਖਸ਼ਣ, ਤਿੰਨਾਂ ਦੇ ਉਪਦੇਸ਼ਾਂ ਨੂੰ ਕਮਾ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਰਹਿੰਦੇ ਸਮੇਂ ਦੇ ਅੰਦਰ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸਰਵਣ ਕਰਕੇ ਹੋਰ ਲਾਹੇ ਪ੍ਰਾਪਤ ਕਰੀਏ ਜੀ। ਨਾਰਾਇਣ ਨਹ ਸਿਮਰਿਓ, ਮੋਹਿਓ ਸਵਾਦ ਵਿਕਾਰ। ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਥਿੱਤਾਂ ਦੇ ਦੁਆਰਾ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ। ਤੇ ਗਰੀਬ ਨਿਵਾਜ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਕੱਲ ਦੇ ਦੀਵਾਨ ਦੇ ਅੰਦਰ ਸਰਵਣ ਕੀਤੀ ਸੀ ਕਿ ਜਦੋਂ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਜਮਾਂ ਦਾ ਦੁੱਖ ਤੇ ਡਾਢਾ ਹੀ ਭਿਆਨਕ ਹੈ, ਇਸ ਦੀ ਨਿਵਰਤੀ ਕਿਵੇਂ ਹੋਏ। ਤੇ ਸਤਿਗੁਰੂ ਜੀ ਨੇ ਫਿਰ ਬਚਨ ਫਰਮਾਵਣਾ ਕੀਤੇ, 8 ਪਹਿਰ ਗੁਣ ਗਾਈਆ ਹੈ, ਤਜੀਆ ਹੈ ਅਵਰ ਜੰਜਾਲ, ਜਮ ਕੰਕਰ ਜੋਹੇ ਨਾ ਸਕਾਈ, ਨਾਨਕ ਪ੍ਰਭੂ ਦਇਆਲ। ਸਤਿਗੁਰੂ ਜੀ ਨੇ ਅਸ਼ਟਮੀ ਥਿੱਤ ਦੇ ਦੁਆਰਾ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਨਾ ਕੀਤੀ ਏ ਤੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਜਿਹੜੇ ਸਾਰੇ ਜੀਵ ਨੇ ਇਹ ਮੁਕਤ ਕਿਉਂ ਨਹੀਂ ਹੋ ਜਾਂਦੇ, ਮਹਾਰਾਜ ਜਮਾਂ ਦੀ ਕਾਲ ਦੀ ਫਾਹੀ ਦੇ ਵਿੱਚ ਕਿਉਂ ਪਏ ਰਹਿੰਦੇ ਨੇ। ਤੇ ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਨੇ ਸਲੋਕ ਦੇ ਰਾਹੀਂ, ਨਾਰਾਇਣ ਨਹਿ ਸਿਮਰਿਓ, ਮੋਹਿਓ ਸਵਾਦ ਵਿਕਾਰ। ਭਾਈ ਇਹ ਜਿਹੜੇ ਪ੍ਰਮਾਦੀ ਜੀਵ ਨੇ ਨਾ, ਇਹ ਜਿਹੜੇ ਦੁਨਿਆਵੀ ਜੀਵ ਨੇ ਨਾ, ਇਹ ਵਿਕਾਰਾਂ ਦੇ ਸਵਾਦਾਂ ਦੇ ਮੋਹੇ ਹੋਏ ਨੇ। ਕੰਨਾਂ ਨੂੰ ਵਿਕਾਰ ਲੱਗਾ ਨਿੰਦਿਆ ਚੁਗਲੀ ਸਰਵਣ ਕਰਨੇ ਦਾ, ਰਸਨਾ ਨੂੰ ਸਵਾਦ ਲੱਗਾ ਨਿੰਦਿਆ ਕਰਨੇ ਦਾ। ਇਸੇ ਪ੍ਰਕਾਰ ਮੰਦ ਕਰਮੀ ਹੋ ਰਿਹਾ, ਕਿਉਂਕਿ ਕਾਮ ਨੂੰ ਸਵਾਦ ਕਰਕੇ ਰਸ ਕਰਕੇ ਜਾਣਦਾ ਹੈ। ਵਿਕਾਰਾਂ ਦਾ ਰਸ ਇਸ ਨੂੰ ਐਸਾ ਲੱਗਿਆ ਹੋਇਆ ਹੈ, ਵਾਹਿਗੁਰੂ ਜੀ ਦੇ ਨਾਮ ਦਾ ਰਸ ਤੇ ਲੈਂਦਾ ਹੀ ਨਹੀਂ। ਨਾਰਾਇਣ ਨਹਿ ਸਿਮਰਿਓ, ਨਾਰਾਇਣ ਜਿਹੜਾ ਨਰ ਆਇਣ, ਨਰਾਂ ਨਰਾਂ ਦੇ ਅੰਦਰ ਘਰ ਹੈ, ਜਿਸ ਦਾ ਹਰ ਇੱਕ ਨਰ ਦੇ ਭਾਵ ਜੀਵ ਦੇ ਹਿਰਦੇ ਦੇ ਅੰਦਰ ਜੋ ਵਸਦਾ ਹੈ। ਇਸੇ ਪ੍ਰਕਾਰ ਨਰ ਆਇਣ, ਜਿਸ ਦੇ ਵਿੱਚ ਅਗਿਆਨਤਾ ਰੂਪੀ ਅਵਿਦਿਆ ਰੂਪੀ ਹਨੇਰਾ ਰੂਪੀ ਰਾਤ ਨਹੀਂ ਹੈ, ਐਸਾ ਜੋ ਪਰਮਾਤਮਾ ਹਰੀ ਅਕਾਲ ਪੁਰਖ ਵਾਹਿਗੁਰੂ ਹੈ ਨਾ, ਜੀਵਾਂ ਨੇ ਨਹਿ ਸਿਮਰਿਓ ਤੇ ਇਸ ਦੇ ਨਾਮ ਨੂੰ ਨਹੀਂ ਸਿਮਰਨਾ ਕੀਤਾ ਹੈ। ਆਪਣੇ ਮਨ ਦਾ ਪ੍ਰੇਮ, ਮਨ ਦਾ ਨੇਹ ਤੇ ਇਸ ਵਾਹਿਗੁਰੂ ਜੀ ਦੇ ਨਾਲ ਲਾਇਆ ਹੀ ਨਹੀਂ, ਕਿਉਂਕਿ ਸਾਰਿਆਂ ਜੀਵਾਂ ਦੇ ਮਨਾਂ ਨੂੰ ਮੋਹਿਓ ਸਵਾਦ ਬੇਕਾਰ,
ਵਿਕਾਰਾਂ ਦੇ ਕਾਮ ਕ੍ਰੋਧ ਇਤਿਆਦਿਕ ਦੇ ਵਿੱਚ ਐਸੇ ਮੋਹੇ ਹੋਏ ਨੇ, ਵਿਕਾਰਾਂ ਦੇ ਸਵਾਦਾਂ ਨੇ ਰਸਾਂ ਕਸਾਂ ਨੇ ਐਸਾ ਪ੍ਰੇਰਿਆ ਹੈ, ਬਸ ਉਧਰ ਹੀ ਲੱਗ ਕਰਕੇ ਆਪਣਾ ਜਨਮ ਵਿਅਰਥ ਗਵਾ ਰਹੇ ਹਨ। ਨਾਨਕ ਨਾਮ ਵਿਸਾਰੀਐ ਨਰਕ ਸੁਰਗ ਅਵਤਾਰ। ਸੱਚੇ ਪਾਤਸ਼ਾਹ, ਜਿਵੇਂ ਦੁਨੀਆ ਦੇ ਅੰਦਰ ਵਿਕਾਰੀ ਲੋਕ ਬਹੁਤ ਨੇ, ਐਵੇਂ ਪੁੰਨੀ ਪਾਪੀ ਵੀ ਤੇ ਬਹੁਤ ਨੇ। ਵਿਕਾਰੀ ਵੀ ਕਦੇ ਨਾ ਕਦੇ ਆਪਣੀ ਜ਼ਿੰਦਗੀ ਦੇ ਅੰਦਰ ਦਾਨ ਕਰ ਹੀ ਦਿੰਦਾ ਹੈ, ਕਦੇ ਪੁੰਨ ਕਰ ਹੀ ਦਿੰਦਾ ਹੈ, ਕਦੇ ਚੰਗਾ ਕਰਮ ਕਰ ਹੀ ਦਿੰਦਾ ਹੈ। ਮਹਾਰਾਜ ਜੇਕਰ ਨਾਮ ਨੂੰ ਨਹੀਂ ਵੀ ਸਿਮਰਿਆ ਤੇ ਜਿਹੜੇ ਪੁੰਨ ਕਰਮ ਦਾਨ ਇਤਿਆਦਿਕ ਕੀਤੇ ਹੁੰਦੇ ਨੇ, ਕਿ ਉਹ ਨਹੀਂ ਨਰਕਾਂ ਤੋਂ ਬਚਾਉਂਦੇ? ਕਿ ਉਹ ਜੰਮਾਂ ਦੀ ਫਾਹੀ ਤੋਂ ਨਹੀਂ ਬਚਾ ਸਕਦੇ? ਤਾਂ ਹਜ਼ੂਰ ਫਰਮਾਵਣਾ ਕਰਦੇ ਨੇ, ਭਾਈ ਨਾਨਕ ਨਾਮ ਵਿਸਾਰਿਐ, ਜਿਨ੍ਹਾਂ ਨੇ ਨਾਮੀ ਪ੍ਰਮਾਤਮਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਵਿਸਾਰ ਦਿੱਤਾ ਹੋਇਆ ਹੈ, ਨਾਮ ਨੂੰ ਨਹੀਂ ਜਪਦੇ, ਕਿਤਨੇ ਵੀ ਪੁੰਨ ਦਾਨ ਇਤਿਆਦਿਕ ਕਰਮ ਕਰ ਲੈਣ, ਪੁੰਨ ਪਾਪ ਦੇ ਕਰਮਾਂ ਦੇ ਫਲ ਨੂੰ ਭੋਗਣ ਵਾਸਤੇ ਨਰਕ ਸੁਰਗ ਅਵਤਾਰ, ਨਰਕਾਂ ਸਵਰਗਾਂ ਦੇ ਵਿੱਚ ਜਾਂਦੇ ਨੇ ਤੇ ਫਿਰ ਜਨਮਾਂ ਦੇ ਵਿੱਚ ਅਵਤਾਰ ਉਤਰਦੇ ਨੇ। ਜਿਤਨੇ ਕੁ ਪੁੰਨ ਕਰਮ ਕਰ ਲਏ ਉਹਨਾਂ ਦਾ ਫਲ ਭੋਗਣ ਵਾਸਤੇ ਸਵਰਗਾਂ ਦੇ ਵਿੱਚ ਚਲੇ ਗਏ, ਉੱਥੇ ਦੇ ਸੁੱਖ ਭੋਗ ਕਰਕੇ ਫਿਰ ਟੇਢੀਆਂ ਜੂਨੀਆਂ ਪ੍ਰਾਪਤ ਹੋ ਗਈਆਂ। ਜਿਨ੍ਹਾਂ ਮਾੜੇ ਕਰਮ ਕੀਤੇ ਸਨ ਉਹਨਾਂ ਦਾ ਦੁੱਖ ਰੂਪ ਦੇ ਵਿੱਚ ਫਲ ਭੋਗਣ ਦੇ ਵਾਸਤੇ ਜਮਪੁਰੀ ਚਲੇ ਗਏ, ਨਰਕਾਂ ਦੇ ਵਿੱਚ ਪੈ ਗਏ, ਉਥੇ ਪਾਪ ਕਰਮਾਂ ਦਾ ਫਲ ਭੋਗ ਕਰਕੇ ਫਿਰ ਪਤਨ ਹੋ ਗਿਆ, ਫਿਰ ਉਥੋਂ ਡਿੱਗ ਪਏ ਅਵਤਾਰ, ਫਿਰ ਉਤਰ ਆਏ ਧਰਤੀ ਤੇ, ਫਿਰ ਉਹਨਾਂ ਦਾ ਜਨਮ ਹੁੰਦਾ ਹੈ। ਇਸ ਪ੍ਰਕਾਰ ਪੁੰਨ ਦਾਨ ਕਰਨੇ ਦੇ ਨਾਲ ਵੀ ਜਿਹੜਾ ਜੀਵ ਹੈ ਨਾ, ਇਹ ਨਰਕਾਂ ਸਵਰਗਾਂ ਦੇ ਵਿੱਚ ਦੁੱਖ ਸੁੱਖ ਭੋਗ ਕਰਕੇ ਫਿਰ ਜੂਨੀਆਂ ਦੇ ਵਿੱਚ ਆਉਂਦਾ ਹੈ, ਪਰ ਮੁਕਤ ਨਹੀਂ ਹੁੰਦਾ ਹੈ ਜੀ। ਪੌੜੀ ਨਵਮੀ ਨਵੇਂ ਛਿਦਰ ਆਪਵਿਤ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਭਾਈ ਜਿਨ੍ਹਾਂ ਨੂੰ ਪ੍ਰਭੂ ਵਿਸਰ ਜਾਂਦਾ ਨਾ, ਉਹਨਾਂ ਨੂੰ ਫਿਰ ਇਹ ਫਲ ਮਿਲਦੇ ਨੇ, ਉਹਨਾਂ ਨੂੰ ਇਹ ਦੁੱਖਾਂ ਰੂਪੀ ਫਲ ਮਿਲਦੇ ਨੇ। ਸੋ ਇਸ ਪ੍ਰਕਾਰ ਸਤਿਗੁਰੂ ਜੀ ਦਾ ਬਚਨ, ਹਰ ਸੇਵਾ ਬਿਨ ਇਹ ਫਲ ਲਾਗੇ, ਨਾਨਕ ਪ੍ਰਭ ਬਿਸਰਤ ਮਰ ਜੰਮਹਿ ਅਭਾਗੇ। ਜਿਹੜੇ ਅਭਾਗੇ ਨੇ, ਖੋਟੇ ਭਾਗਾਂ ਵਾਲੇ ਨੇ, ਮਾੜੇ ਭਾਗਾਂ ਵਾਲੇ ਨੇ, ਉਹ ਜੰਮਦੇ ਮਰਦੇ ਰਹਿੰਦੇ ਨੇ, ਉਹਨਾਂ ਦਾ ਨਹੀਂ ਜੰਮਣ ਮਰਨ ਮਿਟਦਾ। ਹਜ਼ੂਰ ਫਰਮਾਵਣਾ ਕਰਦੇ ਨੇ ਪੌੜੀ ਦੁਆਰਾ, ਜਿਹੜੇ ਸਰੀਰ ਦਾ ਮਾਣ ਕਰਦੇ ਹੋ ਨਾ, ਉਹ ਤਾਂ ਨੌਵੀਂ ਥਿੱਤ ਦੇ ਰਾਹੀਂ ਹਜ਼ੂਰ ਉਪਦੇਸ਼ ਦਿੰਦੇ ਨੇ, ਨਵੇਂ ਛਿਦਰ ਅਪਵੀਤ। ਭਾਈ ਜਿਹੜੇ 9 ਦੁਆਰੇ 9 ਗੋਲਕਾਂ ਨੇ ਨਾ ਸਰੀਰ ਦੀਆਂ, 9 ਛੇਕ 9 ਛਿਦਰ ਨੇ, ਇਸ ਦੇ ਵਿੱਚ 9 ਦਰਵਾਜ਼ੇ ਨੇ, ਇਹ ਬੜੇ ਅਪਵੀਤ ਨੇ, ਬੜੇ ਅਪਵਿੱਤਰ ਨੇ, ਕਿਉਂਕਿ ਇਹਨਾਂ ਦੇ ਵਿੱਚੋਂ ਸਦਾ ਮੈਲ ਜਿਹੜੀ ਹੈ ਉਹ ਸਰਵਦੀ ਰਹਿੰਦੀ ਏ, ਮੈਲ ਜਿਹੜੀ ਉਹ ਵਗਦੀ ਰਹਿੰਦੀ ਏ। ਨਵੇਂ ਦਵਾਰ ਸਰਵਹਿ ਅਪਵਿੱਤਰਾ, 9 ਦੁਆਰਾਂ ਚੋਂ ਮੈਲ ਵਗਦੀ ਏ। 9 ਦੁਆਰ ਨੇ, 2 ਅੱਖਾਂ ਹੋ ਗਈਆਂ, 2 ਨਾਸਕਾਂ ਹੋ ਗਈਆਂ, 2 ਕੰਨ ਹੋ ਗਏ, 1 ਮੂੰਹ ਹੋ ਗਿਆ, ਮਲ ਮੂਤਰ ਤਿਆਗ ਦੇ 2 ਦੁਆਰੇ ਹੋ ਗਏ। ਹਜ਼ੂਰ ਫਰਮਾਉਂਦੇ ਨੇ, ਭਾਈ ਸਾਰਿਆਂ ਚੋਂ ਮੈਲ ਹੀ ਨਿਕਲਦੀ ਏ। ਅੱਖਾਂ ਦੇ ਵਿੱਚੋਂ ਗਿੱਡ ਨਿਕਲਦੀ ਏ, ਨਾਸਕਾ ਦੇ ਵਿੱਚੋਂ ਮੈਲ ਨਿਕਲਦੀ ਏ, ਇਸੇ ਪ੍ਰਕਾਰ ਮੁਖ ਦੇ ਵਿੱਚੋਂ ਥੁੱਕ ਨਿਕਲਦਾ ਹੈ, ਤੇ ਮਲ ਮੂਤਰ ਤਾਂ ਹੈ ਹੀ ਗੰਦਗੀ ਦੇ ਦੁਆਰ। 9 ਹੀ ਦੁਆਰਿਆਂ ਦੇ ਵਿੱਚੋਂ ਗੰਦਗੀ ਹੀ ਨਿਕਲਦੀ ਏ, ਮੈਲ ਹੀ ਨਿਕਲਦੀ ਏ। ਇਸ ਪ੍ਰਕਾਰ ਹਜ਼ੂਰ ਫਰਮਾਵਣਾ ਕਰਦੇ ਨੇ, 9ਵੀਂ ਥਿੱਤ ਦੁਆਰਾ ਨਵੇਂ ਛਿਦਰ ਅਪਵੀਤ। ਭਾਈ ਇਸ ਦੇਹੀ ਦੇ 9 ਦਰਵਾਜ਼ੇ 9 ਗੋਲਕਾਂ ਨੇ, ਸਾਰੇ ਦੇ ਸਾਰੇ ਹੀ ਅਪਵਿੱਤਰ ਨੇ, ਸਾਰੇ ਦੇ ਸਾਰੇ ਹੀ ਮੈਲ ਦੇ ਤਿਆਗਣੇ ਵਾਲੇ ਹਨ। ਹਰ ਨਾਮ ਨਾ ਜਪਹਿ ਕਰਤ ਵਿਪਰੀਤ। ਪਵਿੱਤਰ ਹੋਣਾ ਸੀ ਨਾਮ ਦੇ ਨਾਲ, ਪਰ ਮਾਦੀ ਜੀਵ ਐਸਾ ਹੈ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਜਪਦਾ ਹੀ ਨਹੀਂ ਹੈ। ਗੁਰ ਪਰਮੇਸ਼ਰ ਜੀ ਦੇ ਹੁਕਮਾਂ ਤੋਂ ਬੇਪਰੀਤ ਉਲਟਾ ਹੀ ਚੱਲਦਾ ਹੈ, ਗੁਰੂ ਕੇ ਹੁਕਮਾਂ ਤੋਂ ਬੇਪਰੀਤ। ਸੋ ਪ੍ਰੀਤੀ ਤੋਂ ਬਿਨਾ ਹੋ ਰਿਹਾ ਹੈ, ਗੁਰੂ ਕੇ ਬਚਨਾਂ ਦੇ ਨਾਲ ਪ੍ਰੀਤ ਨਹੀਂ ਕਰਦਾ, ਗੁਰੂ ਕੀ ਬਾਣੀ ਨਾਲ ਪ੍ਰੀਤ ਨਹੀਂ ਕਰਦਾ, ਆਪਣੇ ਸਰੀਰ ਦੇ ਨਾਲ ਸੰਬੰਧੀਆਂ ਦੇ ਨਾਲ ਬੜਾ ਮੋਹ ਕਰਦਾ ਹੈ। ਜੜ ਮਾਇਆ ਚੇਤਨ ਦੇ ਵਿੱਚ ਤਾਂ ਬੜੀ ਇਸ ਦੀ ਪ੍ਰੀਤੀ ਹੈ, ਪਰ ਜੋ ਚੇਤਨ ਸੱਤਾ ਰੂਪ ਜੋਤ ਸਭਨਾ ਅੰਦਰ ਵਾਹਿਗੁਰੂ ਜੀ ਦੀ ਵਰਤੀ ਦੀ ਹੈ, ਉਸ ਦੇ ਨਾਲ ਪ੍ਰਤੀਤ ਤੋਂ ਅਤੇ ਪ੍ਰੀਤ ਪਿਆਰ ਤੋਂ ਹੀਣਾ ਹੋ ਰਿਹਾ ਹੈ। ਇਸ ਪ੍ਰਕਾਰ ਸਤਿਗੁਰੂ ਜੀ ਦੇ ਹੁਕਮਾਂ ਤੋਂ ਉਲਟ ਚੱਲਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੁਕਮ ਸਰਬਤ ਲੋਕਾਈ ਵਾਸਤੇ ਨੇ ਨਾ, ਕੇਸ ਨਹੀਂ ਕੱਟਣੇ, ਤੇ ਬਹੁਤੀ ਦੁਨੀਆ ਵਿਪਰੀਤ ਹੋਈ ਪਈ ਹੈ। ਬਹੁਤ ਵੱਡੀ ਗਿਣਤੀ ਐਸੀ ਹੈ ਨਿਤ ਕੇਸਾਂ ਦੀ ਬੇਅਦਬੀ। ਸਤਿਗੁਰੂ ਜੀ ਦੇ ਹੁਕਮ ਨੇ ਸ਼ਰਾਬ ਨਹੀਂ ਪੀਣੀ, ਤੇ ਜਿਹੜੀ ਬਹੁ ਗਿਣਤੀ ਉਹ ਸ਼ਰਾਬ ਪੀਂਦੀ ਹੈ। ਸਤਿਗੁਰੂ ਜੀ ਦੇ ਹੁਕਮ ਨੇ ਜਗਤ ਝੂਠ ਤੰਬਾਕੂ ਨੂੰ ਭੁੱਲ ਕਰਕੇ ਹੱਥ ਵੀ ਨਹੀਂ ਲਾਉਣਾ, ਤੇ ਕਰੋੜਾਂ ਹੀ ਲੋਕ ਐਸੇ ਨੇ ਤੰਬਾਕੂ ਸਿਗਰਟ ਬੀੜੀ ਤੋਂ ਬਿਨਾ ਇੱਕ ਪਹਿਰ ਵੀ ਨਹੀਂ ਕੱਢਦੇ, 1 ਘੰਟਾ ਵੀ ਨਹੀਂ ਕੱਢਦੇ, ਕੁਝ ਤਾਂ ਘੜੀ ਵੀ ਨਹੀਂ ਕੱਢਦੇ। ਇਸ ਪ੍ਰਕਾਰ ਸਤਿਗੁਰੂ ਜੀ ਦੇ ਹੁਕਮਾਂ ਤੋਂ ਵਿਰੁੱਧ ਜਿਹੜੇ ਪਰਮਾਦੀ ਜੀਵ ਉਹ ਜਾ ਰਹੇ ਨੇ।
ਹਜ਼ੂਰ ਫਰਮਾਉਂਦੇ ਨੇ ਐਸੀ ਬਿਰਤੀ ਜੀਵਾਂ ਦੀ ਹੋ ਰਹੀ ਹੈ, ਵਾਹਿਗੁਰੂ ਜੀ ਦੇ ਨਾਮ ਨੂੰ ਨਹੀਂ ਜਪਦੇ, ਗੁਰ ਪਰਮੇਸ਼ਰ ਜੀ ਦੇ ਹੁਕਮਾਂ ਤੋਂ ਉਲਟੀ ਹੀ ਰੀਤੀ ਸਾਰੀ ਤਿਨਾਂ ਨੇ ਧਾਰਨ ਕੀਤੀ ਹੈ। ਪਰ ਤ੍ਰਿਯ ਰਮਹਿ ਬਕਹਿ ਸਾਧ ਨਿੰਦ। ਪਰ ਦਾ ਅਰਥ ਹੈ ਪਰਾਇਆ ਅਥਵਾ ਪਰਾਈ। ਤ੍ਰੇਯ ਦਾ ਭਾਵ ਹੈ ਇਸਤਰੀ। ਪਰਾਈਆਂ ਇਸਤਰੀਆਂ ਨੂੰ ਮਿਲ ਕਰਕੇ ਫਿਰ ਵਿਭਚਾਰੀ ਹੁੰਦੇ ਨੇ, ਪਾਪ ਮੰਦ ਕਰਮ ਕਰਦੇ ਨੇ। ਬਕਹਿ ਸਾਧ ਨਿੰਦ, ਆਪਣੇ ਮੁਖ ਦੇ ਵਿੱਚੋਂ ਸਾਧੂਆਂ ਦੀ ਸੰਤਾਂ ਦੀ ਨਿੰਦਿਆ ਕਰਦੇ ਨੇ। ਆਪ ਪਾਪੀ ਵਿਭਚਾਰੀ ਹੋ ਕਰਕੇ ਵੀ ਆਪਣੇ ਆਪ ਨੂੰ ਚੰਗੇ ਖਵਾਉਂਦੇ ਨੇ ਤੇ ਨਾਮ ਰਸੀਏ ਮਹਾਤਮਾ ਦੀ ਮੁਖ ਚੋਂ ਨਿੰਦਿਆ ਕਰਦੇ ਨੇ। ਸੰਤਾਂ ਨਾਲ ਵੈਰ ਕਮਾਵਦੇ, ਦੁਸ਼ਟਾਂ ਨਾਲ ਮੋਹ ਪਿਆਰ। ਦੁਸ਼ਟਾਂ ਦੇ ਨਾਲ ਤੇ ਬੜਾ ਮਨ ਦਾ ਮੋਹ, ਬੜਾ ਪਿਆਰ ਪਾ ਕੇ ਰੱਖਦੇ ਨੇ, ਸੰਤਾਂ ਦੀ ਨਿੰਦਿਆ ਕਰਦੇ ਨੇ। ਅੱਗਾ ਪਿਛੈ ਸੁਖ ਨਹੀਂ ਮਰ ਜੰਮਹਿ ਵਾਰੋ ਵਾਰ। ਫਿਰ ਇਹ ਫਲ ਮਿਲਦਾ ਇਸ ਲੋਕ ਦੇ ਵਿੱਚ ਤੇ ਅੱਗੇ ਪਰਲੋਕ ਦੇ ਵਿੱਚ ਕੋਈ ਸੁਖ ਨਹੀਂ ਮਿਲਦਾ। ਟੇਢੀਆਂ ਜੂਨਾਂ ਵਿੱਚ ਆ ਕਰਕੇ ਬਾਰ-ਬਾਰ ਜੰਮਦੇ ਮਰਦੇ ਰਹਿੰਦੇ ਨੇ। ਹਜ਼ੂਰ ਫਰਮਾਉਂਦੇ ਨੇ ਐਸੇ ਨੇ ਪ੍ਰਮਾਦੀ ਜੀਵ, ਪਰ ਇਸਤਰੀਆਂ ਦੇ ਨਾਲ ਮਿਲ ਕਰਕੇ ਮੰਦਕਰਮੀ ਹੁੰਦੇ ਨੇ, ਨਰਕਗਾਮੀ ਹੁੰਦੇ ਨੇ ਤੇ ਮੁਖ ਦੇ ਵਿੱਚੋਂ ਨਿੰਦਿਆ ਬਕਦੇ ਨੇ। ਕਰਨ ਨਾ ਸੁਨਹੀ ਹਰ ਜਸ ਬਿੰਦ। ਕਰਨ ਨਾਮ ਕੰਨਾਂ ਦਾ ਹੈ, ਨਾ ਸੁਨਹੀ, ਕੰਨਾਂ ਦੇ ਨਾਲ ਨਹੀਂ ਸੁਣਦੇ ਨੇ ਹਰੀ ਪਰਮਾਤਮਾ ਵਾਹਿਗੁਰੂ ਜੀ ਦਾ ਜਸ ਬਿੰਦ ਮਾਤਰ ਵੀ। ਬਿੰਦ ਦਾ ਅਰਥ ਹੈ ਅਲਪਕਾਲ। ਇੱਕ ਪਲ ਨੂੰ ਵੀ ਬਿੰਦ ਆਖਿਆ ਜਾਂਦਾ ਹੈ ਤੇ ਸਾਧ ਸੰਗਤ ਜੀ ਜਿਹੜਾ ਇੱਕ ਪਲ ਹੈ ਉਹ 40 ਸੈਕਿੰਡ ਦਾ ਹੁੰਦਾ ਹੈ। ਇਸੇ ਪ੍ਰਕਾਰ ਜੋ ਇੱਕ ਖਿਣ ਹੈ ਇਸ ਨੂੰ ਸੰਸਕ੍ਰਿਤ ਵਿੱਚ ਕਸ਼ਣ ਕਿਹਾ ਜਾਂਦਾ ਹੈ ਤੇ ਗੁਰਮੁਖੀ ਦੇ ਵਿੱਚ ਦੇਸ਼ ਭਾਸ਼ਾ ਦੇ ਵਿੱਚ ਭਾਖਾ ਦੇ ਵਿੱਚ ਖਿਣ ਕਹਿ ਲਿਆ ਜਾਂਦਾ ਹੈ। ਤੇ ਖਿਣ ਦਾ ਸਮਾਂ ਇਤਨਾ ਹੁੰਦਾ ਹੈ, ਇੱਕ ਘੱਟ ਸ਼ਬਦ ਬੋਲੀਏ ਨਾ ਤੇ 2 ਖਿਣ ਬਤੀਤ ਹੋ ਜਾਂਦੇ ਨੇ। ਮੁਖ ਚੋਂ ਇਤਨਾ ਬੋਲਿਆ ਘੱਟ, ਇਤਨੇ ਸਮੇਂ 'ਚ 2 ਖਿਣ ਬਤੀਤ ਹੋ ਗਏ। ਪਾਤਸ਼ਾਹ ਜੀ ਫਰਮਾਵਣਾ ਕਰਦੇ ਨੇ ਪਰਮਾਤਮਾ ਵਾਹਿਗੁਰੂ ਜੀ ਦਾ ਜਸ ਤਾਂ ਇੱਕ ਖਿਣ ਮਾਤਰ ਵੀ, ਅਲਪਕਾਲ ਥੋੜਾ ਜਿਹਾ ਸਮਾਂ ਵੀ ਨਹੀਂ ਸੁਣਦੇ। ਕਰਨ ਨਾ ਸੁਨਹੀ ਹਰ ਜਸ ਬਿੰਦ। ਜੋ ਬਿੰਦ ਜਾਣਨੇ ਯੋਗ ਪਰਮਾਤਮਾ ਹੈ, ਜਿਸ ਨੂੰ ਜਾਣਨ ਦੇ ਨਾਲ ਸੁਖ ਮਿਲਦਾ ਹੈ, ਜਿਸ ਨੂੰ ਜਾਣ ਕਰਕੇ ਸਫਲੇ ਹੋ ਜਾਈਦਾ ਹੈ, ਜਾਣਨੇ ਯੋਗ ਪਰਮਾਤਮਾ ਜੀ ਦਾ ਜਸ ਇੱਕ ਬਿੰਦ ਮਾਤਰ, ਪਲ ਮਾਤਰ, ਨਿਮਖ ਮਾਤਰ, ਖਿਣ ਮਾਤਰ ਵੀ ਨਹੀਂ ਸੁਣਨਾ ਕਰਦੇ ਨੇ। ਇਸੇ ਪ੍ਰਕਾਰ ਜਿਸ ਪਰਮਾਤਮਾ ਨੂੰ ਸੁਣ ਕਰਕੇ ਆਤਮ ਗਿਆਨ ਦੇ ਬਿੰਦ ਗਿਆਤਾ ਹੋ ਜਾਈਦਾ, ਆਤਮ ਸਰੂਪ ਨੂੰ ਜਾਣ ਲਈਦਾ ਤੇ ਇਸ ਦੇ ਜਸ ਨੂੰ ਪਲ ਮਾਤਰ, ਖਿਣ ਮਾਤਰ, ਅਲਪਕਾਲ ਸਮਾਂ ਉਸ ਦੇ ਜਸ ਨੂੰ ਨਹੀਂ ਸੁਣਦੇ ਹਨ। ਹਿਰਹਿ ਪਰ ਦਰਬ ਉਦਰ ਕੈ ਤਾਈ। ਤੇ ਆਪਣੇ ਪੇਟ ਨੂੰ ਪਾਲਣ ਵਾਸਤੇ, ਪੇਟ ਨੂੰ ਭਰਨ ਵਾਸਤੇ ਪਰ ਦਰਬ ਜਿਹੜਾ ਪਰਾਇਆ ਧਨ ਹੈ ਤਿਸ ਨੂੰ ਹਿਰਹਿ ਚੁਰਾ ਲੈਂਦੇ ਨੇ। ਕਿਸੇ ਦਾ ਜ਼ੋਰ ਦੇ ਨਾਲ ਹੱਕ ਮਾਰ ਲਿਆ, ਕਿਸੇ ਦੇ ਨਾਲ ਹਿਸਾਬ ਕਿਤਾਬ ਵਿੱਚ ਹੀਰਾ ਫੇਰੀ ਕਰ ਲਈ। ਜੇ ਦੁਕਾਨ ਕਰਦਾ ਤੇ ਘੱਟ ਤੋਲ ਕਰਕੇ ਦੇਣਾ। ਇਸੇ ਪ੍ਰਕਾਰ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਬੇਅੰਤ ਪ੍ਰਕਾਰ ਦੇ ਵਲ ਕਰਕੇ, ਛਲ ਕਰਕੇ, ਦਗਾ ਕਰਕੇ, ਫਰੇਬ ਕਰਕੇ ਪਰਾਏ ਧਨ ਨੂੰ ਵੀ ਹਾਰ ਰਿਹਾ ਹੈ। ਮਲਕ ਭਾਗੋ ਦੀ ਸਾਖੀ ਸਾਰੇ ਸੁਣੀ ਜਾਂਦੇ ਆ, ਪਰ ਭਾਗਾਂ ਵਾਲੇ ਹੁੰਦੇ ਨੇ ਉਹ ਜਿਹੜੇ ਉਹਦੇ ਚੋਂ ਸਿੱਖਿਆ ਲੈ ਕਰਕੇ ਤੇ ਭਾਈ ਲਾਲੋ ਵਰਗੀ ਕਿਰਤ ਕਰਦੇ ਨੇ। ਖਿਮਾ ਕਰਨਾ, ਬਹੁਤੇ ਮਲਕ ਭਾਗੋ ਵਰਗੀ ਕਿਰਤ ਦਾ ਤਿਆਗ ਨਹੀਂ ਕਰਦੇ, ਜਿਨ੍ਹਾਂ ਦੇ ਮੱਥੇ ਦੇ ਪੂਰਬਲੇ ਭਾਗ ਸ਼ੁਭ ਭਾਗ ਨਹੀਂ ਜਾਗੇ। ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਨੇ ਪਰਾਇਆਂ ਦੇ ਹੱਕ ਨੂੰ ਖੋਹਣ ਵਾਸਤੇ ਬਹੁਤੇ ਉਪਦਰਵ ਯਤਨ ਕਰਕੇ ਉਹਨਾਂ ਦੇ ਧਨ ਨੂੰ ਚੁਰਾ ਲੈਂਦਾ ਹੈ, ਜਾਂ ਖੋਹ ਲੈਂਦਾ, ਜਾਂ ਹੱਕ ਮਾਰ ਲੈਂਦਾ ਹੈ। ਅਗਨ ਨਾ ਨਿਵਰੈ ਤ੍ਰਿਸ਼ਨਾ ਨ ਬੁਝਾਈ। ਮਹਾਰਾਜ ਇਹ ਦੂਜਿਆਂ ਦਾ ਹੱਕ ਕਿਉਂ ਖੋਹਦੇ ਨੇ? ਜਦੋਂ ਹੱਕ ਸੱਚ ਦੀ ਦਸਾਂ ਨੌਹਾਂ ਦੀ ਕਿਰਤ ਕਰਕੇ ਭਾਈ ਲਾਲੋ ਵਾਂਗੂ ਸੋ ਆਪਣੇ ਪਰਿਵਾਰ ਦੀ ਤੇ ਆਪਣੀ ਪਰਵਰਿਸ਼ ਹੋ ਸਕਦੀ, ਉਪਜੀਵਕਾ ਚੱਲ ਸਕਦੀ ਹੈ, ਫਿਰ ਪਰਾਇਆ ਹੱਕ ਕਿਉਂ ਮਾਰਦੇ ਨੇ? ਹਜ਼ੂਰ ਫਰਮਾਉਂਦੇ ਨੇ ਅਗਨ ਨਾ ਨਿਵਰੈ, ਕਿਉਂਕਿ ਹਿਰਦੇ ਦੇ ਵਿੱਚ ਪਦਾਰਥਾਂ ਨੂੰ ਪ੍ਰਾਪਤ ਕਰਨੇ ਵਾਸਤੇ ਤ੍ਰਿਸ਼ਨਾ ਨਾ ਬੁਝਾਈ। ਤ੍ਰਿਸ਼ਨਾ ਹਿਰਦੇ ਦੇ ਵਿੱਚੋਂ ਬੁਝਾਈ ਨਹੀਂ, ਅਗਨੀ ਦੀ ਨਿਵਰਤੀ ਹੋਈ ਨਹੀਂ। ਪਦਾਰਥਾਂ ਨੂੰ ਪ੍ਰਾਪਤ ਕਰਨ ਵਾਸਤੇ ਤ੍ਰਿਸ਼ਨਾ ਦੇ ਲਟਾਲਟ ਭਾਂਬੜ ਪਏ ਮੱਚਦੇ ਨੇ। ਮਹਾਰਾਜ ਅੱਗ ਬੁਝਦੀ ਕਿਉਂ ਨਹੀਂ? ਹਜ਼ੂਰ ਕਹਿੰਦੇ ਭਾਈ ਨਾਮ ਰੂਪੀ ਜਲ ਜੂ ਨਹੀਂ ਪਾਇਆ। ਨਾਮ ਰੂਪੀ ਜਲ ਪਾਇਆ ਹੁੰਦਾ ਤੇ ਤ੍ਰਿਸ਼ਨਾ ਦੀ ਅੱਗ ਬੁਝ ਜਾਣੀ ਸੀ। ਇਸੇ ਪ੍ਰਕਾਰ ਅਗਨ ਨਾ ਨਿਵਰੈ, ਮੰਦ ਕਰਮੀ ਤਾਂ ਐ ਹਿਰਦੇ ਦੇ ਵਿੱਚੋਂ ਕਾਮ ਦੀ ਅੱਗ ਕਦੇ ਨਿਵਰਤੀ ਨਹੀਂ ਹੁੰਦੀ। ਦੂਸਰਿਆਂ ਦੇ ਨਾਲ ਧੱਕਾ ਕਰਦਾ ਹੈ, ਦੂਸਰਿਆਂ ਨੂੰ ਇਸੇ ਪ੍ਰਕਾਰ ਮਾੜਾ ਕਹਿੰਦਾ ਹੈ, ਆਪਣੇ ਆਪ ਨੂੰ ਵੱਡਾ ਕਹਿੰਦਾ ਹੈ, ਕਿਉਂਕਿ ਇਸੇ ਪ੍ਰਕਾਰ ਹੰਕਾਰ ਦੀ ਅੱਗ ਹਿਰਦੇ ਦੇ ਅੰਦਰ ਲਟਾਲਟ ਮੱਚਦੀ ਪਈ ਹੈ। ਅਗਨ ਨਾ ਨਿਵਰੈ, ਹੰਕਾਰ ਦੀ ਅੱਗ ਦੀ ਨਿਵਰਤੀ ਨਹੀਂ ਹੁੰਦੀ ਮਨ ਦੇ ਵਿੱਚੋਂ, ਤੇ ਨਾਮ ਰੂਪੀ ਜਲ ਨੂੰ ਨਾ ਪਾਉਣੇ ਕਰਕੇ ਤ੍ਰਿਸ਼ਨਾ ਨਾ ਬੁਝਾਈ।
ਮਨ ਦੇ ਵਿੱਚੋਂ ਅੰਤਸ਼ ਕਰਨ ਦੇ ਵਿੱਚੋਂ ਤ੍ਰਿਸ਼ਨਾ ਦੀ ਅੱਗ ਵੀ ਇਸ ਦੇ ਨਹੀਂ ਬੁਝੀ ਹੈ। ਹਰ ਸੇਵਾ ਬਿਨ ਇਹ ਫਲ ਲਾਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਨੇ, ਸਿੱਖੋ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸੇਵਾ ਤੋਂ ਹੀਣੇ ਹੋਣ ਕਰਕੇ, ਸੇਵਾ ਨਾ ਕਰਨੇ ਕਰਕੇ ਐਸੇ ਪਾਪ ਕਰਮ ਜੀਵ ਕਰਦੇ ਨੇ ਤੇ ਫਿਰ ਦੁੱਖਾਂ ਰੂਪੀ ਫਲ ਲਾਗੇ ਫਲ ਲੱਗਦੇ ਨੇ। ਇਹ ਜਿਤਨੇ ਦੁੱਖਾਂ ਰੂਪੀ ਫਲ ਕਥਨ ਕਰਨਾ ਕੀਤੇ ਨੇ ਨਾ, ਕਿ ਰਸਨਾ ਦੇ ਨਾਲ ਨਾਮ ਨੂੰ ਜਪਦੇ ਨਹੀਂ, ਵਿਪਰੀਤੀ ਉਲਟੀ ਮਤ ਧਾਰਨ ਕੀਤੀ ਹੈ, ਪਰ ਇਸਤਰੀ ਗਾਮੀ ਹੋ ਕਰਕੇ ਨਰਕਗਾਮੀ ਹੁੰਦੇ ਨੇ, ਸਾਧੂਆਂ ਦੀ ਨਿੰਦਿਆ ਕਰਦੇ ਨੇ, ਵਾਹਿਗੁਰੂ ਜੀ ਦਾ ਜਸ ਨਹੀਂ ਸੁਣਦੇ, ਪਰਾਏ ਧਨ ਨੂੰ ਚੁਰਾਉਂਦੇ ਨੇ, ਚੋਰੀ ਕਰਦੇ, ਹੱਕ ਮਾਰਦੇ ਨੇ, ਸਦਾ ਹੰਕਾਰੀ ਹੋਏ ਰਹਿੰਦੇ ਨੇ, ਤ੍ਰਿਸ਼ਨਾ ਨਹੀਂ ਬੁਝਦੀ। ਇਹ ਸਾਰੇ ਪਾਪ ਕਰਮ ਉਸ ਦੀ ਜ਼ਿੰਦਗੀ ਵਿੱਚ ਆ ਜਾਂਦੇ ਨੇ, ਜੀਵਨ ਵਿੱਚ ਆ ਜਾਂਦੇ ਨੇ। ਕਿੰਨਾਂ ਦੇ ਜੀਵਨ ਵਿੱਚ? ਜਿਹੜੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਨਹੀਂ ਕਰਦੇ, ਜਿਹੜੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਤੋਂ ਹੀਣੇ ਨੇ, ਸਾਰੇ ਪਾਪ ਕਰਮਾਂ ਨੂੰ ਕਰਦੇ ਨੇ, ਫਿਰ ਇਹ ਦੁੱਖਾਂ ਰੂਪੀ ਫਲ ਲੱਗਦੇ ਨੇ। ਸਾਧ ਸੰਗਤ ਜੀ, ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ ਕੇਵਲ ਤਾਂ ਕੇਵਲ 1 ਘੰਟਾ ਦਿਨ ਦੇ ਸਮੇਂ ਆਰਾਮ ਕਰਿਆ ਕਰਦੇ, ਸਾਰੀ ਰਾਤ ਵੀ ਜਾਗ ਕੇ ਸਿਮਰਨ ਕਰਨਾ। ਤੇ ਜਥੇ ਦੇ ਸਿੰਘ, ਕਿਉਂਕਿ ਦਮਦਮੀ ਟਕਸਾਲ ਦੇ ਆਪ ਜੀ ਮੁਖੀ ਹੋਏ ਨੇ, 10ਵੇਂ ਮੁਖੀ, ਤੇ ਅੰਮ੍ਰਿਤ ਵੇਲੇ ਉੱਠ ਕਰਕੇ 1 ਵਜੇ ਨੂੰ ਖੂਹ ਦੇ ਵਿੱਚੋਂ 150 ਗਾਗਰਾਂ ਪਾਣੀ ਦੀਆਂ ਕੱਢ ਕੇ ਤੇ ਟੂਟੀਆਂ ਭਰ ਦੇਣੀਆਂ। ਸਿੰਘਾਂ ਨੇ ਉੱਠ ਕੇ ਇਸ਼ਨਾਨ ਕਰਨਾ। ਇਹ ਬਾਣੀ ਪੜਨ ਵਾਲੇ ਸਿੰਘ ਨੇ, ਸੇਵਾ ਕਮਾ ਲਈਏ। ਤੇ ਸਿੰਘਾਂ ਨੇ ਬੇਨਤੀ ਕਰਨੀ, ਮਹਾਂਪੁਰਖੋ ਇਹ ਸੇਵਾ ਸਾਨੂੰ ਕਰ ਲੈਣ ਦਿਓ, ਆਪ ਜੀ ਹੁਣ ਸੇਵਾ ਨਾ ਕਰਿਆ ਕਰੋ, ਅਵਸਥਾ ਪੂਰਨ ਹੈ, ਮਹਾਰਾਜ ਇਹ ਸੇਵਾ ਸਾਡੇ ਲਈ ਰਹਿਣ ਦਿਓ। ਤੇ ਮਹਾਂਪੁਰਖ ਬਚਨ ਕਰਿਆ ਕਰਦੇ, ਭਾਈ ਨਾਮ ਜਪਣੇ ਦੇ ਨਾਲ ਮਨ ਤੇ ਪਵਿੱਤਰ ਹੋ ਜਾਂਦਾ ਹੈ, ਰਸਨਾ ਤੇ ਪਵਿੱਤਰ ਹੋ ਜਾਂਦੀ ਹੈ, ਪਰ ਸਰੀਰ ਸਫਲਾ ਹੁੰਦਾ ਜਦੋਂ ਸੇਵਾ ਕਰੀਏ। ਤੇ ਮਹਾਂਪੁਰਖਾਂ ਨੇ ਐਵੇਂ ਸਿੰਘਾਂ ਦੀ ਸੇਵਾ ਵਾਸਤੇ 150 ਗਾਗਰ ਪਾਣੀ ਦੀ ਕੱਢ ਕੇ 1 ਵਜੇ ਨੂੰ ਟੂਟੀਆਂ ਭਰ ਦੇਣੀਆਂ। ਆਪਣੇ ਹੱਥੀਂ ਅੰਮ੍ਰਿਤ ਵੇਲੇ ਪਹਿਲਾਂ ਉੱਠਣਾ, ਸਣ ਕੇਸੀ ਇਸ਼ਨਾਨ ਕਰਨਾ, ਕੱਲਾ ਕੱਲਾ ਦਾਣਾ ਕਣਕ ਦਾ ਚੁਗਣਾ, ਫਿਰ ਉਸ ਦੇ ਨਾਲ ਚੱਕੀ ਪੀਸਣੀ, ਫਿਰ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਮਹਾਰਾਜ ਜੀ ਨੂੰ ਭੋਗ ਲਵਾਉਣਾ। ਕਹਿਣਾ 10 ਪਾਤਸ਼ਾਹੀਆਂ ਆਪ ਛਕਦੀਆਂ ਨੇ, ਮਹਾਰਾਜ ਜੀ ਨੂੰ ਬਾਸੀ ਆਟੇ ਦਾ, ਬੇਹੇ ਆਟੇ ਦਾ ਭੋਗ ਨਹੀਂ ਲਵਾਉਣਾ, ਤਾਜ਼ਾ ਪੀਸ ਕਰਕੇ ਭੋਗ ਲਵਾਉਣਾ। ਐਵੇਂ ਆਪ ਹੱਥੀਂ ਸੇਵਾ ਕਰਿਆ ਕਰਦੇ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਿਧਾਂਤ ਹੈ, ਭਾਈ ਸੇਵਾ ਕਰਨੇ ਦੇ ਨਾਲ ਸਰੀਰ ਸਫਲਾ ਹੁੰਦਾ ਹੈ। ਤੇ ਜਿਹੜੇ ਸੇਵਾ ਨਹੀਂ ਕਰਦੇ, ਹਰ ਸੇਵਾ ਬਿਨ, ਗੁਰ ਪਰਮੇਸ਼ਰ ਜੀ ਦੀ ਸੇਵਾ ਤੋਂ ਬਿਨਾਂ ਹਨ, ਹੀਣੇ ਹਨ, ਰਹਿਤ ਹਨ, ਨਹੀਂ ਕਰਦੇ ਸੇਵਾ, ਫਿਰ ਇਹ ਵਿਕਾਰਾਂ ਰੂਪੀ ਸਾਰੇ ਫਲ ਆ ਕਰਕੇ ਉਹਨਾਂ ਨੂੰ ਲੱਗਦੇ ਨੇ। ਵਿਕਾਰ ਕਰਦੇ ਨੇ ਤੇ ਵਿਕਾਰਾਂ ਨੂੰ ਫਿਰ ਜਿਸ ਵੇਲੇ ਵਿਕਾਰ ਆਪਣਾ ਫਲ ਦਿੰਦੇ ਨੇ, ਫਿਰ ਸਾਰੇ ਹੀ ਦੁੱਖਾਂ ਨੂੰ ਉਹ ਭੋਗਣਾ ਕਰਦੇ ਹਨ। ਨਾਨਕ ਪ੍ਰਭ ਬਿਸਰਤ ਮਰ ਜਾਮਾਹੇ ਅਭਾਗੇ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰ ਜੀ ਫਰਮਾਉਂਦੇ ਨੇ, ਇਹ ਪਿਆਰਿਓ ਗੁਰਸਿੱਖੋ, ਪ੍ਰਭ ਬਿਸਰਤ, ਜਿਨ੍ਹਾਂ ਨੂੰ ਰੱਬ ਹੀ ਭੁੱਲ ਗਿਆ, ਜਿਹੜੇ ਵਾਹਿਗੁਰੂ ਜੀ ਦੀ ਪਰਮਾਤਮਾ ਜੀ ਦੀ ਬੰਦਗੀ ਨਹੀਂ ਨਾ ਕਰਦੇ, ਮਾਰੇ ਜੰਮਹੇ ਅਭਾਗੇ, ਬਾਰ-ਬਾਰ ਮਰ ਕਰਕੇ ਬਾਰ-ਬਾਰ ਉਹ ਅਭਾਗੇ ਜੰਮਦੇ ਰਹਿੰਦੇ ਨੇ, ਅਥਵਾ ਫਿਰ ਜੰਮਦੇ ਨੇ, ਫਿਰ ਮਰਦੇ ਨੇ, ਫਿਰ ਮਰਦੇ ਨੇ, ਫਿਰ ਜੰਮਦੇ ਨੇ। ਜਮ ਜਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਲੰਬਾ ਚਿਰ ਕਾਲ, ਜੁਗਾ ਜੁਗਾਂਤਰਾਂ ਤੱਕ ਗਰਭ ਜੋਨੀਆਂ ਵਿੱਚ ਦੁੱਖ ਪਾਉਂਦੇ ਤੇ ਜੰਮਦੇ ਮਰਦੇ ਰਹਿੰਦੇ ਨੇ। ਉਹਨਾਂ ਦੇ ਜੰਮਣ ਮਰਨ ਦੀ ਨਿਵਰਤੀ ਨਹੀਂ ਹੁੰਦੀ ਹੈ ਜੀ। ਸਲੋਕ 10 ਦਿਸ ਖੋਜਤ ਮੈਂ ਫਿਰਿਓ, ਜਤ ਦੇਖਾਂ ਤਤ ਸੋਏ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਬੰਦਗੀ ਤਾਂ ਹੀ ਹੋਣੀ ਹੈ ਜੇ ਮਨ ਨੂੰ ਪਿਆਰ ਲੱਗੇ, ਪਰ ਮਹਾਰਾਜ ਇਹ ਮਨ ਤੇ ਵਸ ਵਿੱਚ ਆਉਂਦਾ ਹੀ ਨਹੀਂ। ਬੜਾ ਚੰਚਲ ਹੈ, ਕੱਚੇ ਪਾਰੇ ਵਾਂਗੂ ਸਦਾ ਡੋਲਦਾ ਹੀ ਰਹਿੰਦਾ ਹੈ, ਪਿੱਪਲ ਦੇ ਸਿਰੇ ਦੀ ਕੁਰੰਬਲੀ ਵਾਂਗੂ ਹਿਲਦਾ ਹੀ ਰਹਿੰਦਾ ਹੈ, ਦੀਵੇ ਦੀ ਲਾਟ ਵਾਂਗੂ ਸਦਾ ਡਗ ਮਗਾਉਂਦਾ ਹੀ ਰਹਿੰਦਾ ਹੈ। ਮਹਾਰਾਜ ਇਹ ਤੇ ਵਸ 'ਚ ਹੀ ਨਹੀਂ ਆਉਂਦਾ। ਕੋਈ ਐਸਾ ਯਤਨ ਹੈ ਜਿਸ ਦੇ ਨਾਲ ਇਹ ਜਿਹੜਾ ਮਨ ਹੈ ਵਸ ਦੇ ਵਿੱਚ ਆ ਜਾਵੇ? ਤਾਂ ਹਜ਼ੂਰ ਫਰਮਾਵਣਾ ਕਰਦੇ ਨੇ, ਸਿੱਖੋ ਅਸਾਂ ਨੇ 10 ਹੀ ਦਿਸ਼ਾਵਾਂ ਦੇ ਵਿੱਚ ਜਾ ਕਰਕੇ ਦੇਖ ਲਿਆ। ਜਿੱਥੇ ਵੀ ਕਿਸੇ ਨੂੰ ਜਾ ਕਰਕੇ ਦੇਖਣਾ ਕੀਤਾ ਹੈ, ਦਹਿ ਦਿਸ ਖੋਜਤ ਮੈਂ ਫਿਰਿਓ, ਜਤ ਦੇਖਾਓ। ਜਿੱਥੇ ਕਿਥੇ ਵੀ ਦੇਖਣਾ ਕਰਦੇ ਹਾਂ ਤਤ ਸੋਏ, ਉਥੇ ਹੀ ਜਿਹੜਾ ਮਨ ਵਿਕਾਰੀ ਹੋਇਆ ਪਿਆ ਹੈ। ਤੀਰਥਾਂ ਤੇ ਜਾ ਕਰਕੇ ਪੰਡਤਾਂ ਨੂੰ ਦੇਖ ਲਿਆ, ਸਭਾ ਵਿੱਚ ਜਾ ਕਰਕੇ ਵਿਦਵਾਨਾਂ ਨੂੰ ਦੇਖ ਲਿਆ, ਇਸੇ ਪ੍ਰਕਾਰ ਅਮੀਰਾਂ ਨੂੰ ਦੇਖ ਲਿਆ, ਰਜਵਾੜਿਆਂ ਨੂੰ ਦੇਖ ਲਿਆ, ਸਾਰਿਆਂ ਨੂੰ ਦੇਖ ਲੈਣਾ ਕੀਤਾ। ਜਿੱਥੇ ਜਿੱਥੇ ਵੀ ਜਾ ਕਰਕੇ ਦੇਖਿਆ, ਇਹੋ ਹੀ ਤੱਕਿਆ ਸਾਰੀ ਸ੍ਰਿਸ਼ਟੀ ਦੇ ਲੋਕ ਮਨ ਦੇ ਅਧੀਨ ਹੋਏ ਪਏ ਨੇ। ਜਿੱਥੇ ਜਿੱਥੇ ਵੀ ਜੀਵ ਬੈਠੇ ਨੇ, ਮਨ ਵਿਕਾਰਾਂ ਦੇ ਨਾਲ ਤੇ ਕਾਮਨਾਵਾਂ ਦੇ ਨਾਲ ਭਰੇ ਹੀ ਪਏ ਨੇ।
ਸੋ ਮਨ ਦੀ ਪਵਿੱਤਰਤਾ ਨਹੀਂ ਕਿਧਰੇ ਨਜ਼ਰ ਆਉਂਦੀ ਹੈ। ਮਨ ਬਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ। ਫਿਰ ਗਰੀਬ ਨਿਵਾਜ ਅਸੀਂ ਆਪ ਜੀ ਦੇ ਮੁਬਾਰਕ ਚਰਨਾਂ ਦੀ ਸ਼ਰਨ ਵਿਖੇ ਪਏ ਆਂ। ਕਿਰਪਾਲਤਾ ਕਰਕੇ ਉਪਦੇਸ਼ ਦੀ ਦਾਤ ਬਖਸ਼ੋ। ਇਹ ਸਾਡਾ ਮਨ ਵਸ ਵਿੱਚ ਕਿਵੇਂ ਹੋ ਜਾਵੇ? ਜਦੋਂ ਤੱਕ ਮਨ ਵਸ ਵਿੱਚ ਨਹੀਂ, ਵਿਕਾਰ ਨਹੀਂ ਛੁੱਟਣਗੇ। ਜਦੋਂ ਤੱਕ ਵਿਕਾਰ ਨਹੀਂ ਛੁੱਟਦੇ ਉਦੋਂ ਤੱਕ ਪ੍ਰੇਮਾ ਭਗਤੀ ਨਹੀਂ ਹੋ ਪਾਉਂਦੀ ਏ। ਸੱਚੇ ਪਾਤਸ਼ਾਹ ਮਨ ਕਿਵੇਂ ਵਸ ਵਿੱਚ ਹੋਏ? ਤਾਂ ਹਜ਼ੂਰ ਫਰਮਾਉਂਦੇ ਨੇ, ਭਾਈ ਮਨ ਉਦੋਂ ਵਸ ਆਵੇ, ਵਸ ਦੇ ਵਿੱਚ ਆ ਜਾਂਦਾ ਜਦੋਂ ਪੂਰਨ ਕਿਰਪਾ ਹੋਏ। ਨਿਰੰਕਾਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਪੂਰਨ ਕਿਰਪਾ ਹੋ ਜਾਏ ਨਾ, ਅਥਵਾ ਜੋ ਪੂਰਨ ਨਿਰੰਕਾਰ ਭਗਵਾਨ ਜੀ ਨੇ ਉਹ ਕਿਰਪਾ ਕਰ ਦੇਣ ਨਾ, ਜੋ ਪੂਰਨ ਪਰਮਾਤਮਾ ਜੀ ਦਾ ਸਰਗੁਣ ਸਰੂਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਇਹ ਪੂਰਨ ਗੁਰ ਅਵਤਾਰ ਨੇ, ਜੇ ਕਿਰਪਾ ਕਰ ਦੇਣ ਨਾ ਤਾਂ ਮਨ ਜਿਹੜਾ ਵਸ ਦੇ ਵਿੱਚ ਆਉਂਦਾ। ਸਾਧ ਸੰਗਤ ਜੀ ਨਹੀਂ ਤੇ ਅਵਤਾਰਾਂ ਦਾ ਵੀ ਮਨ ਵਸ ਦੇ ਵਿੱਚ ਨਹੀਂ ਰਹਿੰਦਾ। ਇਤਿਹਾਸ ਦੇ ਵਿੱਚ ਬਚਨ ਆਉਂਦੇ ਨੇ, ਜਦੋਂ ਸੀਤਾ ਜੀ ਨੂੰ ਸਵੰਬਰ ਦੇ ਵਿੱਚੋਂ ਜਿੱਤਣ ਵਾਸਤੇ ਰਾਮਚੰਦਰ ਜੀ ਨੇ ਤੀਰ ਕਮਾਨ ਤੇ ਚਿੱਲਾ ਚਾੜਿਆ ਨਾ, ਜਿਹੜਾ ਕਿਸੇ ਤੋਂ ਚੱਕਿਆ ਵੀ ਨਹੀਂ ਸੀ ਜਾਂਦਾ, ਜ਼ੋਰ ਦੇ ਨਾਲ ਤੰਦੀ ਨੂੰ ਖਿੱਚਿਆ, ਇਹਨੇ ਜ਼ੋਰ ਦੇ ਨਾਲ ਖਿੱਚਿਆ ਕਿ ਉਹ ਜਿਹੜਾ ਸ਼ਿਵ ਧਨੁਖ ਸੀ ਉਹ ਟੁੱਟ ਹੀ ਗਿਆ। ਜਦੋਂ ਸ਼ਿਵ ਧਨੁਖ ਟੁੱਟ ਗਿਆ ਨਾ ਤੇ ਉੱਥੇ ਜਿਤਨੀਆਂ ਇਸਤਰੀਆਂ ਸਨ ਸਾਰਿਆਂ ਦੇ ਮਨ ਮੋਹੇ ਗਏ। ਰਾਮਚੰਦਰ ਜੀ ਐਸੇ ਪੁਰਸ਼ਾਰਥ ਵਾਲੇ ਬਲਵਾਨ ਪੁਰਖ ਨੇ, ਸੀਤਾ ਜੀ ਨੂੰ ਵਰ ਲੈਣ ਲੱਗੇ ਨੇ, ਇਹ ਤੇ ਪਤੀ ਰੂਪ ਚ ਸਾਨੂੰ ਪ੍ਰਾਪਤ ਹੋਣੇ ਚਾਹੀਦੇ ਸੀ, ਇਹ ਸਾਡਾ ਪਤੀ ਬਣਦਾ। ਤੇ ਇਸ ਵੇਲੇ ਰਾਮਚੰਦਰ ਜੀ ਤਿੰਨਾਂ ਦੇ ਮਨ ਦੇ ਫੁਰਨੇ ਨਾ ਮੇਟ ਸਕੇ ਤੇ ਐਵੇਂ ਫਿਰ ਸੰਕਲਪ ਕਰ ਲੈਣਾ ਕੀਤਾ ਸੀ, ਇਸ ਜਨਮ ਵਿੱਚ ਤੇ ਤੁਹਾਨੂੰ ਨਹੀਂ ਵਰ ਸਕਦਾ, ਪਰ ਅਗਲੇ ਜਨਮ ਦੇ ਵਿੱਚ ਤੁਹਾਡੀ ਸਾਰਿਆਂ ਦੀ ਇੱਛਾ ਪੂਰੀ ਕਰਾਂਗਾ। ਫਿਰ ਅਗਲੇ ਜਨਮ ਦੇ ਵਿੱਚ ਸਾਰੀਆਂ ਉਹ ਜਿਹੜੀਆਂ ਸਨ ਇਸਤਰੀਆਂ ਗੋਪੀਆਂ ਬਣ ਕੇ ਆਈਆਂ ਤੇ ਭਗਵਾਨ ਕ੍ਰਿਸ਼ਨ ਜੀ ਨੇ ਫਿਰ ਰਾਸ ਲੀਲਾ ਕਰਨਾ ਕੀਤੀ ਏ। ਨਾ ਆਪਣੇ ਮਨ ਨੂੰ ਕੰਟਰੋਲ ਕਰ ਸਕੇ, ਨਾ ਉਹਨਾਂ ਦੇ ਨੂੰ ਵਸ ਵਿੱਚ ਕਰ ਸਕੇ। ਹਜ਼ੂਰ ਫਰਮਾਉਂਦੇ ਨੇ, ਇਹ ਤੇ ਅਵਤਾਰਾਂ ਦਾ ਵੀ ਵਸ ਨਹੀਂ, ਇਹ ਤੇ ਨਿਰੰਕਾਰ ਜੀ ਦੇ ਸਰਗੁਣ ਸਰੂਪ ਪੂਰੇ ਸਤਿਗੁਰੂ ਜੀ ਕਿਰਪਾ ਕਰਨ ਤਾਂ ਵਸ ਦੇ ਵਿੱਚ ਆਉਂਦਾ। ਇਸੇ ਪ੍ਰਕਾਰ ਪੂਰਨ ਕਿਰਪਾ ਹੋਏ। ਸਾਧ ਸੰਗਤ ਜੀ, 5 ਪ੍ਰਕਾਰ ਦੀ ਕਿਰਪਾ ਹੋ ਜਾਵੇ ਤੇ ਫਿਰ ਪੂਰਨ ਕਿਰਪਾ ਮੰਨੀ ਜਾਂਦੀ ਏ। ਉਹ 5 ਕਿਰਪਾ ਨੇ। ਜਦੋਂ ਪਹਿਲੀ ਕਿਰਪਾ ਹਰੀ ਨਿਰੰਕਾਰ ਵਾਹਿਗੁਰੂ ਜੀ ਕਰਦੇ ਨੇ, ਫਿਰ ਮਨੁੱਖਾ ਸਰੀਰ ਮਿਲਦਾ ਹੈ, ਮਨੁੱਖਾ ਸਰੀਰ ਦੀ ਪ੍ਰਾਪਤੀ ਹੋ ਜਾਣੀ, ਇਹ ਪਹਿਲੀ ਕਿਰਪਾ ਹੈ ਨਿਰੰਕਾਰ ਜੀ ਦੀ। ਫਿਰ ਪੂਰੇ ਗੁਰੂ ਦੀ ਪ੍ਰਾਪਤੀ ਹੋਣੀ ਤੇ ਗੁਰ ਮੰਤਰ ਦੀ ਪ੍ਰਾਪਤੀ ਹੋ ਜਾਣੀ, ਨਾਮ ਦੀ ਪ੍ਰਾਪਤੀ ਹੋ ਜਾਣੀ, ਇਹ ਪੂਰੀ ਕਿਰਪਾ ਹੈ ਗੁਰੂ ਦੀ। ਮਨ ਵਿਕਾਰਾਂ ਵੱਲੋਂ ਮੁੜ ਆਵੇ, ਇਹ ਕਿਰਪਾ ਹੈ ਸਾਧ ਸੰਗਤ ਦੀ। ਇਸੇ ਪ੍ਰਕਾਰ ਜਿਹੜੇ ਪੂਰਬਲੇ ਕਰਮ ਨੇ ਮਨ ਨੂੰ ਪ੍ਰੇਰ ਕਰਕੇ ਵਿਕਾਰਾਂ ਵੱਲੋਂ ਹਟਾ ਦੇਣ, ਇਹ ਪੂਰਨ ਕਿਰਪਾ ਹੈ ਪੂਰਬਲੇ ਕਰਮਾਂ ਦੀ। ਤੇ 5ਵੀਂ ਕਿਰਪਾ ਜੀਵ ਦੀ ਆਪਣੀ ਹੈ। ਪਹਿਲਾਂ ਆਪਣੇ ਜੀਵ ਤੇ ਪਰਉਪਕਾਰ ਕਰਕੇ ਕਿਰਪਾ ਕਰਕੇ ਬੰਦਗੀ ਕਰਨ ਦੇ ਵਿੱਚ ਲੱਗੇ। ਇਸ ਪ੍ਰਕਾਰ ਇਹ 5 ਕਿਰਪਾ ਕਹੀਆਂ ਜਾਂਦੀਆਂ ਨੇ। 5 ਕਿਰਪਾ ਮਿਲ ਜਾਣ ਤਾਂ ਪੂਰਨ ਕਿਰਪਾ ਹੁੰਦੀ ਹੈ। ਤੇ ਸਤਿਗੁਰੂ ਜੀ ਦੇ ਬਚਨ ਨੇ, ਭਾਈ ਨਾਮ ਜਪਣਾ ਸਭ ਤੋਂ ਪਹਿਲਾਂ ਦਇਆ ਜਾਣੈ ਜੀਅ ਕੀ, ਆਪਣੇ ਜੀਵ ਤੇ ਦਇਆ ਕਰਨੀ, ਆਪਣੇ ਆਪ ਤੇ ਕਿਰਪਾ ਕਰਕੇ ਨਾਮ ਜਪਣਾ। ਇਸ ਪ੍ਰਕਾਰ 5 ਕਿਰਪਾ ਨਿਰੰਕਾਰ ਜੀ ਦੀ, ਸਤਿਗੁਰੂ ਜੀ ਦੀ, ਸਾਧ ਸੰਗਤ ਦੀ, ਪੂਰਬਲੇ ਕਰਮਾਂ ਦੀ ਤੇ ਖੁਦ ਦੀ ਹੋ ਜਾਵੇ। ਨਿਮਰਤਾ ਭਾਵ ਦੇ ਨਾਲ ਸਤਿਗੁਰੂ ਜੀ ਦੀ ਸੇਵਾ ਦੇ ਵਿੱਚ ਲੱਗ ਜਾਵੇ, ਬੰਦਗੀ ਕਰਨਾ ਕਰੇ, ਗੁਰ ਉਪਦੇਸ਼ਾਂ ਨੂੰ ਮਨ ਦੇ ਅੰਦਰ ਧਾਰਨ ਕਰਕੇ ਉੱਠਦਿਆਂ ਬੈਠਦਿਆਂ ਜਪਦਾ ਰਵੇ ਸਤਨਾਮ ਸ੍ਰੀ ਵਾਹਿਗੁਰੂ। ਫਿਰ ਪੂਰਨ ਕਿਰਪਾ ਹੋ ਜਾਵੇ ਤੇ ਜਿਹੜਾ ਮਨ ਹੈ ਉਹ ਵਸ ਦੇ ਵਿੱਚ ਆਉਂਦਾ ਹੈ ਜੀ। ਪੌੜੀ 10ਵੀਂ 10 ਦਵਾਰ ਬਸ ਕੀਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ 10ਵੀਂ ਦੇ ਦੁਆਰਾ ਉਪਦੇਸ਼ ਦੇਣਾ ਕਰਦੇ ਨੇ। 10ਵੀਂ ਥਿੱਤ ਦੇ ਰਾਹੀਂ ਪੌੜੀ ਛੰਦ ਦੀ ਚਾਲ ਹੈ। ਭਾਈ ਜਿਨ੍ਹਾਂ ਨੇ ਆਪਣੇ 10 ਹੀ ਕਰਮ ਇੰਦਰੀਆਂ ਤੇ ਗਿਆਨ ਇੰਦਰੀਆਂ ਨੂੰ ਵਸ ਦੇ ਵਿੱਚ ਕਰ ਲੈਣਾ ਕੀਤਾ ਹੈ, ਅੱਖਾਂ ਨੂੰ ਵਸ ਵਿੱਚ ਕਰ ਲੈਣਾ ਕੀਤਾ ਹੈ, ਪਰਾਇਆ ਰੂਪ ਧਨ ਦੇਖ ਕਰਕੇ ਮੈਲੀਆਂ ਨਹੀਂ ਹੁੰਦੀਆਂ, ਮਲੀਨ ਨਹੀਂ ਹੁੰਦੀਆਂ। ਕੰਨਾਂ ਦੇ ਨਾਲ ਨਿੰਦਿਆ ਚੁਗਲੀ ਨਾ ਸੁਣਨੀ, ਇਹ ਕੰਨਾਂ ਨੂੰ ਵਸ ਵਿੱਚ ਕਰਨਾ ਹੈ। ਜ਼ੁਬਾਨ ਦੇ ਨਾਲ ਨਿੰਦਿਆ ਚੁਗਲੀ ਨਾ ਕਰਨਾ, ਇਹ ਜ਼ੁਬਾਨ ਨੂੰ ਵਸ ਦੇ ਵਿੱਚ ਕਰਨਾ ਹੈ। ਹੱਥਾਂ ਦੇ ਨਾਲ ਚੋਰੀ ਚਕਾਰੀ ਨਾ ਕਰਨੀ, ਇਹ ਹੱਥਾਂ ਨੂੰ ਵਸ ਵਿੱਚ ਕਰਨਾ ਹੈ। ਪੈਰਾਂ ਦੇ ਨਾਲ ਕੁਸੰਗਤ ਠੇਕੇ ਸਨੇਮੇ ਨਾ ਜਾਣਾ, ਇਹ ਪੈਰਾਂ ਨੂੰ ਵਸ ਦੇ ਵਿੱਚ ਕਰਨਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਬਚਨ ਕਰਦੇ ਨੇ, ਫਿਰ ਪੜ੍ਹਦੇ ਹੋ ਜੀ। 10ਵੀਂ 10 ਦਵਾਰ ਬਸ ਕੀਨੇ। 10ਵੀਂ ਦੇ ਦੁਆਰਾ ਥਿੱਤ ਦੇ ਰਾਹੀਂ ਸਿੱਖਿਆ ਦਿੰਦੇ ਨੇ, ਭਾਈ ਜਿਨ੍ਹਾਂ ਗੁਰਮੁਖਾਂ ਨੇ ਆਪਣੇ 10 ਹੀ ਦੁਆਰਿਆਂ ਨੂੰ ਅਥਵਾ 9 ਗੋਲਕਾਂ ਤੇ 10ਵਾਂ ਹੈ 10ਮ ਦਵਾਰ, 10 ਦੁਆਰਿਆਂ ਵਾਲੇ ਇਸ ਸਰੀਰ ਨੂੰ, ਅਥਵਾ 5 ਕਰਮ ਇੰਦਰੇ 5 ਗਿਆਨ ਇੰਦਰੇ,
ਇਹਨਾਂ 10 ਕਰਮ ਇੰਦਰੀਆਂ ਗਿਆਨ ਇੰਦਰੀਆਂ ਦੇ ਸਹਿਤ ਸਰੀਰ ਨੂੰ ਵਸ ਦੇ ਵਿੱਚ ਕਰ ਲਿਆ ਹੈ। ਮਨ ਸੰਤੋਖ ਨਾਮ ਜਪ ਲੀਨੇ, ਤੇ ਹਿਰਦੇ ਦੇ ਪਿਆਰ ਕਰਕੇ ਜਪਣਾ ਕੀਤਾ ਹੈ ਸਤਨਾਮ ਸ੍ਰੀ ਵਾਹਿਗੁਰੂ। ਨਾਮ ਨੂੰ ਜਪਣਾ ਕੀਤਾ ਹੈ ਭਾਈ, ਉਹਨਾਂ ਦੇ ਮਨ ਨੂੰ ਸੰਤੋਖ ਆ ਗਿਆ ਹੈ। ਇਹ ਵਿਕਾਰਾਂ ਦੀ ਅੱਗ ਉਸ ਦੇ ਹਿਰਦੇ ਚੋਂ ਬੁਝਦੀ ਏ, ਕਾਮ ਕ੍ਰੋਧ ਦੀ ਅੱਗ, ਤ੍ਰਿਸ਼ਨਾ ਦੀ ਅੱਗ ਉਸ ਦੇ ਹਿਰਦੇ ਚੋਂ ਬੁਝਦੀ ਏ। ਨਹੀਂ ਤਾਂ ਕਿਸੇ ਨੂੰ ਰੱਜ ਨਹੀਂ ਜੇ ਆਉਂਦਾ ਸੰਤੋਖ ਤੋਂ ਬਿਨਾ। ਬਿਨਾ ਸੰਤੋਖ ਨਹੀਂ ਕੋਊ ਰਾਜੈ। ਜਦੋਂ ਇਸ ਪ੍ਰਕਾਰ ਆਪਣੇ ਆਪ ਤੇ ਕਿਰਪਾ ਕਰਕੇ, ਸੋ ਜੀਵ ਆਤਮਾ ਤੇ ਕਿਰਪਾ ਕਰਕੇ ਗੁਰ ਪਰਮੇਸ਼ਰ ਸਤਿਗੁਰੂ ਜੀ ਦੀ ਸਾਧ ਸੰਗਤ ਜੀ ਦੀ ਕਿਰਪਾ ਲੈ ਕਰਕੇ ਨਾਮ ਨੂੰ ਜਪਦਾ ਹੈ ਤਾਂ ਮਨ ਸੰਤੋਖ ਦੇ ਸਹਿਤ ਹੁੰਦਾ ਹੈ ਜੀ। ਕਰਨੀ ਸੁਨੀਐ ਜਸ ਗੋਪਾਲ, ਤੇ ਕੰਨਾਂ ਦੇ ਨਾਲ, ਫਿਰ ਕੰਨਾਂ ਦੇ ਨਾਲ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਜੋ ਗੋਪਾਲ ਸਾਰੀ ਪ੍ਰਿਥਵੀ ਦੀ ਪ੍ਰਤਪਾਲਨਾ ਕਰਨੇ ਵਾਲੇ ਨੇ, ਸਾਰੇ ਸ੍ਰਿਸ਼ਟੀ ਦੀ ਪ੍ਰਤਪਾਲਨਾ ਕਰਨੇ ਵਾਲੇ ਨੇ, ਤੇ ਇਸ ਦੇ ਨਾਮ ਨੂੰ ਭਾਈ ਕੰਨਾਂ ਦੇ ਨਾਲ ਸੁਣਦੇ ਰਹੀਏ। ਨੈਣੀ ਪੇਖਤ ਸਾਧ ਦਇਆਲ, ਸਾਧੂ ਸਦਾ ਕਿਰਪਾਲੂ ਹੁੰਦੇ ਨੇ, ਜੀਵ ਦੇ ਪਾਪ ਕਰਮਾਂ ਨੂੰ ਨਹੀਂ ਚਿਤਾਰਦੇ, ਨਾਮ ਜਪਾ ਕਰਕੇ ਮੁਕਤ ਕਰਦੇ ਨੇ। ਐਸੇ ਸਾਧੂ ਜਨਾਂ ਦੇ ਆਪਣੇ ਨੇਤਰਾਂ ਦੇ ਨਾਲ ਦਰਸ਼ਨ ਕਰਨਾ ਕਰੀਏ। ਨੈਣ ਨਾ ਦੇਖ ਹੈ ਸਾਧ ਸੇ ਨੈਣ ਬਿਹਾਲਿਆ, ਕਰਨ ਨਾ ਸੁਨਹੀ ਨਾਦ ਕਰਨ ਮੁੰਦ ਘਾਲਿਆ। ਹਜ਼ੂਰ ਫਰਮਾਉਂਦੇ ਨੇ ਭਾਈ ਐਸੇ ਨੇਤਰ ਤਾਂ ਬੈਠ ਹੀ ਜਾਣੇ ਚਾਹੀਦੇ, ਅੰਨੀਆਂ ਹੋ ਜਾਣੀਆਂ ਚਾਹੀਦੀਆਂ ਉਹ ਅੱਖਾਂ ਜਿਹੜੀਆਂ ਸਾਧੂ ਦਾ ਦੀਦਾਰ ਨਹੀਂ ਕਰਦੀਆਂ। ਉਹਨਾਂ ਕੰਨਾਂ ਦੇ ਅੰਦਰ ਸਿੱਕਾ ਢਾਲ ਕਰਕੇ ਪਿਘਲਾ ਕਰਕੇ ਪਾ ਦੇਣਾ ਚਾਹੀਦਾ ਹੈ ਜਿਹੜੇ ਕੰਨ ਹਰੀ ਪ੍ਰਮਾਤਮਾ ਜੀ ਦੇ ਜਸ ਨੂੰ ਸਰਵਣ ਨਹੀਂ ਕਰਦੇ। ਸੋ ਐਸੇ ਜਿਹੜੇ ਦਇਆਲੂ ਨੇ ਪ੍ਰਮਾਤਮਾ ਜੀ ਦੇ ਸਾਧ, ਉਹਨਾਂ ਦੇ ਨੇਤਰਾਂ ਦੇ ਨਾਲ ਦਰਸ਼ਨ ਕਰਦੇ ਰਹੀਏ। ਇਸੇ ਪ੍ਰਕਾਰ ਸਾਧ ਕਹੀਏ ਸ੍ਰੇਸ਼ਟ ਸਤਿਗੁਰੂ ਜੀ ਜਿਹੜੇ ਦਇਆਲੂ ਨੇ, ਸਾਰੇ ਪਾਪ ਕਰਮਾਂ ਨੂੰ ਬਖਸ਼ ਕਰਕੇ ਸ਼ਰਨ ਪਿਆਂ ਦੀ ਲੱਜਾ ਰੱਖਦੇ ਨੇ। ਐਸੇ ਸਾਧ ਪੂਰਨ ਕਿਰਪਾਲੂ ਸਤਿਗੁਰੂ ਜੀ ਦੇ ਸਦਾ ਹੀ ਨੇਤਰਾਂ ਦੇ ਨਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਰਹੀਏ। ਰਸਨਾ ਗੁਣ ਗਾਵੈ ਬੇਅੰਤ, ਤੇ ਜੋ ਬੇਅੰਤ ਸਰੂਪ ਜਿਸ ਦਾ ਅੰਤ ਨਹੀਂ ਨਾ ਪਾਇਆ ਜਾਂਦਾ, ਐਸੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਰਸਨਾ ਦੇ ਨਾਲ ਸਦਾ ਹੀ ਗਾਉਂਦੇ ਰਹੀਏ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਉੱਠਦਿਆਂ ਬੈਠਦਿਆਂ ਜਾਗਦਿਆਂ ਸਤਨਾਮ ਸ੍ਰੀ ਵਾਹਿਗੁਰੂ ਹਰ ਵੇਲੇ ਜਪਦੇ ਹੀ ਰਹਿਣਾ ਕਰੀਏ। ਮਨ ਮਹਿ ਚਿਤਵੈ ਪੂਰਨ ਭਗਵੰਤ, ਇਸ ਪ੍ਰਕਾਰ ਜੋ ਭਗਵੰਤ ਪ੍ਰਮਾਤਮਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ, ਇਸ ਦੇ ਨਾਮ ਨੂੰ ਆਪਣੇ ਮਨ ਦੇ ਅੰਦਰ ਸਦਾ ਚਿਤਵਦੇ ਹੀ ਰਹੀਏ, ਸਦਾ ਮਨ ਦੇ ਅੰਦਰ ਚਿਤਾਰਦੇ ਹੀ ਰਹੀਏ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਮਨ ਦੇ ਅੰਦਰ ਚਿੰਤਨ ਕਰਦੇ ਰਹੀਏ, ਰਸਨਾ ਦੇ ਨਾਲ ਉਚਾਰਦੇ ਰਹੀਏ। ਸੋ ਭਗਵੰਤ ਭਾਗਾਂ ਵਾਲੇ ਹੋ ਜਾਵੋਗੇ, ਭਗਵੰਤ ਪਰਮੇਸ਼ਰ ਦਾ ਹੀ ਸਰੂਪ ਹੋ ਜਾਵੋਗੇ। ਹਸਤ ਚਰਨ ਸੰਤ ਟਹਲ ਕਮਾਈਆ, ਇਸ ਪ੍ਰਕਾਰ ਹਸਤ ਹੱਥਾਂ ਦੇ ਨਾਲ ਚਰਨ ਸੰਤ ਜਨਾਂ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਕਰਕੇ ਟਹਿਲ ਸੇਵਾ ਨੂੰ ਕਮਾਉਂਦੇ ਹੀ ਰਹੀਏ। ਤਿੰਨਾਂ ਦੇ ਚਰਨਾਂ ਦੀ ਸੇਵਾ ਮੁੱਠੀ ਚਾਪੀ ਕਰਦੇ ਹੀ ਰਹੀਏ। ਹਸਤ ਹੱਸਦਿਆਂ ਹੋਇਆਂ, ਹੱਸਦਿਆਂ ਹੱਸਦਿਆਂ ਭਾਵ ਸਮਾਹਤ ਚਿੱਤ ਦੇ ਨਾਲ, ਖਿੜੇ ਹੋਏ ਮਨ ਦੇ ਨਾਲ, ਸਹਿਤ ਉਤਸ਼ਾਹ ਅਤੇ ਖੁਸ਼ੀ ਦੇ ਸੰਤ ਜਨਾਂ ਦੇ ਚਰਨਾਂ ਦੀ ਸੇਵਾ ਸਦਾ ਕਰਦੇ ਰਹੀਏ। ਨਾਨਕ ਇਹੋ ਸੰਜਮ ਪ੍ਰਭ ਕਿਰਪਾ ਪਾਈਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਭਰਿਆ ਬਚਨ ਕਰਨਾ ਕਰਦੇ ਨੇ। ਇਹ ਤੇ ਪ੍ਰਭੂ ਦੀ ਕਿਰਪਾ ਹੋ ਜਾਵੇ, ਪਰਮਾਤਮਾ ਦੀ ਕਿਰਪਾ ਹੋ ਜਾਵੇ ਨਾ। ਇਸ ਪ੍ਰਕਾਰ ਇੰਦਰੀਆਂ ਦਾ ਸੰਜਮ ਕਰਨਾ ਤਦੋਂ ਪਾਈਦਾ ਹੈ। ਇਸ ਪ੍ਰਕਾਰ ਸੰਜਮ, ਇਸ ਸੁਚਮਤਾ ਨੂੰ ਤਦੋਂ ਪਾਈਦਾ ਤੇ ਇਸ ਸੇਵਾ ਨੂੰ, ਸੰਤ ਜਨਾਂ ਦੀ ਸੇਵਾ ਨੂੰ, ਤਿੰਨਾਂ ਦੇ ਬਚਨ ਹੁਕਮ ਮੰਨਣੇ ਰੂਪੀ ਸੇਵਾ ਨੂੰ, ਆਗਿਆਕਾਰੀ ਹੋ ਕਰਕੇ ਸੇਵਾ ਨੂੰ ਕਰਨੇ ਨੂੰ ਤਦੋਂ ਪਾਈਦਾ ਹੈ ਭਾਈ ਜਿਸ ਵੇਲੇ ਪ੍ਰਭੂ ਜੀ ਕਿਰਪਾਲੂ ਹੋ ਜਾਂਦੇ ਨੇ। ਨਹੀਂ ਤਾਂ ਏਡੀ ਸੁਖਾਲੀ ਨਹੀਂ ਕਿ ਜਿਹੜੀ ਸਾਰਿਆਂ ਨੂੰ ਮਿਲ ਜਾਵੇ। ਇਸ ਪ੍ਰਕਾਰ ਸੰਜਮਮਈ ਜੀਵਨ ਰਹਿਣਾ, ਸਾਦਾ ਜੀਵਨ ਬਤੀਤ ਕਰਨਾ, ਇਹ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਪਾਈਦਾ ਹੈ। ਵਿਕਾਰਾਂ ਨੂੰ ਸੂਖਸ਼ਮ ਕਰ ਲੈਣਾ, ਸੰਜਮ ਧਾਰਨ ਕਰ ਲੈਣਾ, ਇਹ ਪ੍ਰਭੂ ਜੀ ਦੀ ਕਿਰਪਾ ਦੇ ਨਾਲ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕਰਕੇ ਨਾਮ ਜਪਦਿਆਂ ਪ੍ਰਾਪਤ ਕਰੀਦਾ ਹੈ। ਇਸ ਪ੍ਰਕਾਰ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀਓ 9ਵੀਂ ਤੇ 10ਵੀਂ ਤਿਥੀ ਦੇ ਰਾਹੀਂ ਪਾਵਨ ਅੰਮ੍ਰਿਤਮਈ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਕੇ ਸ਼ੁਭ ਸਿੱਖਿਆ ਨੂੰ ਦਰਸਾਵਣਾ ਕੀਤਾ ਹੈ। ਅਰਜ਼ੋਈ ਕਰੀਏ ਗਰੀਬ ਨਿਵਾਜ ਹਾਜ਼ਰੀ ਦਰ ਪ੍ਰਵਾਨ ਕਰੋ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ, ਆਪਣੇ ਅੰਮ੍ਰਿਤਮਈ ਉਪਦੇਸ਼ਾਂ ਨੂੰ ਸਾਡੇ ਹਿਰਦਿਆਂ ਅੰਦਰ ਵਸਾ ਦੇਵੋ। ਗਰੀਬ ਨਿਵਾਜ ਸਾਡੇ ਤੇ ਵੀ ਆਪ ਜੀ ਦੀ ਪੂਰਨ ਕਿਰਪਾ ਹੋ ਜਾਵੇ, ਸਾਡਾ ਵੀ ਮਨ ਜਿਹੜਾ ਹੈ ਨਿਰਵਿਕਾਰ ਹੋ ਜਾਵੇ।
ਆਪ ਜੀ ਦੀ ਬੰਦਗੀ ਨੂੰ ਕਰ ਕਰਕੇ ਅਸੀਂ ਵੀ ਸਫਲੇ ਹੋ ਜਾਈਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਧ ਸੰਗਤ ਵੀ ਭੁੱਲਾਂ ਦੀ ਖਿਮਾ ਬਖਸ਼ਣੇ ਤੇ ਸਮਰੱਥ ਹੈ। ਕਿਰਪਾਲਤਾ ਕਰਕੇ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਜੀ। ਦੋ ਪੰਕਤੀਆਂ ਸਤਿਗੁਰਾਂ ਦੇ ਪਾਵਨ ਉਪਦੇਸ਼ ਦੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ। ਹਸਤ ਚਰਨ ਸੰਤ ਟਹਲ ਕਮਾਈਆ, ਨਾਨਕ ਇਹੋ ਸੰਜਮ ਪ੍ਰਭ ਕਿਰਪਾ ਪਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अगनास, हे पूरन हे सर्ब मैं दुख पंजन गुणतास, हे संगी हे निरंकार, हे निर्गुण सब टेक, हे गोबिंद हे गुण निधान, जाकै सदा विवेक। हे हर हरे है भी होवन हार, हे संतह कै सदा संग निधारा आधार। हे ठाकुर हो दासरो मैं निर्गुण गुण नहीं कोय, नानक दीजै नाम दान राखो हियै। आए प्रभ शरणागति कृपा निध दयाल, एक अखर हर मन बसत नानक होत निहाल। वाहिगुरु नाम जहाज है चढ़े सो उतरै पार, जो सरदा कर सेव दे गुर पार उतारन हार। कथा निता प्रत होत है सुनो सो सिंह सुजान, नानक गुरु गोबिंद सिंह जी सदा कर कल्याण। नानक गुरु गोबिंद सिंह जी सदा कर कल्याण। वाहिगुरु जी का खालसा, वाहिगुरु जी की फतेह। गज के जयकारा गजावे सो निहाल हो जावे। सत श्री अकाल। गुरबार अकाल देग तेग फतेह। गुरु पंथ खालसे दी चढ़दी कला रखो जी महाराज।